ਕੈਨੇਡਾ ਦੇ ਵਿੱਚ नो डाउट ਕਿ ਨਵਾਂ ਵੇਰੀਐਂਟ ਔਰ ਕਰੋਨਾ ਵਾਇਰਸ ਕਰਕੇ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ, ਜਿਸ ਕਰਕੇ ਯਕੀਨਨ ਉਸ ਤਰੀਕੇ ਦੀ ਭੀੜ ਤੁਸੀਂ ਨਹੀਂ ਪਾ ਰਹੇ ਹੋ, ਇਕੱਠ ਹੋਵੇ ਦੇ ਨਹੀਂ ਦੇਖਣ ਨੂੰ ਮਿਲ ਰਹੇ। ਹਾਲਾਂਕਿ BC ਦੇ ਵਿੱਚ ਡਾਕਟਰ ਬੌਨੀ ਹੈਨਰੀ ਨੇ ਕਿਹਾ ਵੀ ਵੀਕਐਂਡ ਦੇ ਉੱਤੇ ਜਿਹੜੇ ਹੈ 2000 ਦੇ ਕਰੀਬ ਫਿਰ ਤੋਂ ਕੇਸ ਦੇਖਣ ਨੂੰ ਮਿਲ ਗਿਆ ਹੈ, ਤਾਂ ਉਹਨਾਂ ਨੇ ਕਿਹਾ ਵੀ ਹੁਣ ਸ਼ਾਇਦ ਨਿਯਮ ਜਿਹੜੇ ਆਲਰੇਡੀ ਲਗਾਏ ਗਏ ਨੇ, ਪਾਬੰਦੀਆਂ ਜਿਹੜੀਆਂ ਲਾਗੂ ਕੀਤੀਆਂ ਗਈਆਂ ਨੇ, ਉਹ ਕਿਤੇ ਨਾ ਕਿਤੇ ਜਿਹੜਾ ਉਹ ਰੋਡ ਮੈਪ ਹੁਣ ਹੋਰ ਚੇਂਜ ਕਰਨਾ ਪਏਗਾ। UK ਦੀ ਗੱਲ ਕਰ ਲਈਏ ਜਾਂ ਫਰਾਂਸ, ਹਰ ਜਗ੍ਹਾ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ, ਆਸਟ੍ਰੇਲੀਆ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੇ ਮਿਲ ਕੇ ਕਹਿ ਸਕਦੇ ਹਾਂ ਜਾਂ ਨਿਯਮਾਂ ਨੂੰ ਫੋਲੋ ਕਰਕੇ ਰੋਕਿਆ ਹੋਇਆ। ਕੀ ਇਸ ਤਰੀਕੇ ਨਾਲ ਭੀੜ ਕਰਨੀ ਧਾਰਮਿਕ ਅਦਾਰਿਆਂ ਦੇ ਵਿੱਚ ਸਹੀ ਹੈ? ਜੇ ਭੀੜ ਹੋਈ ਵੀ ਹੈ, ਲੋਕ ਇਕੱਠੇ ਹੈ ਵੀ ਹੈ, ਜੇ ਕਹਿ ਸਕਦੇ ਆ ਵੀ ਧਰਮ ਤੇ ਆਸਥਾ ਦੇ ਅੱਗੇ ਪਾਬੰਦੀਆਂ ਕੰਮ ਨਹੀਂ ਕਰ ਰਹੀਆਂ, ਤਾਂ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਹੱਲ ਇਹ ਹੋ ਸਕਦਾ ਵੀ ਮਾਸਕ ਐਟਲੀਸਟ ਜ਼ਰੂਰ ਪਾਏ ਹੋਣ ਤਾਂ ਕਿ ਸਾਰੇ ਜਣੇ ਬਚ ਸਕਣ। ਪਰ ਇਦਾਂ ਦਾ ਕੁਝ ਦਿਖਾਈ ਨਹੀਂ ਦਿੱਤਾ, ਕਿਸੇ ਨੇ ਮਾਸਕ ਵੀ ਨਹੀਂ ਪਾਏ। ਅੰਮ੍ਰਿਤਸਰ ਦੇ ਵਿੱਚ ਕਹਿੰਦੇ ਬੜਾ ਸ਼ੋਰ ਸ਼ਰਾਬਾ ਅੱਜ ਮਚਦਾ ਰਿਹਾ ਔਰ ਜਲਿਆਂਵਾਲੇ ਬਾਗ ਸਾਕੇ ਦੇ ਜਿਹੜੇ ਸ਼ਹੀਦ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਜਾਂ ਹੋਰ ਮੈਂਬਰ ਨੇ, ਹੋਰ ਲੋਕ ਨੇ, ਕੁਝ ਸੰਸਥਾਵਾਂ ਨੇ, ਉਹ ਜਾਣਾ ਚਾਹੁੰਦੀਆਂ ਸੀਗੀਆਂ, ਉੱਥੇ ਨਤਮਸਤਕ ਹੋਣਾ ਚਾਹੁੰਦੀਆਂ ਸੀਗੀਆਂ, ਪਰ ਉਹਨਾਂ ਨੂੰ ਰੋਕ ਦਿੱਤਾ ਗਿਆ। ਦੇਸ਼ ਭਗਤ ਜਿਹੜੇ ਮਾਰੇ ਗਏ ਸੀ, ਜਿਨ੍ਹਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੀ, ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ, ਪਰ ਉਹਨਾਂ ਸ਼ਹੀਦਾਂ ਨੂੰ ਨਮਨ ਕਰਨ ਵਾਸਤੇ, ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਮ ਲੋਕ ਨਹੀਂ ਗਏ ਸੀ, ਬਲਕਿ ਉਹ ਲੋਕ ਅੱਜ ਜਲਿਆਂਵਾਲੇ ਬਾਗ ਜਾ ਕੇ ਨਤਮਸਤਕ ਹੋਣਾ ਚਾਹੁੰਦੇ ਸੀ, ਜਿਨ੍ਹਾਂ ਦੇ ਆਪਣੇ ਗੋਲੀकांड ਦੇ ਵਿੱਚ ਸ਼ਹੀਦ ਹੋਏ ਸੀ। ਸ਼ਵੇਤ ਮਲਿਕ ਜਦੋਂ ਉੱਥੇ ਜਾਂਦੇ ਨੇ, ਉਹ ਕਹਿੰਦੇ ਨੇ ਕਿ ਇਹਦਾ ਕੰਮ ਜਿਹੜਾ ਵਾ ਉਹ ਮੁਕੰਮਲ ਹੋ ਚੁੱਕਾ ਹੈ ਤੇ ਕਿਸੇ ਵੀ ਵੇਲੇ ਇਹਨੂੰ ਖੋਲ ਦਿੱਤਾ ਜਾਵੇਗਾ, ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ 13 ਅਪ੍ਰੈਲ ਨੂੰ ਹੀ ਖੋਲਿਆ ਜਾਏਗਾ, ਪਰ 13 ਅਪ੍ਰੈਲ ਵੀ ਨਿਕਲ ਗਈ, ਨਹੀਂ ਖੋਲਿਆ ਗਿਆ। ਲక్ష్ਮੀ ਕਾਂਤਾ ਚਾਵਲਾ ਜਿਹੜੀ ਭਾਜਪਾ ਦੀ ਅਸੀਂ ਸਾਰੇ ਜਾਣਦੇ ਇੱਕ ਸੀਨੀਅਰ ਆਗੂ ਆ ਔਰ ਹੈਲਥ ਮਿਨਿਸਟਰ ਵੀ ਰਹੇ, ਕੈਬਨਿਟ ਮਿਨਿਸਟਰ ਰਹੇ, ਉਹ ਪਹੁੰਚੇ ਉੱਥੇ ਤੇ ਉਹਨਾਂ ਨੇ ਇੱਕ ਜਿਹੜੀ ਵੱਡੀ ਗੱਲ ਕਹੀ, ਉਹ ਵੱਡੀ ਗੱਲ ਵਾਕਿਆ ਹੀ ਸਾਰਿਆਂ ਨੂੰ ਹਿਲਾ ਦੇਣ ਵਾਲੀ। ਉਹਨਾਂ ਨੇ ਕਿਹਾ ਇਟਸ ਅ ਮੈਟਰ ਆਫ ਨੈਸ਼ਨਲ ਸ਼ੇਮ। ਇਹ ਇੱਕ ਜਿਹੜੀ ਕੌਮੀ ਬੇਸ਼ਰਮੀ ਵਾਲੀ ਗੱਲ ਹੈ ਕਿ ਜਿਸ ਢੰਗ ਨਾਲ ਅੱਜ ਇੱਥੇ ਲੋਕ ਹੋ ਰਿਹਾ ਹੈ ਔਰ ਜਿਸ ਢੰਗ ਨਾਲ ਰੋਕਿਆ ਗਿਆ ਹੈ। ਡਿਸਿਪਲਿਨ ਹੈ ਜਿਹੜਾ ਉਹ ਵਾਕਈ ਸ਼ੁਰੂਆਤ ਜਦੋਂ ਸਰਕਾਰਾਂ ਹੀ ਨਹੀਂ ਕਰਨਗੀਆਂ, ਜਦੋਂ ਰੈਲੀਆਂ ਦੇ ਵਿੱਚ ਭੀੜ ਲੱਗ ਰਹੀ ਹੈ, ਹਰ ਥਾਂ ਤੇ ਭੀੜ ਪੈ ਰਹੀ ਹੈ, ਤਾਂ ਫਿਰ ਜਨਤਾ ਨੂੰ ਇਹ ਲੱਗਦਾ ਵੀ ਸ਼ਾਇਦ ਸਭ ਕੁਝ ਠੀਕ ਹੀ ਚੱਲ ਰਿਹਾ। ਇਹ ਅਸੀਂ ਇੱਕ ਪਾਸੇ ਗੱਲ ਕਰਦੇ ਹਾਂ ਕਿ ਤਖਤ ਸ੍ਰੀ ਦਮਦਮਾ ਸਾਹਿਬ ਜਾਂ ਹੋਰ ਥਾਵਾਂ ਤੇ ਅਨੰਦਪੁਰ ਸਾਹਿਬ ਜਾਂ ਤੁਸੀਂ ਕੁੰਭ ਦੇ ਮੇਲੇ ਦਾ ਲਾ ਲਓ, ਉੱਥੇ ਜਿਸ ਢੰਗ ਨਾਲ ਐਡੀ ਸੰਖਿਆ ਦੇ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ, ਕਿਸੇ ਨੇ ਮਾਸਕ ਨਹੀਂ ਪਾਇਆ, ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹ ਛਿੱਕੇ ਟੰਗੀ ਹੈ, ਉਹ ਸਭ ਕੁਝ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਗੱਲ ਕਰ ਰਹੇ ਹਾਂ, ਤੇ ਇੱਥੇ ਤਾਂ ਸਿਰਫ 30-35 ਪਰਿਵਾਰ ਸੀ, ਉਹਨਾਂ ਨੂੰ ਥੋੜਾ ਜਿਹਾ ਰਸਤਾ ਦੇ ਕੇ ਕਿਉਂ ਨਹੀਂ ਉੱਥੇ ਸ਼ਹੀਦਾਂ ਨੂੰ ਨਮਨ ਕਰਨ ਦਿੱਤਾ ਗਿਆ? ਕੀ ਤੁਸੀਂ ਇੱਕ ਪਾਸੇ ਦੇਖੋ, ਦੋਹਰੀਆਂ ਨੀਤੀਆਂ ਜਦੋਂ ਅਪਣਾਉਂਦੇ ਸਰਕਾਰ ਅਪਣਾਉਂਦੀ ਹੈ ਤਾਂ ਉਦੋਂ ਲੋਕਾਂ ਦੇ ਵਿੱਚ ਅਨਰੈਸਟ ਪੈਦਾ ਹੁੰਦਾ, ਵਿਰੋਧ ਦੀ ਭਾਵਨਾ ਪੈਦਾ ਹੁੰਦੀ, ਉਹ ਚੀਜ਼ਾਂ ਵੇਖਣ ਨੂੰ ਮਿਲਦੀਆਂ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਰੇ ਦਰਸ਼ਕਾਂ ਦਾ? ਔਰ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਵਿਸਾਖੀ ਦਾ ਤਿਉਹਾਰ ਹੈ, ਜ਼ਾਹਿਰ ਜੀ ਗੱਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਾਰੇ ਉਸ ਰੌਣਕ ਨੂੰ ਮਿਸ ਕਰਦੇ ਹੋਣਗੇ, ਖਾਸ ਕਰਕੇ ਕੈਨੇਡਾ ਦੇ ਵਿੱਚ ਬੈਠੇ ਜਦੋਂ ਸਰੀ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸੈਲੀਬ੍ਰੇਸ਼ਨ ਹੁੰਦੇ ਸੀ ਔਰ ਅੱਜ ਦੇ ਦਿਨ ਬਹੁਤ ਜ਼ਿਆਦਾ ਰੌਣਕ ਹੁੰਦੀ ਸੀਗੀ। ਵਿਸਾਖੀ ਨੂੰ ਤਾਂ ਸਰੀ ਦੀਆਂ ਜਿਹੜੀਆਂ ਸੜਕਾਂ ਹੈ ਉਹ ਬਹੁਤ ਭਰੀਆਂ ਹੁੰਦੀਆਂ ਸੀਗੀਆਂ ਔਰ ਨਗਰ ਕੀਰਤਨ ਨਿਕਲਦੇ ਸੀਗੇ ਤੇ ਕਹਿ ਸਕਦੇ ਹਾਂ ਵੀ ਸੰਗਤ ਦਾ ਇੱਕ ਹੜ ਜਾ ਆਇਆ ਹੁੰਦਾ ਸੀ। ਔਰ ਨਾ ਸਿਰਫ ਸਰੀ ਦੇ ਲੋਕ ਬਲਕਿ ਬਾਹਰੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਸੀਗੇ ਵੱਖ-ਵੱਖ ਥਾਵਾਂ ਤੋਂ, ਸਪੈਸ਼ਲ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਇੱਥੋਂ ਦੀ ਵਿਸਾਖੀ ਦੇਖਣ ਦੇ ਲਈ। ਸੋ ਖੈਰ ਇਸ ਵਾਰ ਰੌਣਕਾਂ ਉਹ ਨਹੀਂ ਹੈ, ਪਰ ਕੋਈ ਗੱਲ ਨਹੀਂ, ਕਿਉਂਕਿ ਕਰੋਨਾ ਮਹਾਮਾਰੀ ਸਾਡੇ ਸਿਰ ਦੇ ਉੱਤੇ ਮੰਡਰਾ ਰਹੀ ਹੈ, ਤਾਂ ਜਦੋਂ ਇਹ ਵਾਇਰਸ ਖਤਮ ਹੋ ਜਾਏਗਾ ਤਾਂ ਅਗਲੇ ਸਾਲ ਜਿਹੜਾ ਹੈ ਸ਼ਾਇਦ ਵਿਸਾਖੀ ਦੀਆਂ ਰੌਣਕਾਂ ਇਸੇ ਤਰ੍ਹਾਂ ਲੱਗਣਗੀਆਂ, ਕਿਉਂਕਿ ਕਹਿੰਦੇ ਨੇ ਨਾ ਕਿ ਉਮੀਦ ਦੇ ਉੱਤੇ ਹੀ ਦੁਨੀਆ ਕਾਇਮ ਹੈ ਤੇ ਅਸੀਂ ਸਾਰੇ ਉਮੀਦ ਦੇ ਉੱਤੇ ਹੀ ਕਾਇਮ ਹੈ ਤੇ ਉਮੀਦ ਇਹੀ ਕਰਦੇ ਹਾਂ ਵੀ ਅਗਲੇ ਸਾਲ ਜਿਹੜੀ ਹੈ ਵਿਸਾਖੀ ਉਸੇ ਤਰ੍ਹਾਂ ਮਨਾਈਏ ਜਿਸ ਤਰੀਕੇ ਨਾਲ ਹਰ ਸਾਲ ਅਸੀਂ ਸਾਰੇ ਮਨਾਉਂਦੇ ਆ ਰਹੇ ਹਾਂ। ਇਸ ਤੋਂ ਇਲਾਵਾ ਵਿਸਾਖੀ ਦੀਆਂ ਰੌਣਕਾਂ ਨੇ ਸੋ ਵਰਚੁਅਲ ਤਰੀਕੇ ਦੇ ਨਾਲ ਹੈ, ਕਿਵੇਂ ਕਿਹੜੀ ਥਾਵਾਂ ਦੇ ਉੱਤੇ ਮਨਾਈ ਜਾ ਰਹੀ ਹੈ ਉਸ ਸੰਬੰਧੀ ਵੀ ਗੱਲ ਕਰਾਂਗੇ। ਇਸ ਤੋਂ ਇਲਾਵਾ ਤੁਸੀਂ ਸਾਰੇ ਵੀ ਮੇਰੇ ਨਾਲ ਜਦੋਂ ਜੁੜੋਗੇ ਤਾਂ ਮੈਨੂੰ ਜ਼ਰੂਰ ਦੱਸਣਾ ਵੀ ਤੁਸੀਂ ਅੱਜ ਦਿਨ ਦੀ ਸ਼ੁਰੂਆਤ ਕਿਵੇਂ ਕੀਤੀ ਤੇ ਵਿਸਾਖੀ ਵਾਲੇ ਦਿਨ ਤੁਸੀਂ ਕੀ ਕਰ ਰਹੇ ਹੋ। ਗੁਰਦੁਆਰਿਆਂ ਦੇ ਵਿੱਚ ਨਤਮਸਤਕ ਹੋਏ ਹੋਣਗੇ, ਸਾਰੇ ਜਣੇ ਜਿਹੜੇ ਆ ਜ਼ਰੂਰ ਗਏ ਹੋਣਗੇ। ਕੈਨੇਡਾ ਦੇ ਵਿੱਚ नो डाउट ਕਿ ਨਵਾਂ ਵੇਰੀਐਂਟ ਔਰ ਕਰੋਨਾ ਵਾਇਰਸ ਕਰਕੇ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ, ਜਿਸ ਕਰਕੇ ਯਕੀਨਨ ਉਸ ਤਰੀਕੇ ਦੀ ਭੀੜ ਤੁਸੀਂ ਨਹੀਂ ਪਾ ਰਹੇ ਹੋ, ਇਕੱਠ ਹੋਵੇ ਦੇ ਨਹੀਂ ਦੇਖਣ ਨੂੰ ਮਿਲ ਰਹੇ। ਪਰ ਇਹ ਗਨੀਮਤ ਹੈ ਵੀ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਖੁੱਲ੍ਹੇ ਹੋਏ ਨੇ, ਧਾਰਮਿਕ ਅਦਾਰੇ ਖੁੱਲ੍ਹੇ ਹੋਏ ਨੇ ਵੀ ਤੁਸੀਂ ਉੱਥੇ ਜਾ ਕੇ ਮੱਥਾ ਟੇਕ ਸਕਦੇ ਹੋ। ਜ਼ਿਆਦਾ ਦੇਰ ਉੱਥੇ ਬੈਠ ਨਹੀਂ ਸਕਦੇ, ਲੰਗਰ ਹਾਲ ਵੀ ਇਸ ਵੇਲੇ ਬੰਦ ਹੀ ਨੇ, ਪਰ ਇਹ ਵੀ
ਪਰ ਪਰਸਨ ਜਾ ਕੇ ਮੱਥਾ ਟੇਕਣ ਦੀ ਹੈ ਜਿਹੜੀ ਉਹ ਅਥਾਰਟੀ ਹੈਗੀ ਹੈ ਉਹ ਤੁਹਾਨੂੰ ਜ਼ਰੂਰ ਮਿਲ ਰਿਹਾ ਹੈ। ਸੋ ਸਮਾਗਮ ਨੇ ਜਾਂ ਪਾਠ ਸੁਣਨਾ, ਕੀਰਤਨ ਕਰਨਾ, ਕੀਰਤਨ ਸੁਣਨਾ, ਇਹ ਸਭ ਚੀਜ਼ਾਂ ਹੁੰਦੀਆਂ ਨੇ ਵੀ ਜਿਹੜੀਆਂ ਆਪਾਂ ਘਰਾਂ ਦੇ ਵਿੱਚ ਬੈਠ ਕੇ ਵੀ ਅੱਜ ਕੱਲ੍ਹ ਆਪਣੇ TV ਔਨ ਕਰੀਏ ਜਾਂ ਫਿਰ YouTube ਤੇ ਅਸੀਂ ਚਲੇ ਜਾਈਏ ਤਾਂ ਸਿਮਰਨ ਜਿਹੜਾ ਹੈ ਉਹ ਜਪਾਂ ਨੂੰ ਸਾਨੂੰ ਮਿਲ ਹੀ ਜਾਂਦਾ, ਸੁਣਨ ਨੂੰ ਮਿਲ ਹੀ ਜਾਂਦਾ ਹੈ। ਸਾਰੀ ਜਿਹੜੀ ਗੁਰਬਾਣੀ ਵੀ ਅਸੀਂ ਸੁਣਨੀ ਹੁੰਦੀ ਹੈ ਕਿਸੇ ਵੀ ਤਿਉਹਾਰ ਤੇ ਜਾਂ ਹਰ ਦਿਨ, ਤਾਂ ਉਹ ਵੀ ਸਭ ਕੁਝ ਅਵੇਲੇਬਲ ਅੱਜ ਕੱਲ੍ਹ ਤਾਂ ਹਰ ਪਲੇਟਫਾਰਮ ਦੇ ਉੱਤੇ ਚੀਜ਼ਾਂ ਅਵੇਲੇਬਲ ਹੁੰਦੀਆਂ ਨੇ। ਸੋ ਇਸ ਵਾਰ ਸਾਨੂੰ ਸਾਰਿਆਂ ਨੂੰ ਮਿਲ ਕੇ ਇਹੀ ਕਰਨ ਦੀ ਕੋਸ਼ਿਸ਼ ਹੈ ਵੀ ਜੇ ਅਸੀਂ ਕਿਸੇ ਮਹਾਮਾਰੀ ਦੇ ਦੌਰ ਦੇ ਵਿੱਚੋਂ, ਕਿਉਂਕਿ 2 ਸਾਲ ਹੋ ਗਏ ਆ ਸਾਨੂੰ ਇਸ ਬਿਮਾਰੀ ਦੇ ਵਿੱਚ ਫਸਿਆ ਹੋਇਆਂ ਨੂੰ, ਹੁਣ ਅਸੀਂ ਇਸ ਦੇ ਵਿੱਚੋਂ ਬਾਹਰ ਆਉਣਾ। ਬਾਹਰ ਆਉਣਾ ਤਾਂ ਹੀ ਹੋ ਪਾਏਗਾ ਜਦੋਂ ਅਸੀਂ ਸਾਰੇ ਕੋਸ਼ਿਸ਼ਾਂ ਕਰਾਂਗੇ ਤੇ ਕੋਸ਼ਿਸ਼ਾਂ ਦੇ ਨਾਲ ਹੀ ਜਿਹੜੀ ਹੈ ਇਹ ਚੀਜ਼ ਖਤਮ ਹੋ ਪਾਏਗੀ। ਔਰ ਇਸ ਤੋਂ ਇਲਾਵਾ ਵੈਕਸੀਨ ਹੈ ਜਿਹੜੀ, ਵੈਕਸੀਨ ਵੀ ਨੋ ਡਾਊਟ ਆ ਚੁੱਕੀ ਹੈ। ਵੈਕਸੀਨ ਹੌਲੀ ਹੌਲੀ ਸਾਰੇ ਦੇਸ਼ਾਂ ਦੇ ਵਿੱਚ ਸਾਰੇ ਲੋਕਾਂ ਤੱਕ ਪਹੁੰਚ ਜਾਏਗੀ ਤਾਂ ਉਹ ਵੀ ਇੱਕ ਜ਼ਰੀਆ ਬਣ ਜਾਏਗੀ ਕਿ ਆਪਣੇ ਕੋਲ ਇੱਕ ਵੈਕਸੀਨ ਹੋਏਗੀ ਤਾਂ ਲੋਕ ਸੰਕਰਮਿਤ ਵੀ ਹੋਣਗੇ ਤਾਂ ਉਹਦਾ ਇਲਾਜ ਜਿਹੜਾ ਉਹ ਜ਼ਰੂਰ ਹੋਏਗਾ। ਸੋ ਉਦੋਂ ਤੱਕ ਆਪਾਂ ਸਾਰੇ ਖਿਆਲ ਜ਼ਰੂਰ ਰੱਖੀਏ। ਹਾਲਾਂਕਿ BC ਦੇ ਵਿੱਚ ਡਾਕਟਰ ਬੌਨੀ ਹੈਨਰੀ ਨੇ ਕਿਹਾ ਵੀ ਵੀਕਐਂਡ ਦੇ ਉੱਤੇ ਜਿਹੜੇ ਹੈ 2000 ਦੇ ਕਰੀਬ ਫਿਰ ਤੋਂ ਕੇਸ ਦੇਖਣ ਨੂੰ ਮਿਲ ਗਿਆ ਤਾਂ ਉਹਨਾਂ ਨੇ ਕਿਹਾ ਵੀ ਹੁਣ ਸ਼ਾਇਦ ਨਿਯਮ ਜਿਹੜੇ ਆਲਰੇਡੀ ਲਗਾਏ ਗਏ ਨੇ, ਪਾਬੰਦੀਆਂ ਜਿਹੜੀਆਂ ਲਾਗੂ ਕੀਤੀਆਂ ਗਈਆਂ ਨੇ, ਉਹ ਕਿਤੇ ਨਾ ਕਿਤੇ ਜਿਹੜਾ ਉਹ ਰੋਡ ਮੈਪ ਹੁਣ ਹੋਰ ਚੇਂਜ ਕਰਨਾ ਪਏਗਾ। ਸੋ ਇਹ ਰੋਡ ਮੈਪ ਚੇਂਜ ਕਰਨ ਦਾ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਵੀ ਹੋ ਸਕਦਾ ਵੀ BC ਦੇ ਵਿੱਚ ਥੋੜ੍ਹੀਆਂ ਹੋਰ ਪਾਬੰਦੀਆਂ ਕਿਸੇ ਹੋਰ ਤਰੀਕੇ ਨਾਲ ਲਾਗੂ ਹੋ ਸਕਦੀਆਂ ਨੇ ਕਿਉਂਕਿ ਮਾਮਲੇ ਰੁਕ ਨਹੀਂ ਰਹੇ ਕਰੋਨਾ ਦੇ। ਹੁਣ ਅਸੀਂ BC ਤੋਂ ਜੇ ਬਾਹਰ ਨਿਕਲੀਏ ਤਾਂ ਓਵਰਆਲ UK ਦੀ ਗੱਲ ਕਰ ਲਈਏ ਜਾਂ ਫਰਾਂਸ, ਹਰ ਜਗ੍ਹਾ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ, ਆਸਟ੍ਰੇਲੀਆ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੇ ਮਿਲ ਕੇ ਕਹਿ ਸਕਦੇ ਹਾਂ ਜਾਂ ਨਿਯਮਾਂ ਨੂੰ ਫੋਲੋ ਕਰਕੇ ਰੋਕਿਆ ਹੋਇਆ। ਸੋ ਕਈ ਕੰਟਰੀਜ਼ ਜਿੱਥੇ ਲੋਕ ਨਹੀਂ ਰੁਕ ਰਹੇ ਸੀਗੇ ਤਾਂ ਉਹਨਾਂ ਨੂੰ ਲੋਕਡਾਊਨ ਲਗਾ ਕੇ ਲੋਕਾਂ ਨੂੰ ਰੋਕਣਾ ਪਿਆ। ਓਨਟਾਰੀਓ ਦੇ ਵਿੱਚ ਵੀ ਇਹੀ ਸਿਚੁਏਸ਼ਨ ਬਣੀ ਹੋਈ ਹੈ ਵੀ ਸਟੇਟ ਆਫ ਐਮਰਜੈਂਸੀ ਹੈ। ਹੁਣ ਜਦੋਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਕਰੋਨਾ ਦੇ ਮਾਮਲੇ ਪਹਿਲਾਂ ਨਹੀਂ ਸੀਗੇ ਪਰ ਹੁਣ ਬਹੁਤ ਜ਼ਿਆਦਾ ਆ ਰਹੇ ਨੇ। ਸੋ ਕੋਵਿਡ ਹਰ ਜਗ੍ਹਾ ਤਾਂ ਹੈਗਾ ਹੀ ਹੈ ਤੇ ਕਰੋਨਾ ਦੇ ਮਾਮਲੇ ਇੰਨੇ ਨੇ ਪਰ ਉੱਥੇ ਜਿਹੜੇ ਨਿਯਮ ਲਾਗੂ ਕੀਤੇ ਗਏ ਨੇ ਕਿ ਉਹਨਾਂ ਨੂੰ ਲੋਕ ਫੋਲੋ ਕਰ ਰਹੇ ਨੇ ਜਾਂ ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਸਹੀ ਤਰੀਕੇ ਨਾਲ ਨਿਯਮਾਂ ਨੂੰ ਲਾਗੂ ਕਰਨ ਦੇ ਵਿੱਚ ਕਿੰਨੇ ਕੁ ਫੈਸਲੇ ਬਦਲ ਰਹੀਆਂ ਨੇ, ਕਿੰਨੀਆਂ ਕੁ ਪਾਬੰਦੀਆਂ ਨੂੰ ਕਹਿ ਸਕਦੇ ਹਾਂ ਵੀ ਟਾਈਟ ਕਰ ਰਹੀਆਂ ਨੇ ਤਾਂ ਕਿ ਕਿਤੇ ਨਾ ਕਿਤੇ ਕਰੋਨਾ ਦੀ ਜਿਹੜੀ ਇਹ ਲਹਿਰ ਹੈ ਉਹ ਰੁਕ ਸਕੇ। ਕੁਝ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ, ਕਈ ਥਾਵਾਂ ਤੇ ਦਿਖਾਈ ਦੇ ਰਿਹਾ, ਕਈ ਤਬਕਿਆਂ ਤੇ ਦਿਖਾਈ ਦੇ ਰਿਹਾ, ਕਈ ਕਾਰੋਬਾਰਾਂ ਤੇ ਦਿਖਾਈ ਦੇ ਰਿਹਾ, ਪਰ ਯਕੀਨਨ ਹਰ ਥਾਂ ਦੇ ਉੱਤੇ ਦਿਖਾਈ ਨਹੀਂ ਦੇ ਰਿਹਾ। ਸੋ ਕੁਝ ਤਸਵੀਰਾਂ ਤੁਹਾਨੂੰ ਅਸੀਂ ਅਜਿਹੀਆਂ ਵੀ ਦਿਖਾਵਾਂਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਖੁਦ ਵੀ ਹੈਰਾਨ ਹੋ ਜਾਓਗੇ। ਇਹ ਧਾਰਮਿਕ ਥਾਵਾਂ ਦੀਆਂ ਕੁੰਭ ਦੇ ਮੇਲੇ ਦੀਆਂ ਤਸਵੀਰਾਂ ਪਹੁੰਚੀਆਂ ਨੇ। ਵਿਸਾਖੀ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਲੋਕ ਨਤਮਸਤਕ ਹੋਏ ਤਾਂ ਉੱਥੋਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਵਾਂਗੇ। ਉਸ 'ਚ ਤੁਸੀਂ ਦੇਖਣਾ ਤੇ ਤੁਸੀਂ ਆਪ ਹੀ ਡਿਸਾਈਡ ਕਰਨਾ ਵੀ ਕੀ ਇਸ ਤਰੀਕੇ ਨਾਲ ਭੀੜ ਕਰਨੀ ਧਾਰਮਿਕ ਅਦਾਰਿਆਂ ਦੇ ਵਿੱਚ ਸਹੀ ਹੈ। ਜੇ ਭੀੜ ਹੋਈ ਵੀ ਹੈ, ਲੋਕ ਇਕੱਠੇ ਹੈ ਵੀ ਹੈ, ਜੇ ਕਹਿ ਸਕਦੇ ਆ ਵੀ ਧਰਮ ਤੇ ਆਸਥਾ ਦੇ ਅੱਗੇ ਪਾਬੰਦੀਆਂ ਕੰਮ ਨਹੀਂ ਕਰ ਰਹੀਆਂ ਤਾਂ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਹੱਲ ਇਹ ਹੋ ਸਕਦਾ ਵੀ ਮਾਸਕ ਐਟਲੀਸਟ ਜ਼ਰੂਰ ਪਾਏ ਹੋਣ ਤਾਂ ਕਿ ਸਾਰੇ ਜਣੇ ਬਚ ਸਕਣ। ਪਰ ਇਦਾਂ ਦਾ ਕੁਝ ਦਿਖਾਈ ਨਹੀਂ ਦਿੱਤਾ, ਕਿਸੇ ਨੇ ਮਾਸਕ ਵੀ ਨਹੀਂ ਪਾਏ। ਕੁੰਭ ਦਾ ਮੇਲਾ ਕਈ ਦਿਨਾਂ ਤੋਂ ਚੱਲ ਰਿਹਾ ਔਰ 11ਵੇਂ 12ਵੇਂ ਦਿਨ ਦੇ ਵਿੱਚ ਵੀ ਜਦੋਂ ਕਹਿੰਦੇ ਨੇ ਕਿ ਇਸ਼ਨਾਨ ਹੋ ਰਹੇ ਨੇ ਉੱਥੇ ਕਹਿ ਸਕਦੇ ਆ ਗੰਗਾ ਇਸ਼ਨਾਨ, ਤਾਂ ਉਹਦੇ ਵਿੱਚ ਕਈ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਡੁਬਕੀ ਲਗਾ ਰਹੇ ਨੇ। ਉਹਨਾਂ ਦੇ ਕਰੋਨਾ ਟੈਸਟ ਵੀ ਹੋਏ ਨੇ, ਉਹਨਾਂ ਦੇ ਵਿੱਚ ਲੋਕ ਸੰਕਰਮਿਤ ਵੀ ਹੋ ਰਹੇ ਨੇ ਪਰ ਉੱਥੇ ਕੁਝ ਕੀਤਾ ਨਹੀਂ ਜਾ ਸਕਦਾ। ਉਹ ਜਿਵੇਂ ਹਰ ਸਾਲ ਚੱਲ ਰਿਹਾ ਉਹ ਉਦਾਂ ਹੀ ਚੱਲ ਰਿਹਾ। ਇਹ ਸਾਰੀਆਂ ਤਸਵੀਰਾਂ ਦਿਖਾਵਾਂਗੇ ਵੀ, ਇਹਨਾਂ ਦੇ ਉੱਤੇ ਗੱਲ ਵੀ ਅਸੀਂ ਕਰਾਂਗੇ ਤੇ ਇਸ ਤੋਂ ਇਲਾਵਾ ਇਹ ਦੱਸ ਦਈਏ ਵੀ ਵਿਸਾਖੀ ਮੌਕੇ ਜਲਿਆਂਵਾਲੇ ਬਾਗ ਦੇ ਵਿੱਚ, ਸਪੈਸ਼ਲੀ ਜਲਿਆਂਵਾਲਾ ਬਾਗ ਦਾ ਸਾਕਾ ਵੀ ਅਸੀਂ ਸਾਰੇ ਜਾਣਦੇ ਹਾਂ, ਕੋਈ ਵੀ ਨਹੀਂ ਭੁੱਲਿਆ ਉਸ ਸਾਕੇ ਨੂੰ। ਤੇ ਜਲਿਆਂਵਾਲੇ ਬਾਗ ਦੇ ਵਿੱਚ ਜਦੋਂ ਉਸ ਸਾਕੇ ਦੇ ਸ਼ਹੀਦਾਂ ਦੇ ਜਿਹੜੇ ਪਰਿਵਾਰ ਨੇ ਉਹ ਜਾਣਾ ਚਾਹੁੰਦੇ ਸੀਗੇ ਵਿਸਾਖੀ ਵਾਲੇ ਦਿਨ, ਉਹਨਾਂ ਨੂੰ ਹਾਲਾਂਕਿ ਰੋਕ ਦਿੱਤਾ ਗਿਆ। ਪਹਿਲਾਂ ਤਾਂ ਕਾਫੀ ਸਮੇਂ ਤੱਕ ਇਸ ਲਈ ਨਹੀਂ ਉਹਨਾਂ ਨੂੰ ਜਾਣ ਦਿੱਤਾ ਗਿਆ ਵੀ ਉੱਥੇ ਆਲਰੇਡੀ ਕਹਿ ਸਕਦੇ ਹਾਂ ਮੁਰੰਮਤ ਦਾ ਕੰਮ ਜਿਹੜਾ ਉਹ ਚੱਲ ਰਿਹਾ ਸੀਗਾ ਜਿਹਦੇ ਕਰਕੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ। ਪਰ ਹੁਣ ਉਹਨਾਂ ਨੂੰ ਬਾਹਰ ਇਸ ਲਈ ਰੋਕਿਆ ਗਿਆ ਵੀ ਕਰੋਨਾ ਵਾਇਰਸ ਕਰਕੇ ਲੋਕ ਅੰਦਰ ਜਾਣ ਨਹੀਂ ਦਿੱਤੇ ਜਾਣੇ ਚਾਹੀਦੇ। ਸੋ ਕਈ ਥਾਵਾਂ ਦੇ ਉੱਤੇ ਪਾਬੰਦੀਆਂ ਹੈ, ਕਈਆਂ ਤੇ ਨਹੀਂ ਹੈ। ਇਹਨਾਂ ਪਾਬੰਦੀਆਂ ਸੰਬੰਧੀ ਹੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਗੱਲਬਾਤ ਇਹ ਵੀ ਕਰਾਂਗੇ ਵੀ ਕੀ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਨੇ। ਸੋ ਹੋਰ ਆਲੇ ਦੁਆਲੇ ਦੀਆਂ ਜਿਹੜੀਆਂ ਅਪਡੇਟਸ ਆ ਉਹਨਾਂ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਮੇਰੇ ਜਿਹੜੇ ਦਰਸ਼ਕ ਨੇ, ਜਿਹੜੇ ਕਾਲਰ ਨੇ, ਹਰ ਦਿਨ ਮੇਰੇ ਨਾਲ ਜੁੜਦੇ ਹੁੰਦੇ ਨੇ, ਉਹ ਪਲੀਜ਼ ਨਾਲ ਜੁੜਿਓ ਤੇ ਤੁਸੀਂ ਮੈਨੂੰ ਦੱਸਣਾ ਵੀ ਵਿਸਾਖੀ ਮੌਕੇ ਧਾਰਮਿਕ ਥਾਵਾਂ ਦੇ ਉੱਤੇ ਜਿਹੜਾ ਇੱਕ ਕਰਾਊਡ ਕੀਤਾ ਜਾ ਰਿਹਾ ਹੈ, ਚਾਹੇ ਉਹ ਭਾਰਤ ਹੋਵੇ ਜਾਂ ਫਿਰ ਕੈਨੇਡਾ ਹੋਵੇ,
ਤੇ ਕੀ ਉਹ ਸਹੀ ਹੈ? ਚਲੋ ਕੈਨੇਡਾ ਦੇ ਵਿੱਚ ਪਾਬੰਦੀਆਂ ਜੋ ਲੱਗੀਆਂ ਨੇ ਉਹ ਸਾਰੇ ਮੰਨ ਵੀ ਰਹੇ ਨੇ, ਮੰਨਣੀਆਂ ਵੀ ਪੈਣੀਆਂ ਨੇ, ਕਿਤੇ ਕਿਤੇ ਅਣਗਹਿਲੀ ਵੀ ਹੁੰਦੀ ਹੈ, ਪਰ ਇੱਥੋਂ ਦੀਆਂ ਸਰਕਾਰਾਂ ਫਿਰ ਵੀ ਨਿਯਮਾਂ ਦੇ ਵਿੱਚ ਇਹੋ ਜਿਹੀ ਤਬਦੀਲੀ ਕਰ ਦਿੰਦੀਆਂ ਨੇ ਵੀ ਰੁਕਣਾ ਪੈਂਦਾ ਹੈ। ਤਾਂ ਭਾਰਤ ਦੀਆਂ ਤਸਵੀਰਾਂ ਜਿਸ ਤਰੀਕੇ ਦੀਆਂ ਹੁਣ ਅਸੀਂ ਥੋੜ੍ਹੀ ਦੇਰ ਤੱਕ ਤੁਹਾਨੂੰ ਦਿਖਾਵਾਂਗੇ, ਉਹ ਦੇਖ ਕੇ ਤੁਸੀਂ ਵੀ ਮੈਨੂੰ ਜ਼ਰੂਰ ਦੱਸਣਾ ਵੀ ਕੀ ਇਹ ਸਹੀ ਹੈ ਜਾਂ ਗਲਤ ਹੈ, ਤੇ ਜੇ ਤੁਸੀਂ ਉਸ ਜਗ੍ਹਾ ਤੇ ਹੁੰਦੇ ਕੀ ਕਰਨਾ ਸੀ, ਤੇ ਜਾਂ ਫਿਰ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਸਰਕਾਰਾਂ ਕੀ ਕਰ ਸਕਦੀਆਂ ਨੇ। ਇਸ ਸੰਬੰਧੀ ਮੇਰੇ ਨਾਲ ਗੱਲ ਜ਼ਰੂਰ ਕਰਨਾ। ਫੋਨ ਨੰਬਰ ਜਿਹੜਾ ਹੈ ਟੀਵੀ ਸਕਰੀਨ ਤੇ ਤੁਹਾਡੇ ਸਾਹਮਣੇ ਹੈ, ਔਰ ਨੰਬਰ ਇੱਕ ਵਾਰੀ ਮੈਂ ਵੀ ਤੁਹਾਨੂੰ ਦੱਸ ਦਿੰਦੀ ਹਾਂ, 1888 923 2656 188892322656 ਇਹ ਫੋਨ ਨੰਬਰ ਹੈ। ਰਾਜੇਸ਼ ਗਿੱਲ ਜੀ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ। ਰਾਜੇਸ਼ ਜੀ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ, ਔਰ ਵਿਸਾਖੀ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਬਹੁਤ ਬਹੁਤ ਮੁਬਾਰਕਾਂ ਜੀ, ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਰਾਜੇਸ਼ ਜੀ, ਅੱਜ ਜਦੋਂ ਜੁੜੇ ਆ ਤਾਂ ਸਭ ਤੋਂ ਪਹਿਲਾਂ ਤਾਂ ਬਹੁਤ ਸਾਰੀਆਂ ਪਾਬੰਦੀਆਂ ਕਿੱਥੇ ਲੱਗੀਆਂ ਹੋਈਆਂ ਨੇ, ਕਿੱਥੇ ਨਹੀਂ ਲੱਗੀਆਂ, ਇਸ ਤੇ ਅਸੀਂ ਗੱਲ ਜ਼ਰੂਰ ਕਰਾਂਗੇ। ਕੁਝ ਤਸਵੀਰਾਂ ਅਜਿਹੀਆਂ ਪਹੁੰਚੀਆਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀਆਂ ਨੇ। ਉਸ ਤੋਂ ਪਹਿਲਾਂ ਤੁਸੀਂ ਅੰਮ੍ਰਿਤਸਰ ਦੇ ਵਿੱਚੋਂ, ਤੁਸੀਂ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਬੜਾ ਸ਼ੋਰ ਸ਼ਰਾਬਾ ਅੱਜ ਮਚਦਾ ਰਿਹਾ, ਔਰ ਜਲਿਆਂਵਾਲੇ ਬਾਗ ਸਾਕੇ ਦੇ ਜਿਹੜੇ ਸ਼ਹੀਦ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਜਾਂ ਹੋਰ ਮੈਂਬਰ ਨੇ, ਹੋਰ ਲੋਕ ਨੇ, ਕੁਝ ਸੰਸਥਾਵਾਂ ਨੇ, ਉਹ ਜਾਣਾ ਚਾਹੁੰਦੀਆਂ ਸੀਗੀਆਂ, ਉੱਥੇ ਨਤਮਸਤਕ ਹੋਣਾ ਚਾਹੁੰਦੀਆਂ ਸੀਗੀਆਂ, ਪਰ ਉਹਨਾਂ ਨੂੰ ਰੋਕ ਦਿੱਤਾ ਗਿਆ। ਕੀ ਓਵਰਆਲ ਉੱਥੇ ਚੱਲਿਆ ਤਾਂ ਕਿਉਂ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ? ਦੇਖੋ, ਸਭ ਤੋਂ ਵੱਡੀ ਗੱਲ ਕਿ ਵਿਸਾਖੀ ਦਾ ਦਿਹਾੜਾ ਜਿਹੜਾ ਉਹ ਕਿੰਨਾ ਕੁ ਮਹਾਨ ਦਿਹਾੜਾ ਹੈ, ਕਿੰਨਾ ਕੁ ਪਵਿੱਤਰ ਦਿਹਾੜਾ ਹੈ, ਇਹ ਨਾਲ ਕਈ ਚੀਜ਼ਾਂ ਜੁੜੀਆਂ ਹੋਈਆਂ ਨੇ, ਇਤਿਹਾਸਿਕ ਚੀਜ਼ਾਂ ਜੁੜੀਆਂ ਹੋਈਆਂ ਨੇ ਜੀ, ਤੇ ਸੁਖਾਂਤ ਜੁੜੇ ਹੋਏ ਨੇ, ਦੁਖਾਂਤ ਵੀ ਬਹੁਤ ਵੱਡੇ ਵੱਡੇ ਜੁੜੇ ਹੋਏ ਨੇ। ਔਰ ਸਭ ਤੋਂ ਵੱਡਾ ਦੁਖਾਂਤ ਜਿਹੜਾ ਜਲਿਆਂਵਾਲਾ ਬਾਗ ਵਾਲਾ ਜਿਹੜਾ ਮਾਸੈਕਰ ਸੀ, ਸਾਰੇ ਜਾਣਦੇ ਅਸੀਂ ਕਿ ਜਨਰਲ ਡਾਇਰ ਨੇ ਕਿਸ ਤਰ੍ਹਾਂ ਨਾਲ ਨਿਹੱਥੇ ਲੋਕਾਂ ਨੂੰ ਜਿਹੜਾ ਗੋਲੀਆਂ ਨਾਲ ਭੁੰਨ ਦਿੱਤਾ ਸੀ ਉਸ ਥਾਂ ਤੇ। ਤਾਂ ਉੱਥੇ ਜਿਹੜੇ ਦੇਸ਼ ਭਗਤ ਜਿਹੜੇ ਮਾਰੇ ਗਏ ਸੀ, ਜਿਨ੍ਹਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੀ, ਉਹਨਾਂ ਨੂੰ ਸ਼ਹੀਦ ਦਾ ਦਰਜਾ ਤਾਂ ਦੇ ਦਿੱਤਾ, ਪਰ ਉਹਨਾਂ ਸ਼ਹੀਦਾਂ ਨੂੰ ਨਮਨ ਕਰਨ ਵਾਸਤੇ, ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਮ ਲੋਕ ਨਹੀਂ ਗਏ ਸੀ, ਬਲਕਿ ਉਹ ਲੋਕ ਅੱਜ ਜਲਿਆਂਵਾਲੇ ਬਾਗ ਜਾ ਕੇ ਨਤਮਸਤਕ ਹੋਣਾ ਚਾਹੁੰਦੇ ਸੀ, ਜਿਨ੍ਹਾਂ ਦੇ ਆਪਣੇ ਗੋਲੀकांड ਦੇ ਵਿੱਚ ਸ਼ਹੀਦ ਹੋਏ ਸੀ। ਉਹਨਾਂ ਦੇ ਪਰਿਵਾਰ ਜਿਹੜਾ ਕੋਈ ਪੋਤਰਾ, ਕੋਈ ਉਹਨਾਂ ਦਾ ਕੋਈ ਹੋਰ ਜਿਹੜੇ ਰਿਸ਼ਤੇਦਾਰ, ਜਿਹੜੇ ਅਗਲੀ ਪੀੜ੍ਹੀ ਜਿਹੜੀ ਵੰਸ਼ਜ ਜਿਹਨਾਂ ਨੂੰ ਕਹਿੰਦੇ ਆ, ਉਹ ਜਿਹੜੇ ਸੀ ਉਹ ਜਲਿਆਂਵਾਲੇ ਬਾਗ ਪਹੁੰਚੇ। ਕੋਈ 30-35 ਪਰਿਵਾਰ ਸੀ। ਤਾਂ ਇਸ ਤੋਂ ਇਲਾਵਾ ਹੋਰ ਵੀ ਇੱਕ ਦੋ ਲੀਡਰ ਵੀ ਉੱਥੇ ਪਹੁੰਚੇ। ਤੇ ਜਦੋਂ ਇਹ ਸਾਰਾ ਕੁਝ ਬਹੁਤ ਜ਼ਿਆਦਾ ਰੌਲਾ ਪੈ ਗਿਆ ਮੀਡੀਆ ਤੇ, ਉਸ ਤੋਂ ਬਾਅਦ ਕਿਸਾਨ ਵੀ ਇੱਥੇ ਪਹੁੰਚ ਗਏ। ਸਭ ਤੋਂ ਪਹਿਲਾਂ ਉਹ ਪਰਿਵਾਰ ਪਹੁੰਚੇ ਜਿਨ੍ਹਾਂ ਦਾ ਸਭ ਤੋਂ ਵੱਧ ਹੱਕ ਬਣਦਾ ਹੈ ਉਸ ਜਲਿਆਂਵਾਲੇ ਬਾਗ ਦੀ ਮਿੱਟੀ ਨੂੰ ਆਪਣੇ ਮੱਥੇ ਤੇ ਲਾਉਣ ਦਾ, ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ, ਉਹ ਪਰਿਵਾਰ ਉੱਥੇ ਪਹੁੰਚੇ। ਔਰ ਜਦੋਂ ਉਹਨਾਂ ਨੇ ਦੇਖਿਆ ਕਿ ਗੇਟ ਅਜੇ ਵੀ ਬੰਦ ਹੈ, ਅਜੇ ਵੀ ਦਰਵਾਜ਼ੇ ਬੰਦ ਨੇ, ਅਜੇ ਕਿ ਇਹ ਜਿਹੜਾ ਜਲਿਆਂਵਾਲਾ ਬਾਗ ਹੈ ਰੈਨੋਵੇਸ਼ਨ ਦੇ ਨਾਂ ਤੇ ਇਹਨੂੰ ਬੰਦ ਕੀਤਿਆਂ ਨੂੰ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ, ਔਰ ਲਗਾਤਾਰ ਬੰਦ ਚੱਲ ਰਿਹਾ। ਵਿੱਚ ਪਹਿਲਾਂ ਰੈਨੋਵੇਸ਼ਨ ਦੇ ਨਾਂ ਨਾਲ ਬੰਦ ਕੀਤਾ ਸੀ, ਬਾਅਦ ਚ ਇਹ ਕਿਹਾ ਗਿਆ ਕਿ ਕੋਵਿਡ ਦੇ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਸ਼ਵੇਤ ਮਲਿਕ ਜਦੋਂ ਉੱਥੇ ਜਾਂਦੇ ਨੇ, ਉਹ ਕਹਿੰਦੇ ਨੇ ਕਿ ਇਹਦਾ ਕੰਮ ਜਿਹੜਾ ਵਾ ਉਹ ਮੁਕੰਮਲ ਹੋ ਚੁੱਕਾ ਹੈ ਤੇ ਕਿਸੇ ਵੀ ਵੇਲੇ ਇਹਨੂੰ ਖੋਲ ਦਿੱਤਾ ਜਾਵੇਗਾ। ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ 13 ਅਪ੍ਰੈਲ ਨੂੰ ਹੀ ਖੋਲਿਆ ਜਾਏਗਾ, ਪਰ 13 ਅਪ੍ਰੈਲ ਵੀ ਨਿਕਲ ਗਈ, ਨਹੀਂ ਖੋਲਿਆ ਗਿਆ। ਨਮੋਸ਼ੀ ਉਦੋਂ ਹੋਈ ਜਦੋਂ ਇਹ ਪਰਿਵਾਰ ਉੱਥੇ ਜਾ ਕੇ ਨਤਮਸਤਕ ਹੋਣਾ ਚਾਹੁੰਦੇ ਸੀ, ਇਹਨਾਂ ਨੂੰ ਬਾਹਰ ਹੀ ਰੋਕ ਲਿਆ ਗਿਆ। ਔਰ ਉੱਥੇ ਪੁਲਿਸ ਦੀ ਗਾਰਡ ਏਦਾਂ ਸੀ ਜਿੱਦਾਂ ਜਨਰਲ ਡਾਇਰ ਦੇ ਵੇਲੇ ਏਦਾਂ ਗਾਰਡ ਖੜੀ ਸੀ, ਇਸੇ ਢੰਗ ਨਾਲ ਉੱਥੇ ਬਾਹਰ ਗਾਰਡ ਖੜੀ ਸੀ ਪੁਲਿਸ ਦੀ, ਤੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਸੀਗਾ। ਤੇ ਉੱਥੇ ਹੀ ਉਹ ਧਰਨੇ ਤੇ ਬੈਠ ਗਏ। ਧਰਨੇ ਤੇ ਬੈਠ ਕੇ ਉਹਨਾਂ ਨੇ ਰੱਜ ਕੇ ਫਿਰ ਸਰਕਾਰਾਂ ਨੂੰ ਕੋਸਿਆ, ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅੱਜ ਸਿਰਫ ਗੋਲੀ ਚੱਲਣੀ ਬਾਕੀ ਹੈ, ਬਾਕੀ ਇਹਨਾਂ ਨੂੰ ਉਹੋ ਹੀ ਨਜ਼ਾਰਾ ਨਜ਼ਰ ਆ ਰਿਹਾ। ਇੱਥੇ ਜੋ ਰੌਲਟ ਐਕਟ ਦਾ ਵਿਰੋਧ ਕਰਨ ਵਾਸਤੇ ਇੱਥੇ ਲੋਕ ਇਕੱਠੇ ਹੋਏ ਸੀ, ਅਜਿਹਾ ਨਜ਼ਾਰਾ ਜਿਹੜਾ ਨਜ਼ਰ ਆ ਰਿਹਾ। ਔਰ ਇਸ ਤੋਂ ਬਾਅਦ ਜਲਿਆਂਵਾਲੇ ਬਾਗ ਦੇ ਵਿੱਚ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਲక్ష్ਮੀ ਕਾਂਤਾ ਚਾਵਲਾ, ਜਿਹੜੀ ਭਾਜਪਾ ਦੀ ਅਸੀਂ ਸਾਰੇ ਜਾਣਦੇ ਇੱਕ ਸੀਨੀਅਰ ਆਗੂ ਆ, ਔਰ ਹੈਲਥ ਮਿਨਿਸਟਰ ਵੀ ਰਹੇ, ਕੈਬਨਿਟ ਮਿਨਿਸਟਰ ਰਹੇ, ਉਹ ਪਹੁੰਚੇ ਉੱਥੇ। ਤੇ ਉਹਨਾਂ ਨੇ ਇੱਕ ਜਿਹੜੀ ਵੱਡੀ ਗੱਲ ਕਹੀ, ਉਹ ਵੱਡੀ ਗੱਲ ਵਾਕਿਆ ਹੀ ਸਾਰਿਆਂ ਨੂੰ ਹਿਲਾ ਦੇਣ ਵਾਲੀ। ਉਹਨਾਂ ਨੇ ਕਿਹਾ ਇਟਸ ਅ ਮੈਟਰ ਆਫ ਨੈਸ਼ਨਲ ਸ਼ੇਮ। ਇਹ ਇੱਕ ਜਿਹੜੀ ਕੌਮੀ ਬੇਸ਼ਰਮੀ ਵਾਲੀ ਗੱਲ ਹੈ ਕਿ ਜਿਸ ਢੰਗ ਨਾਲ ਅੱਜ ਇੱਥੇ ਸਲੂਕ ਹੋ ਰਿਹਾ ਹੈ ਔਰ ਜਿਸ ਢੰਗ ਨਾਲ ਰੋਕਿਆ ਗਿਆ ਹੈ। ਤੇ ਜਿਹੜੇ ਹੱਥਾਂ ਦੇ ਵਿੱਚ ਹਾਰ ਸਿਹਰੇ ਲੈ ਕੇ ਆਏ ਸੀ, ਉਹ ਹਾਰ ਸਿਹਰੇ ਜਿਹੜੇ ਆ ਉਹ ਬਾਹਰ ਗੇਟ ਦੇ ਉੱਤੇ ਚੜਾਉਣ ਨੂੰ ਮਜਬੂਰ ਸੀ, ਕਿ ਜਲਿਆਂਵਾਲੇ ਬਾਗ ਦੇ ਬਿਲਕੁਲ ਬਾਹਰ ਉੱਥੇ ਚੜਾਉਣ ਨੂੰ ਮਜਬੂਰ ਸੀ। ਤਮਾਮ ਜਿਹੜੀ ਚੀਜ਼ਾਂ ਚੱਲਦੀਆਂ ਸੀ, ਉਸ ਤੋਂ ਬਾਅਦ ਕਿਸਾਨਾਂ ਨੂੰ ਵੀ ਜਦੋਂ ਭਣਕ ਲੱਗੀ ਤਾਂ ਉਹ ਵੀ ਉੱਥੇ ਪਹੁੰਚੇ, ਕਿਸਾਨ ਵੀ ਉੱਥੇ ਧਰਨੇ ਤੇ ਬੈਠ ਗਏ। ਰਾਜੇਸ਼ ਜੀ, ਤਾਂ ਉਹਨਾਂ ਨੇ ਵੀ ਰਾਜੇਸ਼ ਜੀ, ਮੈਂ ਥੋੜੀ ਦੇਰ ਲਈ ਰੋਕ ਰਹੀ, ਇੱਕ ਕਾਲਰ ਵੀ ਆਪਣੇ ਨਾਲ ਜੁੜ ਰਹੇ ਨੇ, ਇਹਨਾਂ ਨਾਲ ਵੀ ਗੱਲ ਕਰੀਏ। ਜੀ ਸਰ, ਸਤਿ ਸ਼੍ਰੀ ਅਕਾਲ ਜੀ। ਓਕੇ ਰਾਜੇਸ਼ ਜੀ, ਤੁਸੀਂ ਗੱਲ ਕੰਟੀਨਿਊ ਰੱਖੋ, ਆਪਾਂ ਫਿਰ ਤੋਂ ਇਹਨਾਂ ਦੀ ਕਾਲ ਲੈਂਦੇ ਹਾਂ ਜੀ।
ਉਸ ਤੋਂ ਬਾਅਦ ਉੱਥੇ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਤੇ ਕਿਸਾਨ ਵੀ ਉੱਥੇ ਪਹੁੰਚ ਗਏ ਔਰ ਕਿਸਾਨਾਂ ਨੇ ਕਾਇਦਾ ਤੌਰ ਤੇ ਉੱਥੇ ਗੱਲ ਕੀਤੀ ਕਿ ਰੌਲਟ ਐਕਟ ਦਾ ਉਸ ਵੇਲੇ ਵਿਰੋਧ ਸੀ ਔਰ ਅੱਜ ਵਿਰੋਧ ਜਿਹੜਾ 3 ਖੇਤੀ ਕਾਨੂੰਨਾਂ ਦਾ ਵਿਰੋਧ ਹੈ। ਅੱਜ ਉਹੀ ਜਲਿਆਂਵਾਲਾ ਬਾਗ ਹੈ, ਅੱਜ ਉਹੀ ਦਿਹਾੜਾ ਹੈ ਤੇ ਇਸ ਕਰਕੇ ਉਹ ਇੱਥੇ ਨਤਮਸਤਕ ਆਏ ਨੇ, ਸ਼ਰਧਾਂਜਲੀ ਦੇਣ ਆਏ ਨੇ। ਇੱਥੋਂ ਸੇਧ ਲੈ ਕੇ ਉਹ ਹੋਰ ਆਪਣੇ ਦੇ ਵਿੱਚ ਬਲ ਪੈਦਾ ਕਰਨਾ ਚਾਹੁੰਦੇ ਨੇ ਕਿ ਜਿਹੜੇ 3 ਖੇਤੀ ਕਾਨੂੰਨਾਂ ਵਿਰੁੱਧ ਜਿਹੜੀ ਲੜਾਈ ਚੱਲ ਰਹੀ ਹੈ ਉਸ ਨੂੰ ਹੋਰ ਬਲ ਦੇਣ ਵਾਸਤੇ ਉਹ ਇੱਥੇ ਆਏ ਨੇ। ਪਰ ਉਹਨਾਂ ਨੂੰ ਵੀ ਬਾਹਰ ਹੀ ਬੈਠਣਾ ਪਿਆ, ਬਾਹਰ ਹੀ ਉਹਨਾਂ ਨੂੰ ਨਾਅਰੇਬਾਜ਼ੀ ਕਰਕੇ ਤੇ ਫਿਰ ਉੱਥੋਂ ਵਾਪਸ ਜਾਣਾ ਪਿਆ। ਇਹ ਅੱਜ ਦਾ ਆਲਮ ਸੀ ਜਿਹੜਾ ਕਿ ਬੜਾ ਹੀ ਕਹਿ ਸਕਦੇ ਹਾਂ ਕਿ ਵੱਖਰੀ ਕਿਸਮ ਦਾ ਇੱਕ ਲੱਗ ਰਿਹਾ ਸੀਗਾ ਕਿ ਲੋਕ ਪਹੁੰਚ ਰਹੇ ਨੇ, ਲੋਕ ਉੱਥੇ ਜਾ ਰਹੇ ਨੇ। ਦੇਖੋ ਸਭ ਤੋਂ ਵੱਡੀ ਗੱਲ ਤੇ ਇਹਨਾਂ ਨੂੰ ਤੇ ਬਾਹਰ ਰੋਕ ਲਿਆ ਗਿਆ, ਪਰ ਕਿਸੇ ਸਰਕਾਰੀ ਨੇ ਜਾਂ ਕਿਸੇ ਨੇ ਜਿਹੜੇ ਸ਼ਹੀਦਾਂ ਨੂੰ ਉੱਥੇ ਸ਼ਰਧਾਂਜਲੀ ਨਹੀਂ ਦਿੱਤੀ। ਉਸ ਥਾਂ ਤੇ ਜਿੱਥੇ ਕਿ ਹਥਿਆਰ ਉਲਟੇ ਕਰਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਠੀਕ ਹੈ। ਇਸ ਤੋਂ ਇਲਾਵਾ ਜਿਹੜਾ ਵਾ ਉੱਥੇ ਫੁੱਲ ਮਲਾਵਾ, ਸੇਰੇ ਵਗੈਰਾ ਜਾਂ ਜੋ ਵੀ ਕਹਿੰਦੇ ਨੇ ਉਹਨੂੰ, ਉਹ ਸਾਰਾ ਕੁਝ ਕੀਤਾ ਜਾਂਦਾ ਹੈ ਔਰ ਸ਼ਰਧਾਂਜਲੀ ਦੇ ਕੇ ਇੱਕ ਆਪਣੀ ਸ਼ਰਧਾ ਪ੍ਰਗਟ ਕੀਤੀ ਜਾਂਦੀ ਹੈ ਕਿ ਅਸੀਂ ਸ਼ਹੀਦਾਂ ਨੂੰ ਨਮਨ ਕਰਦੇ ਹਾਂ। ਉਹ ਕੁਝ ਵੀ ਨਹੀਂ ਹੋਇਆ। ਇਹ ਕਿਹਦਾ ਅਪਮਾਨ ਹੈ? ਇਹ ਬੜੀ ਵੱਡੀ ਸੋਚਣ ਵਾਲੀ ਗੱਲ ਹੈ। ਬਿਲਕੁਲ ਵੀ ਸ਼ਹੀਦਾਂ ਨੂੰ ਅੱਜ ਸਾਰੇ ਭੁੱਲ ਚੁੱਕੇ। ਕਾਲਰ ਵੀ ਆਪਣੇ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਇੱਥੋਂ ਕੈਨੇਡਾ ਤੋਂ ਬੋਲ ਰਿਹਾ ਜੀ, ਪੀਸੀ ਤੋਂ। ਜੀ ਸਰ। ਅਮਰਜੀਤ ਸਿੰਘ। ਹਾਂਜੀ ਅਮਰਜੀਤ ਜੀ ਸਰ। ਹਾਂਜੀ, ਐਂਡ ਜਿਹੜਾ ਸਬਜੈਕਟ ਹੈਗਾ ਨਾ ਕਰੋਨਾ ਦਾ ਤੇ ਵਿਸਾਖੀ ਦਾ ਤੇ ਜੋ ਡਿਸਕਸ ਹੋ ਰਿਹਾ ਟੀਵੀ ਤੇ, ਜੀ ਤੇ ਆਈ ਵਾਂਟ ਟੂ ਕਨਵੇ ਦਿਸ ਥਿੰਗ ਓਵਰ देयर that ਕਿ ਜਿਹੜਾ ਕਰੋਨਾ ਹੈ ਬੇਸਿਕਲੀ ਇਹ ਗਵਰਨਮੈਂਟ ਜਿਹੜੀ ਇੰਡੀਅਨ ਗਵਰਨਮੈਂਟ ਹੈ ਸੀਰੀਅਸ ਹੈ ਹੀ ਨਹੀਂ ਉਹਦੇ ਲਈ, ਕਦੇ ਵੀ ਨਹੀਂ, ਨੈਵਰ ਐਵਰ ਸੀਰੀਅਸ। ਕਿਉਂਕਿ ਦੇਖੋ ਕੁੰਭ ਮੇਲੇ ਚ ਲੱਖਾਂ ਲੋਕ ਆਏ ਹੈ, ਬਿਲਕੁਲ, ਐਂਡ ਲੱਖਾਂ ਲੋਕਾਂ ਨੇ ਉੱਥੇ ਪਾਰਟਿਸਿਪੇਟ ਕੀਤਾ ਹੈ। ਕੋਈ ਰੋਕਣ ਵਾਲਾ ਨਹੀਂ ਉਹਨਾਂ ਨੂੰ। ਕਿਉਂ? ਕਿ ਉਹ बीजेपी वांट्स दैट। मैं नहीं चाहूंगा कि चाहे गुरुद्वारा है, चाहे मंदिर है, चाहे मस्जिद कोई है। बिल्कुल सर। अमरजीत सर, अपने कोल दमदमा साहिब दियां भी तस्वीरां, श्री दमदमा साहिब दियां पहुंचियां, इस तो इलावा श्री अनंदपुर साहिब दियां तस्वीरां पहुंचियां, उत्थे भी लोग नतमस्तक होए और उत्थे भी किसी ने मास्क नहीं पाए हुए सी। टीवी स्क्रीन ते विजुअल्स जो है व्हाट आई एम टॉकिंग अबाउट जी। नहीं मैं देखो, क्योंकि मोदी ने जान जेड बीजेपी है, हां जी, they are playing like differently in India. Like election ਦੇ ਰੈਲੀ ਜਾ ਰਹੇ ਹੈ, ਜਦੋਂ ਪ੍ਰਾਈਮ ਮਿਨਿਸਟਰ ਜਾ ਰਿਹਾ ਹੈ, ਹੋਮ ਮਿਨਿਸਟਰ ਜਾ ਰਿਹਾ ਹੈ, ਉਹਨਾਂ ਦੀ ਮਿਨਿਸਟਰੀ ਜਾ ਰਹੀ ਹੈ ਸਾਰੀ, ਨੋਟ ਓਵਰ ਹੇਅਰ। ਪੰਜਾਬ ਚ ਕਾਂਗਰਸ ਰੈਲੀ ਕਰ ਰਹੀ ਹੈ, ਅਕਾਲੀ ਰੈਲੀ ਕਰ ਰਹੇ ਹੈ। ਤੇ ਦੈਨ ਪੀਪਲ ਜਿਹੜੇ ਸੋਸਾਇਟੀ ਹੈ ਉਹ ਸੋਚਦੀ ਹੈ ਕਿ ਅਗਰ ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਦੈਨ ਸਾਨੂੰ ਕੀ ਪ੍ਰੋਬਲਮ ਹੈਗੀ ਹੈ। ਜੀ ਬਿਲਕੁਲ। ਕਿਉਂਕਿ ਸਾਨੂੰ ਜਿਹੜੇ ਅਸੀਂ ਰੋਲ ਮਾਡਲ ਉਲਟ ਬਣ ਰਹੇ, ਜਿਵੇਂ ਅਸੀਂ ਸਟੂਡੈਂਟ ਨੂੰ ਚਾਹੁੰਦੇ ਹਾਂ ਕਿ ਜਿਹੜਾ ਸਟੂਡੈਂਟ ਹੈ ਉਹ ਓਬੀਡੀਐਂਟ ਹੋਵੇ, ਟੀਚਰ ਦੀ ਕੋਈ ਪਰਵਾਹ ਨਹੀਂ ਹੈ, ਪ੍ਰਿੰਸੀਪਲ ਦੀ ਕੋਈ ਪਰਵਾਹ ਨਹੀਂ ਹੈ, ਐਜੂਕੇਸ਼ਨ ਮਿਨਿਸਟਰ ਦੀ ਕੋਈ ਪਰਵਾਹ ਨਹੀਂ। ਸ਼ੁਰੂ ਹੋਣਾ ਪਏਗਾ ਉੱਪਰੋਂ। ਐਜੂਕੇਸ਼ਨ ਮਿਨਿਸਟਰ ਸ਼ੁੱਡ ਬੀ ਰਿਸਪੌਂਸਿਬਲ, ਡਿਸਿਪਲਿਨਡ ਹੋਵੇ, ਪ੍ਰਿੰਸੀਪਲ ਡਿਸਿਪਲਿਨਡ ਹੋਵੇ, ਟੀਚਰ ਡਿਸਿਪਲਿਨ, ਫਿਰ ਸਟੂਡੈਂਟ ਡਿਸਿਪਲਿਨ ਹੋਣਗੇ। ਸੇਮ ਇਜ਼ ਦਾ ਸੋਸਾਇਟੀ। ਜਿਹੜੀ ਗਵਰਨਮੈਂਟ ਵੀ ਸਾਡੀ ਜਿਹੜੀ ਹੈਗੀ ਆ ਉਹ डिसिप्लिन से नहीं आ रही है, एंड सब करप्ट गया। इलेक्शन वोट बैंक इज द ओनली थिंग ਜਿਹੜੀ ਉਹਨਾਂ ਨੂੰ ਕਰਪਟ ਕਰੀ ਜਾ ਰਹੀ ਹੈ ਅੱਜ ਕੱਲ੍ਹ। ਤੇ I can pray to Almighty ਕਿ ਇਹਨਾਂ ਨੂੰ ਕੋਈ good sense should prevail upon them, which is not possible, ਲੱਗਦਾ ਨਹੀਂ ਹੈਗਾ, ਪਰ we can still pray। ਜੀ ਹਾਂਜੀ ਬਿਲकुल ਸਰ। थैंक यू सो मच सर, गल अपनी रखन दे रही और बिल्कुल सही गल राजेश जी अमरजीत जी ने जिस तरीके नाल कही है भी डिसिपलिन है जिहड़ा वो वाकई शुरुआत जदों सरकारां ही नहीं करनगियां, जदों रैलियां दे विच भीड़ लग रही है, हर थां ते भीड़ पै रही है, तो फिर जनता नूं ये लगदा भी शायद सब कुछ ठीक ही चल रहा, तो लोग भी नहीं रुक रहे। पहला तो सरकारां नूं भी कहंदे ना अपने मंजी थले जिहड़ा सोटा फेरना, पहला तो वो करना पएगा, उस तो बाद ही लोकां तक ये चीज़ ये मैसेज पहुंच पाएगा तो इस चीज़ नूं सीरीयस लैणगे। हालांकि मेरा इत्थे भी मनना भी लोगों को अपने बिहाफ दे उत्ते भी है अपनी जान बारे सोचना चाहिए है। और ये मैसेज जो असीं कल भी शो किया सी, कल भी यही गल कीती सीगी भी जदों सरकारां जे सीरीयस नहीं है, तुहानूं लगदा है भी तुहाडे मुल्क दी सरकार सही तरीके नाल जिहड़ी है नहीं पाबंदियां नूं कह सकदे इंप्लीमेंट कर रही, या उन्हां अपणियां रैलियां दे विच जो हो रहा भीड़ इकट्ठी कीती जा रही है, सोचा नहीं जा रहा, कुछ थावां दे उत्ते सिर्फ पाबंदियां लागू कर दित्तियां गईयां ने, तो लोग अपने बिहाफ दे उत्ते समझदारी दे नाल फैसला करन ते ना जाण इदां दे क्राउड दे विच
क्योंकि जान जिहड़ी है वो लोकां दी नूं खतरा है, उहदे विच सरकारां ने कुछ नहीं कर पाना। सो खैर एनीवे जदों असीं गल कर रहे सीगे भी जलियांवाले बाग दे जिहड़े साके दे विच शहीद होया है भी लोग इन्ना सरकारां ही उन्हां नूं इन्ना भुल चुकियां ने भी ना कोई सूबे तो कोई पहुंचिया, स्टेट मिनिस्टर कोई भी, कोई आगू, कोई MP, कोई MLA कोई नहीं इत्थे पहुंचिया। तो इस तो इलावा खैर कह सकते भी केंद्र सरकार ने तो इस बाबत सोचना ही की सीगा। इस तो इलावा फिर की उत्थे सारा दिन राजेश जी यही चलता रहा कि एंड होया उस चीज का? देखो गल उत्थे ही आके मुक्ती है, क्योंकि जिथे असीं एक पासे गल करते हैं कि तख्त श्री दमदमा साहब या होर थावां ते आनंदपुर साहब या तुसीं कुंभ दे मेले दा ला लो, उत्थे जिस ढंग नाल एडी वड्डी संख्या दे विच श्रद्धालु पहुंच रहे ने, किसी ने मास्क नहीं पाया, सोशल डिस्टेंसिंग जिहड़ी आ वो छिक्के टंगी है, वो सब कुछ जिहड़ियां चीज़ां जदों असीं गल कर रहे हैं ते इत्थे तां सिर्फ 30-35 परिवार सी, उन्हां नूं थोड़ा जिहा रस्ता दे के क्यों नहीं उत्थे शहीदां नूं नमन करन दित्ता गया, क्यों नहीं शहीदां दे कोल ਜਿਹੜਾ ਕਿ ਸਭ ਤੋਂ ਵੱਧ ਉਹਨਾਂ ਦਾ ਹੱਕ ਬਣਦਾ ਸੀ, ਉਹਨਾਂ ਦਾ ਰਾਈਟ ਬਣਦਾ ਸੀਗਾ, ਉਹਨਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਗਿਆ? ਇਹ ਬਹੁਤ ਵੱਡਾ ਸਵਾਲ ਹੈ। ਔਰ ਇਸੇ ਕਰਕੇ ਹੀ ਜਿਹੜਾ ਅੱਜ ਲక్ష్ਮੀ ਕਾਂਤਾ ਚਾਵਲਾ ਨੇ ਜਿਹੜਾ ਕੋਟ ਕੀਤਾ, ਜਿਹੜੀ ਗੱਲ ਕਹੀ, ਇਟਸ ਅ ਮੈਟਰ ਆਫ ਨੈਸ਼ਨਲ ਸ਼ੇਮ, ਇਸੇ ਕੀ ਹੈ ਕਿ ਤੁਸੀਂ ਇੱਕ ਪਾਸੇ ਦੇਖੋ ਦੋਹਰੀਆਂ ਨੀਤੀਆਂ ਜਦੋਂ ਅਪਣਾਉਂਦੇ ਸਰਕਾਰ ਅਪਣਾਉਂਦੀ ਹੈ ਤਾਂ ਉਦੋਂ ਲੋਕਾਂ ਦੇ ਵਿੱਚ ਅਨਰੈਸਟ ਪੈਦਾ ਹੁੰਦਾ, ਵਿਰੋਧ ਦੀ ਭਾਵਨਾ ਪੈਦਾ ਹੁੰਦੀ ਹੈ। ਉਹ ਚੀਜ਼ਾਂ ਵੇਖਣ ਨੂੰ ਮਿਲ ਗਈਆਂ ਕਿ ਤੁਸੀਂ ਕਿਵੇਂ ਇੰਪਲੀਮੈਂਟ ਕਰ ਲਓਗੇ, ਕਿਵੇਂ ਤੁਸੀਂ ਆਪਣੀਆਂ ਜਿਹੜੀਆਂ ਬਣਾਏ ਤੇ ਨਿਯਮਾਂ ਨੂੰ ਕਹੋਗੇ। ਹੁਣ ਦੇਖੋ ਥਾਂ ਥਾਂ ਦੇ ਚੌਂਕਾਂ 'ਚ, ਹਰ ਚੌਂਕ ਚੌਰਾਹੇ 'ਚ ਲੜਾਈਆਂ ਹੋ ਰਹੀਆਂ, ਝਗੜੇ ਹੋ ਰਹੇ ਨੇ, ਲੋਕ ਪੁਲਿਸ ਤੇ ਗੱਲ ਪੈ ਰਹੇ ਨੇ। ਜਦੋਂ ਉਹਨਾਂ ਨੂੰ ਕਹਿੰਦੇ 1000 ਰੁਪਏ ਦਾ ਚਲਾਨ ਕਟਾਓ, ਤਾਂ ਅਸੀਂ ਰੋਜ਼ ਵੀਡੀਓਜ਼ ਦੇਖਦੇ ਹਾਂ। ਔਰ ਇਹ ਸਿਰਫ ਇਸੇ ਗੱਲ ਦਾ ਨਤੀਜਾ ਹੈ ਕਿ ਦੋਹਰੇ ਮਾਪਦੰਡ ਜਿਹੜੇ ਸਰਕਾਰ ਦੇ, ਦੋਹਰੇ ਵੀ ਤੇਰੇ ਚੌੜੇ ਮਾਪਦੰਡ ਜਿਹੜੇ ਸਰਕਾਰ ਦੇ ਨੇ, ਸਰਕਾਰਾਂ ਦੇ ਨੇ, ਉਸੇ ਕਰਕੇ ਹੀ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਔਰ ਹਰ ਦਿਮਾਗ ਦੇ ਵਿੱਚ ਇੱਕ ਨਹੀਂ ਕਈ ਸਵਾਲ ਖੜੇ ਹੋ ਜਾਂਦੇ ਨੇ ਕਿ ਅਜੇ ਇਹ ਏਦਾਂ ਵਾ ਤੇ ਏਦਾਂ ਕਿਉਂ ਵਾ, ਜੇ ਏਦਾਂ ਵਾ ਤੇ ਏਦਾਂ ਕਿਉਂ ਵਾ। ਤੁਸੀਂ ਕੋਈ ਲੌਜੀਕਲ ਗੱਲ ਕਾਲੀ ਹੈ, ਤੁਸੀਂ ਹਰ ਚੀਜ਼ ਜਿਹੜੀ ਹੈ ਲੌਜੀਕਲ ਕਰਕੇ ਲੋਕਾਂ ਦੇ ਉੱਤੇ ਥੋਪਣ ਦੀ ਜਦੋਂ ਕੋਸ਼ਿਸ਼ ਕਰੋਗੇ ਤਾਂ ਅਜਿਹੇ ਨਤੀਜੇ ਸਾਹਮਣੇ ਆਉਣਗੇ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਲੋਕਾਂ ਨੂੰ ਆਪ ਧਿਆਨ ਰੱਖਣਾ ਪਏਗਾ, ਕਹਿ ਸਕਦੇ ਆ ਕਿ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਆਪ ਹੈ, ਪਰ ਉਹ ਹਰ ਕੋਈ ਨਹੀਂ ਕਰ ਸਕਦਾ। ਤਾਂ ਇਸੇ ਕਰਕੇ ਜੇ ਕਰੋਨਾ ਜਿਹੜੀ ਆ ਮੋਸਟ ਕੰਟੇਜੀਅਸ ਜਿਹੜਾ ਵਾ, ਸਭ ਤੋਂ ਵੱਧ ਤੇਜ਼ੀ ਨਾਲ ਸਪਰੈਡ ਹੋਣ ਵਾਲਾ ਜਿਹੜਾ UK ਸਟ੍ਰੇਨ ਹੈ, ਜੇ ਉਹ ਤੋਂ ਬਚਣਾ ਹੈ ਤਾਂ ਫਿਰ ਤਾਂ ਹਰ ਤਰ੍ਹਾਂ ਦੇ ਪ੍ਰੀਕਾਸ਼ਨ ਲੈਣੇ ਪੈਣਗੇ। ਔਰ ਸਰਕਾਰ ਨੂੰ ਪਹਿਲਾਂ ਆਪਣੇ ਤੇ ਲਾਗੂ ਕਰਨਾ ਪਏਗਾ, ਉਸ ਤੋਂ ਬਾਅਦ ਆਮ ਲੋਕਾਂ ਤੇ ਥੋਪੇਗਾ। ਬਚਨ ਦੇ ਉੱਤੇ ਹੀ ਰਾਜੇਸ਼ ਜੀ ਪਹਿਲਾਂ ਫਿਰ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਇੱਕ ਵਾਰੀ ਆਪਾਂ ਦੇਖ ਲੈਂਦੇ ਆ। ਜੇ ਤਸਵੀਰਾਂ ਦੇਖੋ, ਇਹ ਹੈਗੀਆਂ ਨੇ ਕੁੰਭ ਦੇ ਮੇਲੇ ਦੀਆਂ ਤਸਵੀਰਾਂ ਨੇ, ਇੱਕ ਪਾਸੇ ਹਰਿਦੁਆਰ ਦੀਆਂ ਤੇ ਦੂਜੇ ਪਾਸੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਕਹਿ ਸਕਦੇ ਆ। ਵਿਸਾਖੀ ਵਾਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਦਮਦਮਾ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਲੋਕ ਨਤਮਸਤਕ ਹੋਏ। ਬੇਸ਼ੱਕ ਵਿਸਾਖੀ ਦਾ ਮੌਕਾ ਸੀ ਤੇ ਲੋਕ ਜਿਹੜਾ ਹੈ ਆਪਣੇ ਆਪ ਨੂੰ, ਆਪਣੀ ਆਸਥਾ ਨੂੰ ਨਹੀਂ ਰੋਕ ਪਾਉਂਦੇ ਉਸ ਤਰੀਕੇ ਨਾਲ। ਠੀਕ ਹੈ, ਜਾਓ, ਉੱਥੇ ਗਏ ਵੀ ਤੁਸੀਂ ਲੋਕ ਦੇਖ ਵੀ ਸਕਦੇ ਹੋ। ਇਹ ਤੇ ਸਿਰਫ ਇੱਕਾ ਦੁੱਕਾ ਲੋਕ ਹੀ ਸ਼ਾਇਦ ਇਹਨਾਂ ਵਿਜ਼ੂਅਲਸ ਦੇ ਵਿੱਚ ਰਾਜੇਸ਼ੀ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੇ ਮਾਸਕ ਪਾਏ ਹੋਏ ਨੇ, ਔਰ ਜ਼ਿਆਦਾਤਰ ਲੋਕਾਂ ਨੇ ਜਿਹੜੇ ਮਾਸਕ ਵਗੈਰਾ ਨਹੀਂ ਪਾਏ ਹੋਏ, ਪ੍ਰੀਕਾਸ਼ਨਸ ਨਹੀਂ ਲਏ ਹੋਏ। ਦੂਜੇ ਪਾਸੇ ਕੁੰਭ ਦੇ ਮੇਲੇ ਦੀਆਂ ਤਸਵੀਰਾਂ ਹਰਿਦੁਆਰ ਦੀਆਂ ਦਿਖਾਈ ਦੇ ਰਹੀਆਂ ਨੇ। 12-13 ਦਿਨਾਂ ਤੋਂ ਇਹ ਲਗਾਤਾਰ ਚੱਲ ਰਿਹਾ ਹੈ ਔਰ ਹਰ ਸਾਲ ਹੀ ਹੁੰਦਾ ਹੈ। ਸੋ ਇਹ ਤਸਵੀਰਾਂ ਦੇਖ ਕੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਚਿੰਤਾ ਪੈਦਾ ਕਰ ਰਹੀਆਂ ਨੇ। ਕੁੰਭ ਦੇ ਮੇਲੇ ਦੇ ਵਿੱਚ ਨਾ ਤਾਂ ਕੋਈ ਥਰਮਲ ਸਕਰੀਨਿੰਗ, ਨਾ ਕੋਈ ਮਾਸਕ ਉੱਥੇ ਪਾਇਆ ਗਿਆ, ਕੁਛ ਇਦਾਂ ਦਾ ਦਿਖਾਈ ਨਹੀਂ ਦੇ ਰਿਹਾ। ਇੰਡੀਅਨ ਐਕਸਪ੍ਰੈਸ ਦੀ ਖਬਰ ਦੇ ਮੁਤਾਬਕ ਸੋਮਵਾਰ ਨੂੰ ਜਦੋਂ ਸ਼ਾਹੀ ਇਸ਼ਨਾਨ ਦੇ ਲਈ ਕਰੀਬ 28 ਲੱਖ ਸ਼ਰਧਾਲੂ ਜਿਹੜੇ ਨੇ ਉਹ ਪਹੁੰਚੇ। ਮੈਡੀਕਲ ਵਿਭਾਗ ਦੇ ਮੁਤਾਬਕ ਐਤਵਾਰ ਨੂੰ 11:30 ਵਜੇ ਤੋਂ ਲੈ ਕੇ ਸੋਮਵਾਰ 5 ਵਜੇ ਤੱਕ 18,169 ਤੋਂ ਵੱਧ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਇਹਨਾਂ ਦੇ ਵਿੱਚੋਂ 102 ਜਿਹੜੇ ਨੇ ਉਹ ਪੋਜ਼ਿਟਿਵ ਕੇਸ ਸਾਹਮਣੇ ਆਏ। ਸੋ ਉਹਨਾਂ ਨੇ ਹਰਿਦੁਆਰ ਰੇਲਵੇ ਸਟੇਸ਼ਨ ਤੋਂ ਹਰ ਕੀ ਪੌੜੀ ਤੱਕ 10 ਕਿਲੋਮੀਟਰ ਦੇ ਸਫ਼ਰ ਦੇ ਦੌਰਾਨ ਇਹ ਦੇਖਿਆ ਕਿ ਕੋਈ ਥਰਮਲ ਸਕਰੀਨਿੰਗ ਨਹੀਂ ਹੈ, ਨਾ ਹੀ ਕੋਈ ਮਾਸਕ ਕਿਸੇ ਨੇ ਪਾਇਆ ਹੋਇਆ ਤੇ ਕਿਸੇ ਦੇ ਖਿਲਾਫ ਜਿਹੜੀ ਹੈ ਇੱਥੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ। ਹੁਣ ਜਦੋਂ ਇਹ ਹਾਲਾਤ ਬਣੇ ਹੋਏ ਨੇ ਤਾਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਵੀ ਸਾਰੇ ਕਿਤੇ ਰੋਕ ਲਗਾਉਣੀ ਪਏਗੀ। ਅਜਿਹੇ ਦੇ ਵਿੱਚ ਇੱਕ ਹੋਰ ਖਬਰ ਦਾ ਮੈਂ ਜ਼ਿਕਰ ਕਰ ਦੇਣੀ, ਵਿਜ਼ੂਅਲਸ ਤੁਹਾਡੀ ਟੀਵੀ ਸਕਰੀਨ ਤੇ ਆ, ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਆਪ ਹੀ ਫੈਸਲਾ ਕਰੋ ਵੀ ਇਹਨਾਂ ਤਸਵੀਰਾਂ ਨੂੰ ਦੇਖ ਕੇ ਕੋਈ ਕੀ ਸੋਚ ਸਕਦਾ ਹੈ ਤੇ ਕੀ ਕਰ ਸਕਦਾ ਹੈ। ਕੀ ਇਹ ਸਹੀ ਹੈ ਵੀ ਅਸੀਂ ਸਿਰਫ
ਆਸਥਾ ਨੂੰ ਲੈ ਕੇ ਆਪਣੇ ਨੋ ਡਾਊਟ ਸਾਨੂੰ ਲੱਗਦਾ ਵੀ ਧਾਰਮਿਕ ਅਦਾਰੇ ਦੇ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ ਤਾਂ ਉਹ ਠੀਕ ਹੈ, ਆਪਣੇ ਮਨ ਦੀ ਸ਼ਾਂਤੀ ਲਈ ਅਸੀਂ ਸਭ ਕੁਝ ਕਰਦੇ ਹਾਂ। ਪਰ ਜੇ ਵਾਇਰਸ ਆਲਰੇਡੀ ਸਾਡੇ ਵਿੱਚ ਆ ਚੁੱਕਿਆ ਹੋਇਆ ਤਾਂ ਕੀ ਇਹਨੂੰ ਇਸ ਤਰੀਕੇ ਨਾਲ ਖਤਮ ਕੀਤਾ ਜਾ ਸਕਦਾ ਹੈ? ਦੂਜੇ ਪਾਸੇ ਇੱਕ ਖਬਰ ਦਾ ਮੈਂ ਜ਼ਿਕਰ ਕਰਨ ਲੱਗੀ ਹਾਂ। ਦਿੱਲੀ ਹਾਈ ਕੋਰਟ ਨੇ ਜਿਹੜੀ ਹੈ ਇੱਕ ਮਸਜਿਦ ਨੂੰ ਕਹਿ ਸਕਦੇ ਆ ਵੀ ਮਨਜ਼ੂਰੀ ਦਿੱਤੀ ਹੈ। ਉਹਨਾਂ ਕਿਹਾ ਵੀ ਆਉਣ ਵਾਲੀ ਜਿਹੜੀ ਹੈਗੀ ਹੈ ਗਿਣਤੀ, ਯਾਨੀ ਕਿ ਕਹਿ ਸਕਦੇ ਆ ਵੀ ਦਿੱਲੀ ਪੁਲਿਸ ਔਰ ਸਰਕਾਰ ਨੇ, ਕੇਂਦਰ ਸਰਕਾਰ ਨੇ ਮਿਲ ਕੇ ਹਾਈ ਕੋਰਟ ਨੂੰ ਨਿਜ਼ਾਮੁਦੀਨ ਜਿਹੜੀ ਮਰਕਜ਼ ਹੈ ਉਹਦੇ ਅੰਦਰ ਨਮਾਜ਼ ਦੀ ਆਗਿਆ ਜਿਹੜੀ ਹੈ ਉਹ ਦੇ ਦਿੱਤੀ ਹੈ ਹਾਈ ਕੋਰਟ ਨੇ। ਦਰਅਸਲ ਇੱਕ ਖਬਰ ਦੇ ਮੁਤਾਬਕ ਅਦਾਲਤ ਨੇ ਇਹ ਕਿਹਾ ਵੀ ਜੇਕਰ ਕਿਸੇ ਹੋਰ ਧਾਰਮਿਕ ਥਾਂ ਦੇ ਉੱਤੇ ਲੋਕਾਂ ਦੇ ਪ੍ਰਵੇਸ਼ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਹੈ ਤਾਂ ਫਿਰ ਮਸਜਿਦ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਸੀਮਤ ਗਿਣਤੀ ਕਿਉਂ ਜਿਹੜੀ ਉਹ ਕੀਤੀ ਜਾਏ। ਅਦਾਲਤ ਨੇ ਕੇਂਦਰ ਤੇ ਦਿੱਲੀ ਪੁਲਿਸ ਨੂੰ ਰਮਜ਼ਾਨ ਦੌਰਾਨ ਨਮਾਜ਼ ਅਦਾ ਕਰਨ ਦੇ ਲਈ ਮਸਜਿਦ ਬੰਗਲੇ ਵਾਲੀ DDMA ਦੇ ਨਿਰਦੇਸ਼ਾਂ ਦੇ ਹੇਠ ਖੋਲਣ ਦੇ ਲਈ ਕਹਿ ਦਿੱਤਾ ਹੈ। ਸੋ ਅਦਾਲਤ ਨੇ ਕੇਂਦਰ ਤੇ ਦਿੱਲੀ ਪੁਲਿਸ ਦੇ ਵੱਲੋਂ 20 ਲੋਕਾਂ ਨੂੰ ਅੰਦਰ ਜਾਣ ਦੇ ਲਈ ਪਾਈ ਗਈ ਜਿਹੜੀ ਅਰਜ਼ੀ ਹੈ ਉਸ ਨੂੰ ਖਾਰਜ ਕਰ ਦਿੱਤਾ ਗਿਆ। ਇਹ ਅਰਜ਼ੀ ਪਾਈ ਗਈ ਸੀ ਦਿੱਲੀ ਪੁਲਿਸ ਤੇ ਸਰਕਾਰ ਦੇ ਵੱਲੋਂ ਵੀ ਰਮਜ਼ਾਨ ਦੇ ਮੌਕੇ ਦੇ ਉੱਤੇ ਜਿਹੜਾ ਕਰਾਊਡ ਹੈ ਉਹਨੂੰ ਘਟਾਇਆ ਜਾਏ ਵੀ ਮਸਜਿਦ ਦੇ ਵਿੱਚ, ਕਿਉਂਕਿ ਕਰੋਨਾ ਜਿਹੜਾ ਉਹ ਵੀ ਹੈ ਆਪਣੇ ਆਪ ਦੇ ਵਿੱਚ ਕੋਵਿਡ ਨੂੰ ਲੈ ਕੇ ਵੀ ਇਹ ਫੈਸਲਾ ਜਿਹੜਾ ਕੀਤਾ ਗਿਆ। ਪਰ ਫਿਲਹਾਲ ਤਾਂ ਹਾਈ ਕੋਰਟ ਨੇ ਕੇਂਦਰ ਸਰਕਾਰ ਦੀ ਤੇ ਦਿੱਲੀ ਪੁਲਿਸ ਦੀ ਇਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਵੀ ਜਦੋਂ ਬਾਕੀ ਥਾਵਾਂ ਦੇ ਉੱਤੇ ਭੀੜ ਨਹੀਂ ਰੁਕ ਰਹੀ ਤਾਂ ਫਿਰ ਇੱਥੇ ਵੀ ਜਿਹੜੇ ਲੋਕ ਨੇ ਰਮਜ਼ਾਨ ਦੇ ਲਈ ਜਾ ਸਕਦੇ ਨੇ। ਸੋ ਦੂਜੇ ਪਾਸੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀ ਜਦੋਂ ਲੋਕ ਪਹੁੰਚ ਰਹੇ ਨੇ ਧਾਰਮਿਕ ਸਥਾਨਾਂ ਦੇ ਉੱਤੇ ਤਾਂ ਕੀ ਇੱਥੇ ਹਾਲਾਤ ਬਣੇ ਹੋਏ ਨੇ ਔਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਾ ਰਹੇ ਨੇ। ਹੁਣ ਜੇ 102 ਲੋਕ ਇੱਥੇ ਪੋਜ਼ਿਟਿਵ ਪਾਏ ਗਏ ਨੇ ਤਾਂ ਕੀ ਉਹ 102 ਜਿਹੜੇ ਨੇ ਉਹ ਹੋਰਾਂ ਦੇ ਸੰਪਰਕ ਵਿੱਚ ਨਹੀਂ ਆਏ ਹੋਣਗੇ? ਪਾਣੀ ਦੇ ਵਿੱਚ ਜਦੋਂ ਇਸ਼ਨਾਨ ਕੀਤਾ ਜਾ ਰਿਹਾ ਹੈ ਤਾਂ ਕੀ ਉਦੋਂ ਉਸ ਪਾਣੀ ਦੇ ਵਿੱਚ ਜਿਹੜੇ ਹੋਰ ਲੋਕ ਵੀ ਉਹਨਾਂ ਦੇ ਨਾਲ ਵੜੇ ਹੋਣਗੇ? ਕੀ ਉਹਨਾਂ ਨੂੰ ਸੇਫਟੀ ਲੱਗ ਰਹੀ ਹੋਏਗੀ? ਸੋ ਇਹ ਆਪਣੇ ਆਪ ਦੇ ਵਿੱਚ ਤਸਵੀਰਾਂ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰ ਰਹੀਆਂ ਨੇ। ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਚੱਲਦੀਆਂ ਹੀ ਰਹਿਣਗੀਆਂ। ਨਾਲ ਰਾਜੇਸ਼ ਜੀ ਵੀ ਮੇਰੇ ਨਾਲ ਜੁੜ ਗਏ ਨੇ। ਰਾਜੇਸ਼ ਜੀ, ਆਪਾਂ ਵੀ ਇਸ ਤੇ ਗੱਲ ਕਰਦੇ ਹਾਂ ਵੀ ਠੀਕ ਹੈ, ਲੋਕ ਜਾਣਾ ਚਾਹੁੰਦੇ ਸੀਗੇ, ਵਿਸਾਖੀ ਵਾਲੇ ਮੌਕੇ ਵੀ ਲੋਕਾਂ ਨੂੰ ਸੀਗਾ ਵੀ ਮੱਥਾ ਟੇਕ ਕੇ ਆਈਏ, ਅਸੀਂ ਅਰਦਾਸ ਕਰਨ ਜਾਣਾ ਹੈ। ਦੂਜੇ ਪਾਸੇ ਹਰ ਸਾਲ ਹੋਣ ਵਾਲਾ ਕੁੰਭ ਦਾ ਮੇਲਾ, ਅਸੀਂ ਕੱਲ ਗੱਲ ਕਰ ਰਹੇ ਸੀ ਵੀ ਅਮਰਨਾਥ ਯਾਤਰਾ ਜਿਹੜੀ ਹੈ ਉਹਨੂੰ ਲੈ ਕੇ ਵੀ ਰਜਿਸਟ੍ਰੇਸ਼ਨਸ ਜਿਹੜੀਆਂ ਨੇ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਨੇ ਤੇ ਹਜੇ ਹਾਲਾਤ ਤਾਂ ਇਹ ਬਣੇ ਹੋਏ ਨੇ। ਕਰੋਨਾ ਨੂੰ ਲੈ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵੈਕਸੀਨ ਵੱਧ ਤੋਂ ਵੱਧ ਦੇਸ਼ਾਂ ਨੂੰ ਮਿਲ ਸਕੇ, ਲੋਕ ਬਚ ਸਕਣ। ਹਾਲ ਹੀ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੇ ਹੈ ਘੱਟੋ ਘੱਟ 1 ਲੱਖ ਤੋਂ ਉੱਤੇ ਕੇਸ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ। ਤਾਂ ਕੀ ਇਹ ਸਹੀ ਹੈ ਜਦੋਂ ਇਦਾਂ ਦੇ ਇਕੱਠ ਹੋ ਰਹੇ ਨੇ ਉਹਨਾਂ ਦੇ ਵਿੱਚ ਮਤਲਬ ਕਹਿ ਸਕਦੇ ਆ ਵੀ ਲੋਕ ਆਪਣੇ ਤੌਰ ਦੇ ਉੱਤੇ ਜਿਵੇਂ ਵੀ ਫੈਸਲਾ ਕਰ ਰਹੇ ਨੇ, ਭੀੜ ਇਕੱਠੀ ਕਰ ਰਹੇ ਨੇ, ਤਾਂ ਉਹ ਸਹੀ ਫੈਸਲਾ ਹੈ? ਇੱਕ ਕਾਲਰ ਵੀ ਜੁੜ ਰਹੇ ਨੇ, ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਪੁੱਛਣਾ ਚਾਹਾਂਗੀ। ਮੇਰੀ ਡੇਲੀ ਤੁਹਾਡੇ ਨਾਲ ਗੱਲ ਹੁੰਦੀ ਪਰ ਮੈਂ ਨਾਮ ਨਹੀਂ ਪੁੱਛ ਪਾਉਂਦੀ ਤੁਹਾਨੂੰ, ਤੁਸੀਂ ਪਲੀਜ਼ ਆਪਣਾ ਨਾਮ ਦੱਸੋਗੇ? ਹਾਂ ਬੇਟਾ, ਮੇਰਾ ਨਾਮ ਤੇਜਾ ਸਿੰਘ ਹੈ। ਜੀ ਤੇਜਾ ਸਿੰਘ ਜੀ। ਜੀ ਸਰ, ਕੀ ਕਹਿਣਾ ਚਾਹੋਗੇ ਜੀ? ਹਾਂ ਅੱਛਾ ਬੇਟਾ, ਦੇਖੋ ਜਿਹੜਾ ਨਾ ਬਾਕੀ ਤਾਂ ਗੱਲਾਂ ਆਪਾਂ ਨਹੀਂ ਕਰਨੀਆਂ। ਆਪਾਂ ਦੇਖੋ ਜਿਹੜਾ ਮੇਨ ਹੈਗਾ ਨਾ ਮੁੱਦਾ, ਰਜੇਸ਼ ਗੱਲ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਨੇ। ਹਾਂਜੀ। ਤੇ ਬੇਟਾ ਇਹ ਜਿੰਨਾ ਕਿਸਾਨਾਂ ਦੇ ਉੱਤੇ ਜਿਹੜੀ ਪ੍ਰੋਬਲਮ ਆਈ ਹੈ ਨਾ, ਇਹਦਾ ਪਾਪ ਲੱਗਿਆ ਕਿ ਜਿਹੜੇ ਬਾਰਡਰ ਦੇ ਉੱਤੇ ਕਿਸਾਨ ਆ ਨਾ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ, ਇਹ ਬੇਟਾ ਜਿੰਨਾ ਪਾਕਿਸਤਾਨ ਤੋਂ ਨਸ਼ਾ ਆਉਂਦਾ ਇਹ ਨਸ਼ਾ ਕਰਦੇ ਆ। ਸਰ ਮੈਂ ਤੁਹਾਡੀ ਡੇਲੀ ਗੱਲ ਸੁਣਦੀ ਆ। ਮੈਂ ਅੱਜ ਥੋੜਾ ਜਿਹਾ ਤੁਹਾਨੂੰ ਕਹਾਂਗੀ ਵੀ ਅੱਜ ਆਪਣਾ ਟੌਪਿਕ ਕੁਝ ਹੋਰ ਵੀ, ਇਹਦੇ ਤੇ ਆਪਾਂ ਉਸ ਦਿਨ ਜਦੋਂ ਗੱਲ ਕੀਤੀ ਸੀ ਤਾਂ ਰਜੇਸ਼ ਗਿੱਲ ਹੀ ਜਿਹੜੇ ਕਿ ਬਾਰਡਰ ਪੂਰਾ ਕਵਰ ਕਰਦੇ ਨੇ ਔਰ ਅੰਮ੍ਰਿਤਸਰ ਤੋਂ ਹੀ ਬਿਲੋਂਗ ਕਰਦੇ ਨੇ। ਇਹ ਗੱਲ, ਇਹ ਜਿਹੜੀ ਖਬਰ ਹੈ ਬਹੁਤ ਪਹਿਲਾਂ ਦੀ ਚੀਜ਼ ਹੈ, ਹੁਣ ਇਦਾਂ ਦਾ ਕੁਝ ਨਹੀਂ ਉੱਥੇ ਦਿਖਾਈ ਦੇ ਰਿਹਾ ਜਾਂ ਸਾਹਮਣੇ ਆਈ ਹੈ। ਆਪਾਂ ਕਰੰਟ ਟੌਪਿਕ ਦੇ ਉੱਤੇ ਸਰ ਜੇ ਗੱਲ ਕਰੀਏ ਤਾਂ ਅੱਜ ਦਾ ਆਪਣਾ ਟੌਪਿਕ ਜਿਹੜਾ ਉਹ ਹੈ ਵੀ ਜਿਹੜਾ ਇੰਨਾ ਕਰਾਊਡ ਇਕੱਠਾ ਹੋ ਰਿਹਾ, ਇੰਨੀ ਭੀੜ, ਮੈਂ ਤਸਵੀਰਾਂ ਵੀ ਸਕਰੀਨ ਤੇ ਦਿਖਾਈਆਂ, ਤੁਸੀਂ ਦੇਖੀਆਂ ਹੋਣਗੀਆਂ। ਤੁਸੀਂ ਮੈਨੂੰ ਇਹ ਦੱਸੋ ਵੀ ਕੀ ਇਹ ਸਹੀ ਹੈਗਾ ਵੀ ਲੋਕ ਆਪਣੇ ਪੱਧਰ ਦੇ ਉੱਤੇ ਇੰਨਾ ਵੱਡਾ ਇਕੱਠ ਕਰ ਰਹੇ? ਉੱਥੋਂ ਦੀਆਂ ਸਰਕਾਰਾਂ ਹੈ ਜੇ ਉਹਨਾਂ ਨੇ ਪਾਬੰਦੀਆਂ ਲਗਾਈਆਂ ਤਾਂ ਸਿਰਫ ਟਾਵੇਂ ਥਾਵਾਂ ਤੇ ਲਗਾਈਆਂ, ਵੀ ਰੈਲੀਆਂ ਤਾਂ ਹੋ ਰਹੀਆਂ ਨੇ ਵੱਡੇ ਤਰੀਕੇ ਨਾਲ, ਪਰ ਏਦਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਇਕੱਠ ਦੇਖੋ। ਤੁਸੀਂ ਮੈਨੂੰ ਇਹਦੇ ਤੇ ਆਪਣੀ ਰਾਏ ਦੱਸੋ ਸਰ। ਹਾਂ ਉਹ ਬੇਟਾ ਦੇਖ, ਇਹ ਜਿਹੜੀ ਕਰਾਊਡ ਹੈ ਨਾ, ਇਹ ਕੁੰਭ ਦਾ ਮੇਲਾ ਬੇਟਾ 12 ਸਾਲ ਬਾਅਦ ਲੱਗਦਾ, 12 ਸਾਲ ਬਾਅਦ। ਇਹ ਹਰੇਕ ਸਾਲ ਨਹੀਂ ਲੱਗਦਾ। ਹਾਂਜੀ ਬਿਲਕੁਲ। ਤੇ ਨਾਲੇ ਨਾ ਬੇਟਾ ਇਹ ਜਿਹੜਾ ਕਰੋਨਾ ਵਗੈਰਾ ਵਾ, ਇਹ ਤੁਹਾਨੂੰ ਮੈਂ ਦੱਸਾਂ ਨਾ ਵੀ ਇਹਦੇ ਚ ਜਿਹੜੇ ਮੇਨ ਕਾਰਨ ਆ ਨਾ, ਮੇਨ ਕਾਰਨ ਹੈਗਾ ਵੀ ਸਾਡੇ ਸਫਾਈ ਨਹੀਂ ਗੀ ਇੰਡੀਆ ਦੇ ਵਿੱਚ। ਬੇਟਾ ਸੁਣ ਲਾ, ਜਿਹੜੀ ਮੱਖੀ ਹੈ ਨਾ, ਮੱਖੀ ਇਹ 26 ਤਰ੍ਹਾਂ ਦੀ ਬਿਮਾਰੀ ਪੈਦਾ ਕਰਦੀ ਆ। ਇਹ ਸਾਰਾ ਕੁਝ ਮੱਖੀ ਦੇ ਨਾਲ ਹੋ ਰਹੀਆਂ ਬਿਮਾਰੀਆਂ ਲੋਕਾਂ ਦੀਆਂ ਤੇ ਪਾਈ ਜਾਂਦੇ ਆ ਕਰੋਨਾ ਦੇ ਨਾਂ ਤੇ। ਇਹ ਕਰੋਨਾ ਤਾਂ ਬੇਟਾ ਇੱਕ ਬਹੁਤ ਵੱਡੀ ਨਾ ਸਾਜ਼ਿਸ਼ ਹੈ। ਪਤਾ ਕੀ ਆ, ਇਹ ਤਾਂ ਵੀ ਇਹ
ਚਾਈਨਾ ਹੋ ਗਿਆ ਬੜੀ ਤਰੱਕੀ ਕਰ ਗਿਆ ਚਾਈਨਾ ਨੂੰ ਬਦਨਾਮ ਕਰਨ ਦੀ ਖਾਤਰ ਇਹ ਅਮਰੀਕਾ ਵਾਲੇ ਸਾਰਾ ਕੁਝ ਕਰਦੇ ਆ। ਇਹ ਸਾਰੀ ਦੁਨੀਆ ਵਿੱਚ ਚਾਈਨਾ ਨੂੰ ਬਦਨਾਮ ਕਰ ਰਹੇ ਆ। ਇਹ ਬਿਮਾਰੀ ਕੋਈ ਨਹੀਂ, ਇਹ ਸਭ ਡਰਾਮਾ ਵਾ। ਇਹ ਤਾਂ ਜੋ ਵੀ ਆਪਣੇ ਬਿਮਾਰ ਹੋ ਰਹੇ ਬੰਦੇ, ਇੱਕ ਤਾਂ ਡਰਾ ਕੇ ਬਿਮਾਰ ਕਰੀ ਜਾਂਦੇ ਆ, ਇੱਕ ਜਿਹੜੀ ਮੱਖੀ ਆ ਨਾ ਬੇਟਾ 26 ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੀ ਆ। ਤੇ ਇਸ ਕਰਕੇ ਦੇਖੋ ਆਪਾਂ ਕੁੰਭ ਦੇ ਮੇਲੇ ਵਿਰੁੱਧ ਨਹੀਂ ਬੋਲਣਾ। ਸੁਣੋ ਮੇਰਾ ਪੁੱਤ ਜੀ ਸਰ, ਆਪਾਂ ਕਿਸੇ ਤਬਕੇ ਨੂੰ ਇੱਥੇ ਟਾਰਗੇਟ ਨਹੀਂ ਕਰ, ਆਪਾਂ ਸਿਰਫ ਭੀੜ ਦੀ ਗੱਲ ਕਰ ਰਹੇ ਹਾਂ ਵੀ ਲੋਕ ਇੰਨੇ ਇਕੱਠੇ ਹੋ ਰਹੇ ਨੇ ਜੀ। ਨਹੀਂ, ਆਪਾਂ ਨਹੀਂ ਕਰਨੀ। ਸੁਣ ਮੇਰਾ ਪੁੱਤ, ਸਾਡੇ ਬਾਬੇ ਨਾਨਕ ਨੇ ਕੌਡੇ ਰਾਖਸ਼ ਨੂੰ ਸੰਤ ਕਿਹਾ ਸੀਗਾ। ਅਸੀਂ ਜੇ ਅਸੀਂ ਸਾਨੂੰ ਕੋਈ ਹੱਕ ਨਹੀਂ ਕਿਸੇ ਨੂੰ ਮਾੜਾ ਕਹਿਣ ਦਾ। ਸੁਣੋ ਮੇਰੀ ਗੱਲ। ਹਾਂ ਜੇ ਬੇਟਾ ਦੇਖੋ, ਜੇ ਅਸੀਂ RSS ਦੇ ਵਿਰੁੱਧ ਬੋਲਾਂਗੇ ਤੇ ਉਹ ਸਾਡੇ ਬਾਬੇ ਦੀ ਗੁਰਬਾਣੀ ਕਿਵੇਂ ਸੁਣਨਗੇ, ਸਾਡੇ ਬਾਬੇ ਦਾ ਉਪਦੇਸ਼ ਕਿਵੇਂ ਸੁਣਨਗੇ? ਸਾਡੇ ਬਾਬੇ ਨੇ ਤਾਂ ਕਿਹਾ ਸੀ ਜਗਤ ਗੁਰੂ ਹੈ ਵੀ ਸਾਰੀ ਦੁਨੀਆ ਨੂੰ ਤੁਸੀਂ ਉਪਦੇਸ਼ ਸੁਣਾਉਣਾ ਸੱਚਾਈ ਦਾ। ਹਾਂ ਜੇ ਅਸੀਂ ਬੁੱਧ ਬੋਲਾਂ ਨਾ, ਬਿਲਕੁਲ ਨਹੀਂ, ਅਸੀਂ ਕੋਈ ਨਹੀਂ ਬੋਲਣਾ। ਸਰ ਇੱਥੇ ਕਿਸੇ RSS ਦੀ ਗੱਲ ਨਹੀਂ ਹੋ ਰਹੀ, ਕਿਸੇ ਦੀ ਏਦਾਂ ਦੀ ਕੋਈ ਗੱਲ ਨਹੀਂ ਹੋ ਰਹੀ। ਆਪਾਂ ਸਿਰਫ ਇੱਥੇ ਗੱਲ ਉਹ ਸੁਣ ਮੇਰਾ ਪੁੱਤ, ਕੁੰਭ ਦਾ ਮੇਲਾ ਵੀ ਹਿੰਦੂਆਂ ਨਾਲ ਜੁੜ ਜਾਂਦਾ। ਆਪਾਂ ਨਹੀਂ ਬੋਲਣਾ, ਆਪਾਂ ਨੇ। ਅੱਛਾ ਤੈਨੂੰ ਹੋਰ ਦੱਸਾਂ ਮੈਂ ਗੱਲ ਸਰ, ਦੂਜੇ ਪਾਸੇ ਤਸਵੀਰਾਂ ਆਪਾਂ ਗੁਰਦੁਆਰਾ ਸਾਹਿਬ ਦੀਆਂ ਵੀ ਨੇ, ਆਪਾਂ ਸਾਰੇ ਧਾਰਮਿਕ ਅਦਾਰਿਆਂ ਦੀ ਗੱਲ ਕਰ ਰਹੇ ਵੀ ਜਦੋਂ ਲੋਕ ਇਕੱਠੇ ਹੋ ਰਹੇ ਨੇ। ਆਪਾਂ ਸਿਰਫ ਇੰਨੀ ਗੱਲ ਕਰ ਰਹੇ ਹਾਂ ਵੀ ਭੀੜ ਜਿਹੜੀ ਹੈ ਉਹ ਸ਼ਾਇਦ ਲੋਕਾਂ ਨੂੰ ਨਹੀਂ ਕਰਨੀ ਚਾਹੀਦੀ। ਔਰ ਕੀ ਤੁਸੀਂ ਮੈਨੂੰ ਸਰ, ਮੈਂ ਤੁਹਾਡੇ ਤੋਂ ਸਰ ਮੇਰਾ ਸਵਾਲ ਹੈ, ਤੁਸੀਂ ਮੰਨਦੇ ਹੋ ਵੀ ਆਪਣੇ ਕੈਨੇਡਾ ਦੇ ਵਿੱਚ ਆਪਾਂ ਸਾਰੇ ਬੈਠੇ ਹਾਂ, ਕੀ ਕੈਨੇਡਾ ਦੇ ਵਿੱਚ ਜਾਂ ਵਰਲਡ ਵਾਈਡ ਜਿਹੜਾ ਹੈ ਕਰੋਨਾ ਵਾਇਰਸ ਨਹੀਂ ਹੈ? ਇਹ ਤਾਂ ਤੁਸੀਂ ਮੰਨਦੇ ਹੋ, ਚਲੋ ਭਾਰਤ ਦੀ ਗੱਲ। ਹਾਂਜੀ ਸਭ ਡਰਾਮੇਬਾਜ਼ੀ ਆ। ਇਹ ਤੁਹਾਨੂੰ ਪਤਾ ਲੱਗੂਗਾ। ਇਹ ਦੇਖੋ, ਸੁਣ ਲੈ ਮੇਰਾ ਪੁੱਤ, ਮੇਰੀ ਸੁਣ ਲੈ ਗੱਲ। ਜੀ ਸਰ। ਵੀ ਇਹ ਨਾ ਜਿਹੜੀ ਗਊ ਆ ਨਾ, ਗਊ ਇਹ ਹੈਗੀ ਠੰਡੇ ਏਰੀਆ ਦਾ ਜਾਨਵਰ। ਇਹ ਜਿਹੜੀ ਆਸਟ੍ਰੇਲੀਆ ਵਿੱਚ ਗਰਮੀ ਪੈਂਦੀ ਆ, ਆਸਟ੍ਰੇਲੀਆ ਤੋਂ ਗਊ ਦਾ ਮੀਟ ਜਾਂਦਾ ਚਾਈਨਾ ਚ। ਇਹ ਗਊ ਦੇ ਮੀਟ ਤੋਂ ਸ਼ੁਰੂ ਹੋਇਆ। ਇਹ ਜਿੰਨੇ ਬੀਫ ਖਾਣ ਵਾਲੇ ਬੰਦੇ ਨੇ, ਬੀਫ ਖਾਣ ਵਾਲੇ ਪੁੱਤ, ਉਹਨਾਂ ਨੂੰ ਪ੍ਰੋਬਲਮ ਆ। ਇਹ ਬੀਫ ਖਾਣ ਵਾਲੇ ਬੰਦਿਆਂ ਨੂੰ ਪ੍ਰੋਬਲਮ ਆ, ਪਰ ਪਾਈ ਜਾਂਦੇ ਸਾਰੇ ਚਾਈਨਾ ਦੇ ਸਿਰ ਦੇ ਉੱਤੇ। ਦੇਖੋ ਨਾ, ਗਊ ਦਾ ਮੀਟ ਬੇਟਾ ਆਸਟ੍ਰੇਲੀਆ ਤੇ ਚਾਈਨਾ ਗਿਆ ਤੇ ਥਾਈਲੈਂਡ ਉੱਥੇ ਇਹ ਉਹ ਚੀਜ਼ ਨੂੰ ਹੁਣ ਫਾਇਦਾ ਲਈ ਜਾਂਦੇ ਆ ਵੀ ਚਾਈਨਾ ਇਰਾਨ ਦੀ ਮਦਦ ਕਰਨ ਲੱਗ ਗਿਆ। ਸੁਣ ਮੇਰਾ ਪੁੱਤ ਗੱਲ, ਜਿਹੜੇ ਇਰਾਨ ਵਾਲੇ ਆ ਨਾ, ਉਹ ਬੜੇ ਪਸ਼ੂ ਆ, ਉਹ ਸਾਡੇ ਖਾਲਿਸਤਾਨੀਆਂ ਨਾਲ ਵੀ ਪਸ਼ੂ ਨੇ ਇਰਾਨ ਵਾਲੇ। ਇਹ ਅਮਰੀਕਾ ਨੂੰ ਡਾਰਾ ਵੀ ਕਿਤੇ ਐਟਮ ਬੰਬ ਨਾ ਬਣਾ ਦੇਵੇ ਚਾਈਨਾ ਉਹਨਾਂ ਦਾ। ਅੱਗੇ ਉਹਨਾਂ ਨੇ ਬੇਟਾ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਕਿੰਨਾ ਨੁਕਸਾਨ ਕੀਤਾ ਸੀਗਾ। ਇਸ ਕਰਕੇ ਸਾਰਾ ਕੁਝ ਇਹ ਚਾਈਨਾ ਨੂੰ ਕੰਟਰੋਲ ਕਰਨ ਦੀ ਖਾਤਰ ਕਰਦੇ ਆ। ਆਪਾਂ ਇਹਨਾਂ ਗੱਲਾਂ 'ਚ ਨਹੀਂ ਪੈਣਾ। ਆਪਾਂ ਦੇਖੋ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਬੇਟਾ, ਤੇ ਆਪਾਂ ਸਰਬੱਤ ਦਾ ਭਲਾ ਮੰਗਣਾ ਵਾ। ਬਿਲਕੁਲ ਸਰ, ਬਿਲਕੁਲ ਸਰਬੱਤ ਦੇ ਭਲੇ ਦੀ ਸਰ ਆਪਾਂ ਗੱਲ ਕਰ ਰਹੇ ਹਾਂ। ਤੇ ਆਪਾਂ ਰਾਜੇਸ਼ ਜੀ ਆਪਣੇ ਨਾਲ ਜੁੜੇ ਹੋਏ ਨੇ, ਆਪਾਂ ਉਹਨਾਂ ਤੋਂ ਵੀ ਪੁੱਛਣੇ ਆ ਵੀ ਕਰੋਨਾ ਹੈਗਾ ਕਿ ਨਹੀਂ, ਵੀ ਕਿੰਨਾ ਕੁ ਡਰਾਮਾ ਤੇ ਕਿੰਨੀ ਕੁ ਅਸਲੀਅਤ ਹੈ। ਮੈਂ ਤੁਹਾਡੇ ਟੌਪਿਕ ਤੇ ਹੁਣ ਗੱਲ ਕਰਾਂਗੀ। ਓਕੇ ਬੇਟਾ, ਓਕੇ, ਥੈਂਕ ਯੂ ਸਰ। ਰਾਜੇਸ਼ ਜੀ, ਗੱਲ ਤੁਸੀਂ ਸਾਰੀ ਸੁਣ ਚੁੱਕੇ ਹੋ। ਇਹ ਕਾਲਰ ਸਾਡੇ ਨਾਲ ਹਰ ਦਿਨ ਜੁੜਦੇ ਨੇ ਔਰ ਬਹੁਤ ਸਾਰੀਆਂ ਗੱਲਾਂ ਕਰਦੇ ਨੇ। ਅੱਜ ਇਹਨਾਂ ਨੇ ਜਿਹੜਾ ਟੌਪਿਕ ਚੁੱਕਿਆ, ਖੈਰ ਸ਼ਾਇਦ ਕਈ ਵਾਰੀ ਹੁੰਦਾ ਵੀ ਆਪਾਂ ਭਾਵੁਕ ਹੋ ਕੇ ਗੱਲ ਨੂੰ ਕਰ ਦਿੰਦੇ ਆ। ਮੈਨੂੰ ਜਿੰਨੀ ਕਿ ਸਰ ਦੀ ਗੱਲ ਦੇ ਵਿੱਚੋਂ ਤੇਜਾ ਸਿੰਘ ਜੀ ਨੇ ਜਿਹੜੀ ਕਾਲ ਕੀਤੀ ਸੀਗੀ, ਉਹਨਾਂ ਦੀ ਗੱਲ ਦੇ ਵਿੱਚੋਂ ਮੈਨੂੰ ਜੋ ਲੱਗਿਆ ਉਹ ਇਹ ਸੀ ਵੀ ਕਈ ਵਾਰੀ ਆਪਾਂ ਭਾਵੁਕ ਹੋ ਕੇ ਆਪਾਂ ਨੂੰ ਏਦਾਂ ਲੱਗਦਾ ਵੀ ਆਪਾਂ ਕਿਸੇ ਨੂੰ ਭੰਡ ਰਹੇ ਹਾਂ ਜਾਂ ਆਪਾਂ ਕਿਸੇ ਨੂੰ ਕੋਸ ਰਹੇ ਹਾਂ, ਕਿਸੇ ਦੀ ਬੁਰਾਈ ਕਰ ਰਹੇ ਹਾਂ। ਮੈਂ ਸਾਰਿਆਂ ਨੂੰ ਪਲੀਜ਼ ਇਹੀ ਗੱਲ ਨੂੰ ਫਿਰ ਤੋਂ ਅਪੀਲ ਕਰਦੀ ਹਾਂ ਵੀ ਗੱਲ ਨੂੰ ਧਿਆਨ ਨਾਲ ਸੁਣਿਆ ਕਰੋ। ਇੱਦਾਂ ਦੀ ਕੁਝ ਨਹੀਂ ਹੋ ਰਿਹਾ ਵੀ ਆਪਾਂ ਕਿਸੇ ਇੱਥੇ RSS ਨੂੰ ਜਾਂ ਕਿਸੇ ਇੱਕ ਤਬਕੇ ਨੂੰ, ਕਿਸੇ ਧਾਰਮਿਕ ਅਦਾਰੇ ਨੂੰ ਜਾਂ ਫਿਰ ਕਿਸੇ ਇੱਕ ਵਰਗ ਦੇ ਲੋਕਾਂ ਨੂੰ, ਕਿਸੇ ਕਾਰੋਬਾਰ ਨੂੰ, ਕਿਸੇ ਨੂੰ ਆਪਾਂ ਟਾਰਗੇਟ ਨਹੀਂ ਕਰਦੇ। ਜੋ ਅਪਡੇਟ ਖਬਰ ਹੁੰਦੀ ਹੈ ਅਸੀਂ ਉਹਦੇ ਤੇ ਗੱਲ ਜਿਹੜੀ ਹੈ ਉਹ ਕਰਨੀ ਹੁੰਦੀ ਹੈ ਤੇ ਉਸੇ ਤੇ ਹੀ ਕਰ ਰਹੇ ਹਾਂ। ਸਾਡਾ ਜਿਹੜਾ ਟੌਪਿਕ ਹੈ ਉਹ ਸਿਰਫ ਇੰਨਾ ਹੈ ਵੀ ਕਿਸੇ ਵੀ ਥਾਂ ਦੇ ਉੱਤੇ ਜਦੋਂ ਇੰਨੀ ਭੀੜ ਲੱਗ ਰਹੀ ਹੈ ਤਾਂ ਲੋਕਾਂ ਦੀ ਸੇਫਟੀ ਨਹੀਂ ਹੈ। ਇੱਥੇ ਲੋਕਾਂ ਦੀ ਗੱਲ ਹੋ ਰਹੀ ਹੈ, ਲੋਕਾਂ ਦੀ ਜਾਨ ਨੂੰ ਜਿਹੜਾ ਉਹਨੂੰ ਲੈ ਕੇ ਇੰਨਾ ਕੁ ਹੈ ਵੀ ਮੈਸੇਜ ਕਨਵੇ ਹਰ ਜਗ੍ਹਾ ਤੇ ਕੀਤਾ ਜਾਏ, ਸਪਰੈਡ ਕੀਤਾ ਜਾਏ ਤਾਂ ਕਿ ਸਰਕਾਰਾਂ ਵੀ ਉਸ ਬਾਬਤ ਸੋਚ ਸਕਣ ਤੇ ਜਿਹੜਾ ਸਭ ਦੀ ਜਾਨ ਹੈ ਉਹ ਬਚ ਸਕੇ। ਰਾਜੇਸ਼ ਜੀ, ਜਿਸ ਤਰੀਕੇ ਨਾਲ ਇਹਨਾਂ ਕਾਲਰ ਨੇ ਸਵਾਲ ਕੀਤਾ ਸੀਗਾ, ਇਹ ਕਹਿੰਦੇ ਵੀ ਕਰੋਨਾ ਹੈ ਨਹੀਂ ਹੈ, ਵੀ ਅੱਧੀ ਤੋਂ ਜ਼ਿਆਦਾ ਡਰਾਮੇਬਾਜ਼ੀ ਹੈ। ਔਰ ਨੋ ਡਾਊਟ ਕਿ ਜਦੋਂ ਭਾਰਤ ਦੀ ਗੱਲ ਕਰ ਰਹੇ ਸੀ ਤਾਂ ਉਹ ਕਹਿੰਦੇ ਸੀਗੇ ਵੀ ਭਾਰਤ ਦੇ ਵਿੱਚ ਯਕੀਨਨ ਤੌਰ ਦੇ ਉੱਤੇ ਜਦੋਂ ਕੋਈ ਹੋਰ ਵੀ ਬਿਮਾਰੀ ਹੋ ਰਹੀ ਹੈ ਜਾਂ ਲੋਕ ਕਿਸੇ ਹੋਰ ਵੀ ਵਾਇਰਸ ਉਹਨਾਂ ਨੂੰ ਹੋ ਰਿਹਾ ਜਾਂ ਕੋਈ ਕਿਸੇ ਤਰੀਕੇ ਨਾਲ ਬਿਮਾਰ ਹੈ ਕੋਈ, ਤਾਂ ਉਹਨੂੰ ਵੀ ਕਰੋਨਾ ਕਹਿ ਦਿੱਤਾ ਜਾਂਦਾ ਹੈ। ਸੋ ਇਹ ਟੌਪਿਕ ਮੈਨੂੰ ਪਹਿਲਾਂ ਵੀ ਕਈ ਵਾਰੀ ਸੁਣਨ ਨੂੰ ਮਿਲਿਆ ਹੈ। ਸੋ ਤੁਸੀਂ ਦੱਸੋ ਵੀ ਤੁਸੀਂ ਤਾਂ ਕਵਰੇਜ ਕਰਦੇ ਹੋ, ਥੋੜ੍ਹੀ ਤਾਂ ਡਾਕਟਰਾਂ ਨਾਲ ਵੀ ਗੱਲ ਹੁੰਦੀ ਹੈ ਤੇ ਲੋਕਾਂ ਦੇ ਨਾਲ ਵੀ ਗੱਲ ਹੁੰਦੀ ਹੈ ਤੇ ਸਰਕਾਰਾਂ ਦੇ ਨਾਲ ਵੀ ਗੱਲ ਹੁੰਦੀ ਹੈ, ਤਾਂ ਕੀ ਲੱਗਦਾ ਹੈ ਵੀ ਕਿੰਨੀ ਕੁ ਇਹ ਸੱਚਾਈ ਹੈਗੀ ਹੈ ਇਸ ਚੀਜ਼ ਦੇ ਵਿੱਚ? ਦੇਖੋ, ਸਭ ਤੋਂ ਵੱਡੀ ਗੱਲ ਇਹ ਕਿ ਅਸੀਂ ਇਸ ਚੀਜ਼ ਨੂੰ ਨਿਰਧਾਰਿਤ ਨਹੀਂ ਕਰ ਸਕਦੇ ਕਿ ਕਰੋਨਾ ਹੈਗਾ
ਜਾਂ ਨਹੀਂ ਹੈਗਾ। ਔਰ ਇਹ ਇਸ ਵੇਲੇ ਦਾ ਸਵਾਲ ਵੀ ਨਹੀਂ ਹੈ ਕਿ ਕਰੋਨਾ ਹੈਗਾ ਜਾਂ ਨਹੀਂ ਹੈਗਾ, ਕਿਉਂਕਿ ਅਸੀਂ ਹਰ ਸੁਣਦੇ ਆ, ਜਿਹੜਾ ਐਕਸਪਰਟਸ ਨੇ ਜਦੋਂ ਉਹਨਾਂ ਦੀ ਗੱਲ ਸੁਣਦੇ ਆ ਤੇ ਉਹ ਸਾਬਤ ਕਰ ਦਿੰਦੇ ਨੇ ਕਿ ਕਰੋਨਾ ਵਾਕਿਆ ਹੀ ਹੈਗਾ। ਔਰ ਜਦੋਂ ਇੱਕ ਲੇਮੈਨ ਵੀ ਬੋਲਦਾ ਤੇ ਲੇਮੈਨ ਵੀ ਇਹ ਸਾਬਤ ਕਰ ਦਿੰਦਾ ਕਿ ਕਰੋਨਾ ਕਿਤੇ ਨਹੀਂ ਹੈਗਾ, ਕਿਉਂਕਿ ਹਾਲਾਤ ਹੀ ਉਦਾਂ ਦੇ ਬਣੇ ਹੋਏ ਨੇ। ਹਰ ਥਾਂ ਤੇ ਜਿਹੜੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ, ਲੌਜਿਕ ਜਿਹੜੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਨੇ, ਉਹ ਸਿੱਧੇ ਤੇ ਸਿੱਧੇ ਸਰਕਾਰ ਤੇ ਨਿਸ਼ਾਨੇ ਮਾਰ ਕੇ ਲੌਜਿਕ ਦਿੱਤੇ ਜਾ ਰਹੇ ਨੇ। ਔਰ ਸਾਹਮਣੇ ਪਰਦੇ ਦੇ ਉੱਤੇ, ਕੈਨਵਸ ਦੇ ਉੱਤੇ ਸਾਰੀਆਂ ਚੀਜ਼ਾਂ ਸਾਫ਼ ਨੇ, ਤਾਂ ਫਿਰ ਉਸ ਦੇ ਵਿੱਚ ਉਹਨਾਂ ਨੂੰ ਵੀ ਕੀ ਕਿਹਾ ਜਾ ਸਕਦਾ। ਜਿਸ ਥਾਂ ਤੇ ਇੱਕ ਕੋਰਟ ਨਿਰਧਾਰਿਤ ਕਰ ਦਿੰਦੀ ਹੈ, ਅਦਾਲਤ ਇਹ ਚੀਜ਼ ਨਿਰਧਾਰਿਤ ਕਰ ਦਿੰਦੀ ਹੈ ਕਿ ਇੱਕ ਫਿਰਕੇ ਨੂੰ, ਇੱਕ ਧਰਮ ਨੂੰ ਜੇ ਇਜਾਜ਼ਤ ਦਿੱਤੀ ਗਈ ਹੈ ਭੀੜ ਇਕੱਠੀ ਕਰਨ ਦੀ, ਤੇ ਦੂਜੇ ਨੂੰ ਕਿਉਂ ਨਹੀਂ ਦਿੱਤੀ ਜਾ ਸਕਦੀ, ਤਾਂ ਉੱਥੇ ਤੁਸੀਂ ਕੀ ਕਹਿ ਸਕਦੇ ਹੋ। ਜ਼ਾਹਿਰ ਜੀ ਗੱਲ ਹੈ ਕਿ ਇਹ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਦਾਰ ਹੈ। ਹਰ ਇੱਕ ਨੂੰ ਆਪਣਾ ਆਪਣਾ ਖਿਆਲ ਆਪ ਰੱਖਣਾ ਚਾਹੀਦਾ, ਆਪਣੀ ਸੋਝੀ ਤੋਂ, ਆਪਣੀ ਸਮਝ ਤੋਂ ਖੁਦ ਕੰਮ ਲੈਣਾ ਚਾਹੀਦਾ। ਤੇ ਜਿਹੜੇ ਪ੍ਰੀਕਾਸ਼ਨਸ ਹੈ, ਮੈਂ ਕਹਿੰਦਾ ਉਹ ਵਰਤਣ ਦੇ ਵਿੱਚ ਕੋਈ ਹਰਜ ਵੀ ਨਹੀਂ ਹੈ। ਕਿ ਪ੍ਰੀਕਾਸ਼ਨਸ ਆਪਾਂ ਜੇ ਵਰਤਦੇ ਆ ਤੇ ਅਸੀਂ ਆਮ ਜਿਹੜੇ ਛੋਟੇ ਮੋਟੇ ਫਲੂ ਉਹਨਾਂ ਤੋਂ ਵੀ ਬਚੇ ਰਹਿੰਦੇ ਆ, ਤਾਂ ਛੋਟੇ ਮੋਟੇ ਪ੍ਰੀਕਾਸ਼ਨਸ ਲੈਣੇ ਚਾਹੀਦੇ। ਦੂਸਰੀ ਗੱਲ ਜੇ ਆਪਾਂ ਕਰੀਏ ਤੇ ਤੁਸੀਂ ਬੜੀ ਵੱਡੀ ਗੱਲ ਦੇਖੋ, ਹਰ ਕੋਈ ਕਹਿੰਦਾ, ਹਰ ਇੱਕ ਦੇ ਦਿਮਾਗ ਦੇ ਵਿੱਚ ਇੱਕੋ ਗੱਲ ਆਉਂਦੀ ਹੈ ਕਿ ਕਰੋਨਾ ਹੈਗਾ ਜਾਂ ਨਹੀਂ ਹੈਗਾ। ਜੇ ਆਪਾਂ ਧਾਰਮਿਕ ਸਥਾਨਾਂ ਦੀ ਗੱਲ ਕਰਦੇ ਆ ਤਾਂ ਉੱਥੇ ਜਾ ਕੇ ਜਿਹੜੀ ਸਾਡੇ ਤੇ ਆਸਥਾ ਇੰਨੀ ਕੁ ਭਾਰੂ ਪੈ ਜਾਂਦੀ ਹੈ ਕਿ ਅਸੀਂ ਕਰੋਨਾ ਬਾਰੇ ਸੋਚਦੇ ਨਹੀਂ। ਰੱਬਾ ਜੋ ਕਰਨਾ ਤੂੰ ਹੀ ਕਰਨਾ, ਤੂੰ ਹੀ ਰੱਖਣਾ ਸਾਨੂੰ, ਸਾਡੀ ਰੱਖਿਆ ਵਾਸਤੇ ਤੂੰ ਹੀ ਹੈ, ਇਹ ਕਹਿ ਕੇ ਅਸੀਂ ਸਾਰੇ ਮੰਦਰ, ਮਸਜਿਦ, ਗੁਰਦੁਆਰੇ ਸਾਰੇ ਥਾਵਾਂ ਤੇ ਮੱਥਾ ਟੇਕਦੇ ਆ। ਤੇ ਇਹ ਸਿਲਸਿਲਾ ਜਿਹੜਾ ਲਗਾਤਾਰ ਚੱਲਦਾ ਆ ਰਿਹਾ ਹੈ। ਦੂਸਰੇ ਹੁਣ ਦੇਖੋ, ਅਸੀਂ ਗੱਲ ਕੀਤੀ ਗੁਰਦੁਆਰਾ ਸਾਹਿਬਾਨ ਦੀ ਗੱਲ ਕੀਤੀ, ਅਸੀਂ ਗੱਲ ਕੀਤੀ ਕੁੰਭ ਦੇ ਮੇਲੇ ਦੀ ਗੱਲ ਕਰ ਰਹੇ ਹਾਂ ਹਰ ਥਾਂ ਤੇ। ਔਰ ਅੱਜ ਵੀ ਜੋ ਦੇਖਣ ਨੂੰ ਮਿਲਿਆ ਵਿਸਾਖੀ ਦੇ ਮੇਲੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਜਾਂ ਹਰ ਥਾਵਾਂ ਤੇ ਦਿੱਲੀ ਦੇ ਵਿੱਚ ਰਮਜ਼ਾਨ ਮੌਕੇ ਜਿਸ ਤਰੀਕੇ ਨਾਲ ਮਸਜਿਦ ਨੂੰ ਕਰਾਊਡ ਦੀ ਉੱਥੇ ਗੱਲ ਕੀਤੀ ਗਈ ਸੀ ਜੀ, ਬਿਲਕੁਲ ਉਹਨੂੰ ਇਜਾਜ਼ਤ ਦੇ ਦਿੱਤੀ ਗਈ। ਤਾਂ ਮਾਸਕ ਦੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਮਾਸਕ ਦੇ ਨਾਲ ਨਾਲ ਸੋਸ਼ਲ ਡਿਸਟੈਂਸਿੰਗ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਇੰਨੀ ਭੀੜ ਇਕੱਠੇ ਹੋ ਕੇ ਮਾਸਕ ਪਾ ਲਓਗੇ ਤੇ ਉਹਦਾ ਕੀ ਫਾਇਦਾ, ਕਿਉਂਕਿ ਸੋਸ਼ਲ ਡਿਸਟੈਂਸਿੰਗ ਨਹੀਂ ਹੈਗੀ। ਜਿਹੜਾ ਵਾਇਰਸ ਆ ਉਹਨੇ ਤੇ ਇੱਕ ਦੂਜੇ ਤੋਂ ਦੂਜੇ ਨੇ ਕੈਰੀ ਕਰਨਾ ਹੀ ਕਰਨਾ। ਜਦੋਂ ਟੱਚ ਕਰ ਰਹੇ ਆ ਆਪਾਂ, ਮਤਲਬ ਰਿਸਕ ਕਿਉਂ ਲੈਣਾ ਕਿਸੇ ਵੀ ਚੀਜ਼ ਦਾ ਜੀ, ਉਹ ਕਰਨਾ ਹੀ ਕਰਨਾ, ਉਹਨੂੰ ਉਹ ਤੋਂ ਨਹੀਂ ਬਚਿਆ ਜਾ ਸਕਦਾ। ਹੁਣ ਦੇਖੋ, ਤੁਹਾਨੂੰ ਮੈਂ ਤਾਜ਼ਾ ਇੱਕ ਐਗਜ਼ਾਮਪਲ ਦਿੰਦਾ। ਜਲੰਧਰ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਈਸਾਈ ਭਾਈਚਾਰੇ ਵੱਲੋਂ ਬੜਾ ਵੱਡਾ ਇਕੱਠ ਕੀਤਾ ਜਾਂਦਾ ਉੱਥੇ ਵੀ, ਹਨਾ। ਉਹਨਾਂ ਦੀ ਕਿਸੇ ਨੇ ਸ਼ਿਕਾਇਤ ਕਰਤੀ ਜੀ ਇੱਥੇ ਲੋਕ ਬੜੀ ਵੱਡੀ ਸੰਖਿਆ 'ਚ ਇਕੱਠੇ ਹੁੰਦੇ ਨੇ ਜੀ। ਜਦੋਂ ਉਹ ਐਡਮਿਨਿਸਟ੍ਰੇਸ਼ਨ ਨਾਲ ਉਹਨਾਂ ਦੀ ਗੱਲਬਾਤ ਚੱਲੀ ਤੇ ਉਹ ਕਹਿੰਦੇ ਜੀ ਸ਼ਾਇਦ ਤੁਸੀਂ ਈਸਟਰ ਜਾਂ ਗੁੱਡ ਫਰਾਈਡੇ ਦੀ ਗੱਲ ਕਰ ਰਹੇ ਹੋ। ਨਹੀਂ, ਉਹ ਵੈਸੇ ਵੀ ਜਨਰਲੀ ਵੀ ਉੱਥੇ ਲੋਕ ਹੁੰਦੇ ਨੇ, ਪਰ ਗੱਲ ਇਹ ਆ ਕਿ ਉਹਨਾਂ ਕੋਲ ਵੀ ਦਲੀਲ ਸੀ ਕਿ ਤੁਸੀਂ ਬਾਕੀ ਧਾਰਮਿਕ ਥਾਵਾਂ ਤੇ ਬੰਦ ਕਰ ਦਿਓ ਤੇ ਅਸੀਂ ਵੀ ਬੰਦ ਕਰ ਦਿੰਦੇ ਹਾਂ। ਇਹ ਹੁਣ ਇਹਦਾ ਕਿਸੇ ਕੋ ਕੋਈ ਜਵਾਬ ਨਹੀਂ, ਕਿਉਂਕਿ ਸਾਰੇ ਧਾਰਮਿਕ ਸਥਾਨ ਹੁਣ ਸਾਰੇ ਸਾਂਝੇ ਨੇ, ਸਾਰੇ ਹਰ ਇੱਕ ਦੀ ਆਪਣੀ ਆਪਣੀ ਆਸਥਾ ਹੈ ਹਰ ਥਾਂ ਤੇ, ਤਾਂ ਉਹਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ? ਸਭ ਤੋਂ ਪਹਿਲਾਂ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ, ਜੇ ਤੁਸੀਂ ਲੋਕਾਂ ਦੇ ਉੱਤੇ ਹੁਕੂਮਤ ਕਰਦੇ ਹੋਏ ਜੇ ਤੁਸੀਂ ਆਪਣੀ ਗੱਲ ਮਨਾਉਣੀ ਹੈ ਤਾਂ ਸਭ ਤੋਂ ਪਹਿਲਾਂ ਸਰਕਾਰ ਨੂੰ ਉਹ ਆਪਣੇ ਤੇ ਲਾਗੂ ਕਰਨੀ ਪਏਗੀ। ਜੇ ਬਹੁਤੀ ਗੱਲ ਸੀ ਤੇ ਚੋਣ ਮੁਲਤਵੀ ਕਰ ਦਿੰਦੇ, ਬਹੁਤੀ ਗੱਲ ਸੀ ਤੇ ਰੈਲੀਆਂ ਜਿਹੜੀਆਂ ਕਰ ਰਹੇ ਉਹ ਬੰਦ ਕਰ ਦਿੰਦੇ, ਤਾਂ ਉਸ ਤੋਂ ਬਾਅਦ ਲੋਕਾਂ ਤੇ ਲਾਗੂ ਕਰਦੇ। ਅੱਜ ਤੇ ਹਰ ਇੱਕ ਦੀ ਜ਼ੁਬਾਨ ਤੇ ਇਹੋ ਗੱਲ ਹੈ ਕਿ ਰੈਲੀਆਂ ਬੰਦ ਕਰੋ ਜੀ। ਪਹਿਲਾਂ ਪ੍ਰਧਾਨ ਮੰਤਰੀ ਖੁਦ ਜਾ ਰਹੇ ਨੇ ਰੈਲੀਆਂ 'ਚ, ਤੇ ਫਿਰ ਤੁਸੀਂ ਲੋਕਾਂ ਦੇ ਉੱਤੇ ਕਿਵੇਂ ਰੋਕ ਦੋਗੇ? ਪ੍ਰਧਾਨ ਮੰਤਰੀ ਆਨਲਾਈਨ ਹੋ ਕੇ ਲਾਈਵ ਲੋਕਾਂ ਨੂੰ ਕਹਿ ਰਹੇ ਕਿ ਇਹਨੂੰ ਰਾਤ ਦਾ ਕਰਫਿਊ ਨਹੀਂ, ਇਹਨੂੰ ਕਰੋਨਾ ਕਰਫਿਊ ਕਹੋ। ਇੰਨੀ ਲੋਕਾਂ ਦੇ ਵਿੱਚ ਕਿ ਦਿਮਾਗ ਦੇ ਵਿੱਚ ਕਰੋਨਾ ਵੜ ਜਾਵੇ ਔਰ ਉਹ ਕਿਤੇ ਕਿਸੇ ਨਾਲ ਨਿਕਲੇ ਨਾ। ਜਦੋਂ ਰਾਤ ਨੂੰ ਨਿਕਲਣ ਉਹਨਾਂ ਨੂੰ ਇਹ ਲੱਗੇ ਕਿ ਸੜਕਾਂ ਦੇ ਉੱਤੇ ਕਰੋਨਾ ਘੁੰਮ ਰਿਹਾ ਹੈ, ਇਸੇ ਕਰਕੇ ਕਿਹਾ ਗਿਆ ਨਾ ਕਿ ਇਹਨੂੰ ਕਰੋਨਾ ਕਰਫਿਊ ਕਿਹਾ ਜਾਏ। ਉਹ ਇਹ ਗੱਲਾਂ ਜਿਹੜੀਆਂ ਨੇ ਲੋਕਾਂ ਦੇ ਦਿਮਾਗ ਦੇ ਵਿੱਚ, ਲੋਕਾਂ ਦੇ ਜ਼ਿਹਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਵਾਲ ਨੇ ਉਹ ਅੰਦਰੋਂ ਦਿਮਾਗ ਨੂੰ ਖਰੇਦਦੇ ਨੇ, ਅੰਦਰੋਂ ਹਿਲਾਉਂਦੇ ਨੇ ਦਿਮਾਗ ਨੂੰ ਕਿ ਅਸੀਂ ਕੀ ਕਰ ਰਹੇ ਹਾਂ। ਹੁਣ ਜਦੋਂ ਵੀ ਕੋਈ ਬਾਸ਼ਿੰਦਾ ਜਿਹੜਾ ਸੜਕਾਂ ਚੱਲਦਾ ਹੈ, ਜਦੋਂ ਉਹਨੂੰ 1000 ਰੁਪਏ ਦਾ ਚਲਾਨ ਦੇਣਾ ਪੈਂਦਾ, ਕੱਟਣਾ ਪੈਂਦਾ, ਤਾਂ ਉਦੋਂ ਗਾਲਾਂ ਹੀ ਕਰਦਾ। ਜਿੱਦਾਂ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਇਹ ਅਨਨੈਸਟ ਲੋਕਾਂ ਦੇ ਵਿੱਚ ਪੈਦਾ ਹੋ ਰਹੀ ਹੈ। ਸਰਕਾਰ ਦੇ ਜਿਹੜੇ ਡਬਲ ਸਟੈਂਡਰਡ ਨੇ, ਟ੍ਰਿਪਲ ਸਟੈਂਡਰਡਸ ਨੇ, ਉਹਦੇ ਕਰਕੇ ਲੋਕਾਂ ਦੇ ਅੰਦਰ ਅਨਨੈਸਟ ਬਹੁਤ ਜ਼ਿਆਦਾ ਪੈਦਾ ਹੋ ਰਹੀ ਹੈ। ਤੇ ਜੇ ਉਹ ਕਿਸੇ ਧਾਰਮਿਕ ਸਥਾਨ ਤੇ ਉਸ ਅਨਨੈਸਟ ਨੂੰ ਦੂਰ ਕਰਨਾ ਚਾਹੁੰਦਾ ਵਾ, ਜਾ ਕੇ ਉੱਤੇ ਆਪਣੀ ਆਸਥਾ ਦਾ ਪ੍ਰਗਟਾਵਾ ਕਰਨਾ ਚਾਹੁੰਦਾ, ਕਿਤੇ ਨਾ ਕਿਤੇ ਸ਼ਾਂਤੀ ਲੈਣਾ ਚਾਹੁੰਦਾ, ਤੇ ਉਹ 'ਚ ਕੀ ਹਰਜ ਹੈ? ਬਿਲਕੁਲ। ਚਲੋ, ਇਹ ਤਾਂ ਦੇਖਾ ਦੇਖੀ ਦੀ ਗੱਲ ਹੈ। ਸਾਡਾ ਮਕਸਦ ਇਹ ਹੈ ਵੀ ਅਸੀਂ ਸਹੀ ਮੈਸੇਜ ਜਿਹੜਾ ਉਹਨੂੰ ਸਪਰੈਡ ਕਰੀਏ, ਉਹ ਮੈਸੇਜ ਲੋਕਾਂ ਤੱਕ ਵੀ ਪਹੁੰਚਾਈਏ, ਕਿਉਂਕਿ ਇੱਥੇ ਲੋਕਾਂ ਦੀ ਜਾਨ ਨਾਲ ਜੁੜੀ ਚੀਜ਼ ਹੈ। ਸੋ ਇਸ ਲਈ ਇਹ ਹੁੰਦਾ ਵੀ ਹਸਪਤਾਲਾਂ ਦੇ ਵਿੱਚ ਆਲਰੇਡੀ ਥਾਵਾਂ ਭਰੀਆਂ ਪਈਆਂ ਨੇ। ਜਿਹੜੇ ਲੋਕ ਕਰੋਨਾ ਦੇ ਸ਼ਿਕਾਰ ਹੋ ਰਹੇ ਨੇ ਜੀ,
ਉਹਨਾਂ ਨਾਲ ਜੇ ਗੱਲ ਕਰੀਏ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ। ਬਿਲਕੁਲ ਰਾਜੇਸ਼ ਜੀ, ਤੁਸੀਂ ਜਲੰਧਰ ਦੀ ਗੱਲ ਕਰ ਰਹੇ ਸੀਗੇ, ਔਰ ਜਲੰਧਰ ਦੇ ਵਿੱਚ ਹੀ ਮੇਰੇ ਆਪਣੇ ਨੌਨ ਹੈ, ਉਹਨਾਂ ਨਾਲ ਮੇਰੀ ਥੋੜੇ ਦਿਨਾਂ ਤੋਂ ਗੱਲ ਹੋ ਰਹੀ ਸੀ ਪਿਛਲੇ ਇੱਕ ਹਫ਼ਤੇ ਤੋਂ। ਉਹ ਖੁਦ ਹਸਪੀਟਲ ਦੇ ਵਿੱਚ ਐਡਮਿਟ ਨੇ ਕੋਵਿਡ ਕਰਕੇ, ਪੂਰੀ ਫੈਮਿਲੀ ਉਹਨਾਂ ਦੀ ਨੂੰ ਕਰੋਨਾ ਹੋ ਗਿਆ। ਸੋ ਇਹ ਅਸੀਂ ਨਹੀਂ, ਮਤਲਬ ਠੀਕ ਹੈ ਨਾਰਮਲੀ ਡਾਇਰੀਆ ਵਗੈਰਾ ਕੁਝ ਵੀ ਇਦਾਂ ਦੇ ਵਾਇਰਲ ਜਿਹੜੇ ਨੇ ਉਹ ਹੁੰਦੇ ਰਹਿੰਦੇ ਨੇ ਭਾਰਤ ਦੇ ਵਿੱਚ, ਬਟ ਇਸ ਪੋਜੀਸ਼ਨ ਤੱਕ, ਇਸ ਹਾਲਾਤ ਤੱਕ ਪਹੁੰਚਣਾ, ਔਰ ਸਾਰੇ ਸਿੰਪਟਮਸ ਜਿਹੜੇ ਨੇ ਉਹ ਵਾਲੇ ਨੇ ਜਿਹੜੇ ਕਿ ਵਰਲਡ ਵਾਈਡ ਅਸੀਂ ਸੁਣਦੇ ਹਾਂ ਵੀ ਕਰੋਨਾ ਦੇ ਕੀ ਸਿੰਪਟਮਸ ਨੇ, ਉਹੀ ਸਾਰੇ ਉਹਨਾਂ ਦੇ ਵਿੱਚ ਨੇ, ਤੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਜੀ। ਜਿਹੜੀ ਸਾਫ਼ ਕਰ ਦੇਣਾ ਚਾਹੁੰਦਾ, ਜਿਹੜੀ ਕਿ ਦਰਸ਼ਕਾਂ ਵਾਸਤੇ ਬਹੁਤ ਜ਼ਰੂਰੀ ਹੈ, ਉਹ ਹੈ ਕਿ ਜਿਨ੍ਹਾਂ ਨੂੰ ਕੋਵਿਡ ਹੁੰਦਾ ਹੈ, ਉਹ ਕੋਵਿਡ ਕੁਝ ਲੋਕ ਜਿਹੜੇ ਨੇ ਇਸ ਤਰ੍ਹਾਂ ਦਾ ਐਕਸਪੀਰੀਅੰਸ ਦੱਸਦੇ ਨੇ, ਉਹ ਨੀਅਰ ਡੈਥ ਐਕਸਪੀਰੀਅੰਸ ਦੱਸਦੇ ਨੇ ਆਪਣਾ। ਉਹ ਕਹਿੰਦੇ ਮੌਤ ਜਿਹੜੀ ਕੋਲੋਂ ਹੋਈ, ਔਰ ਕਹਿੰਦੇ ਨਰਕ ਜੇ ਕਿਸੇ ਨੇ ਨਹੀਂ ਵੇਖਿਆ ਤੇ ਉਹ ਇਹਨਾਂ ਲੋਕਾਂ ਨੇ ਵੇਖ ਲਿਆ ਜਿਨ੍ਹਾਂ ਤੇ ਵਾਇਰਲ ਲੋਡ ਬਹੁਤ ਜ਼ਿਆਦਾ ਹੋ ਜਾਂਦਾ, ਉਹ ਉਹਨਾਂ ਨੇ ਦੇਖ ਲਿਆ। ਦੂਸਰੇ, ਜਿਹੜੀ ਅੱਜ ਕੱਲ੍ਹ ਵੈਕਸੀਨੇਸ਼ਨ ਦੀ ਬੜੀ ਗੱਲ ਚੱਲਦੀ ਹੈ, ਵੈਕਸੀਨੇਸ਼ਨ ਦੀ ਜੇ ਦੋਵੇਂ ਡੋਜ਼ਸ ਲੈ ਲਈਆਂ ਜਾਣ ਤਾਂ ਉਸ ਤੋਂ ਬਾਅਦ ਜੇ ਤੁਹਾਨੂੰ ਕਰੋਨਾ ਹੋ ਵੀ ਜਾਂਦਾ ਤਾਂ ਉਹ ਇੰਨਾ ਤੰਗ ਨਹੀਂ ਕਰਦਾ। ਦੂਸਰੇ ਨੰਬਰ ਤੇ ਉਹ ਮੌਤ ਹੋਣ ਦੇ ਚਾਂਸਸ ਬਿਲਕੁਲ ਬਹੁਤ ਘੱਟ ਹੋ ਜਾਂਦੇ ਨੇ, ਬਹੁਤ ਜ਼ਿਆਦਾ ਨੈਗਲੀਜੇਬਲ ਕਹਿ ਸਕਦੇ ਆਪਾਂ ਕਿ ਚਾਂਸਸ ਹੁੰਦੇ ਨੇ। ਇਸ ਕਰਕੇ ਵੈਕਸੀਨੇਸ਼ਨ ਜ਼ਰੂਰ ਲਵੋ ਤੇ ਇਸ ਦੇ ਨਾਲ ਜਿਹੜੀਆਂ ਪ੍ਰੀਕਾਸ਼ਨਸ ਜ਼ਰੂਰ ਲਵੋ। ਕੋਈ ਕੁਝ ਵੀ ਕਹੀ ਜਾਂਦਾ ਜਾਂ ਸਾਨੂੰ ਨਜ਼ਰ ਕੁਝ ਵੀ ਆ ਰਿਹਾ, ਪ੍ਰੀਕਾਸ਼ਨਸ ਲੈਣ ਦੇ ਵਿੱਚ ਕੋਈ ਫਰਕ ਨਹੀਂ ਜੀ। ਬਿਲਕੁਲ। ਔਰ ਵੈਕਸੀਨ ਦੀਆਂ ਵੀ ਕੁਝ ਰਾਜੇਸ਼ੀ ਰਿਪੋਰਟਸ ਆ ਰਹੀਆਂ ਸੀਗੀਆਂ ਕਿ ਵੈਕਸੀਨ ਦੇ ਨਾਲ ਕੁਝ ਲੋਕਾਂ ਦੀ ਹਾਲਤ ਖਰਾਬ ਹੋ ਰਹੀ ਹੈ, ਵੀ ਮੈਸੇਜ ਬਹੁਤ ਆ ਰਿਹਾ ਕਿ ਭਾਰਤ ਦੇ ਵਿੱਚ ਕੁਝ ਇਦਾਂ ਦਾ ਹੈ। ਦੇਖੋ, ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਔਰ ਇੱਥੇ ਖਬਰ ਉਹ ਫੈਲਣੀ ਹੈ ਜਿਹੜੀ ਨੈਗੇਟਿਵ ਹੈ। ਪੋਜ਼ਿਟਿਵ ਖਬਰਾਂ ਜੇ 100 ਬੰਦੇ ਨੂੰ ਵੈਕਸੀਨੇਸ਼ਨ ਹੋਈ ਆ ਤੇ ਉਹ ਚ ਜੇ ਕੋਈ ਇੱਕ ਬੰਦਾ ਜਾਂ ਹਜ਼ਾਰਾਂ ਚ ਇੱਕ ਬੰਦਾ ਜੇ ਕਿਸੇ ਨੂੰ ਤਬੀਅਤ ਵਿਗੜ ਗਈ, ਕਿਸੇ ਦੀ ਖਰਾਬ ਹੋ ਗਈ, ਮੇ ਵੀ ਕੋਈ ਹੋਰ ਵੀ ਰੀਜ਼ਨ ਹੋਏ ਉਹਦਾ, ਤਾਂ ਉਹ ਜਿਹੜੀ ਖਬਰ ਹੈ ਉਹ ਆਗੂ ਵਾਂਗੂ ਫੈਲਣੀ ਹੈ। ਇਹੀ ਹੋ ਰਿਹਾ। ਜੇ ਕਿਤੇ ਇतना ਲੋਕਾਂ ਕੋਈ ਖਬਰ ਆਉਂਦੀ ਹੈ ਤਾਂ ਉਹ ਇਸ ਤਰ੍ਹਾਂ ਫੈਲਦੀ ਹੈ ਕਿ ਬਸ ਪੁੱਛੋ ਨਾ, ਕਿਉਂਕਿ ਜ਼ਮਾਨਾ ਹੀ ਇਹੀ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਨੈਗੇਟਿਵ ਖਬਰ ਜਿਹੜੀ ਆ ਉਹ ਜੰਗਲ ਦੀ ਅੱਗ ਵਾਂਗੂ ਫੈਲਦੀ ਹੈ ਜੀ। ਸੋ ਇਹ ਸਿਰਫ ਸੋਸ਼ਲ ਮੀਡੀਆ ਦੀ ਖਬਰ ਹੈ। ਰਾਜੇਸ਼ ਜੀ, ਇਸ ਤੋਂ ਇਲਾਵਾ ਅਸੀਂ ਬਾਕੀ ਖਬਰਾਂ ਦਾ ਵੀ ਜ਼ਿਕਰ ਕਰਦੇ ਹਾਂ। ਅੱਜ ਬੜੀ ਪੋਲੀਟੀਕਲ ਅਸੀਂ ਸਿਆਸਤਦਾਨਾਂ ਦੀ ਗੱਲ ਕਰਦੇ ਹਾਂ, ਵੀ ਸਿਆਸਤਦਾਨ ਆਪਣੇ ਤੌਰ ਦੇ ਉੱਤੇ ਆਪਣਾ ਲੱਗੇ ਹੋਏ ਆ ਵੀ ਜਿਹੜਾ ਉਹਨਾਂ ਦਾ ਕੰਮ ਹੈ ਉਹ ਹੁਣੇ ਤੋਂ ਇਲੈਕਸ਼ਨਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ। ਭਗਵੰਤ ਮਾਨ ਜਿਹੜੇ ਨੇ, ਅੱਜ ਉਹਨਾਂ ਦੀ ਇੱਕ ਰਿਐਕਸ਼ਨ ਆਇਆ, ਛੋਟੀ ਜਿਹੀ ਬਾਈਟ ਵੀ ਹੈ, ਉਹ ਵੀ ਆਪਾਂ ਜ਼ਰੂਰ ਸੁਣ ਲਵਾਂਗੇ ਵੀ ਭਗਵੰਤ ਮਾਨ ਕਹਿ ਕੀ ਰਹੇ ਸੀਗੇ। ਤੇ ਉਹ ਭਗਵੰਤ ਮਾਨ ਕਹਿ ਰਹੇ ਵੀ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੀ ਫਿਰ ਚਰਚਾ ਛਿੜ ਗਈ ਵੀ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਿਲ ਹੋ ਸਕਦੇ ਨੇ। ਪਹਿਲਾਂ ਅਸੀਂ ਛੋਟੀ ਜਿਹੀ ਇੱਕ ਗੱਲ ਸੁਣ ਲੈਂਦੇ ਵੀ ਭਗਵੰਤ ਮਾਨ ਨੂੰ ਜਦੋਂ ਰਿਪੋਰਟਰਸ ਨੇ, ਪੱਤਰਕਾਰਾਂ ਨੇ ਸਵਾਲ ਪੁੱਛਿਆ ਸੀ ਤਾਂ ਉਹ ਜਵਾਬ ਕੀ ਦੇ ਰਹੇ ਸੀਗੇ। ਸੋ ਮੈਂ ਟੀਮ ਨੂੰ ਕਹਾਂਗੀ ਪਲੀਜ਼ ਭਗਵੰਤ ਮਾਨ ਦੀ ਇੱਕ ਵਾਰੀ ਉਹ ਰਿਐਕਸ਼ਨ ਜਿਹੜਾ ਉਹ ਚਲਾ ਦਿਓ ਤਾਂ ਕਿ ਆਪਾਂ ਉਹਨੂੰ ਸੁਣ ਲਈਏ। ਸਭ ਚਰਚਾ ਇਹ ਬਣੀ ਵੀ ਨਵਜੋਤ ਸਿੱਧੂ ਵੀ ਤੁਹਾਡੇ ਪਾਰਟੀ 'ਚ ਸ਼ਾਮਿਲ ਹੋਣ ਵਾਲੇ, ਇਹ ਚਰਚਾ ਮੀਡੀਆ 'ਚ ਜ਼ਿਆਦਾ ਚਰਚਾ ਹੈ। ਸਾਡੇ ਨਾਲ ਨਾ ਤਾਂ ਦਿੱਲੀ ਵਾਲੇ ਲੈਵਲ ਤੇ ਨਾ ਹੀ ਪੰਜਾਬ ਵਾਲੇ ਲੈਵਲ ਤੇ ਹਜੇ ਤੱਕ ਉਹਨਾਂ ਨਾਲ ਗੱਲ ਨਹੀਂ ਹੋਈ, ਪਰ ਅਸੀਂ ਵੈਲਕਮ ਕਰਾਂਗੇ ਉਹਨਾਂ ਦਾ ਜੇ ਆਉਣਾ ਚਾਹੁੰਦੇ ਨੇ। ਪਰ ਖੈਰਾ ਸਾਹਿਬ ਇਹ ਕਹਿੰਦੇ ਨੇ ਜੀ, ਉਹ ਕਹਿੰਦੇ ਜਦੋਂ ਤੱਕ ਭਗਵੰਤ ਮਾਨ ਆਮ ਆਦਮੀ ਪਾਰਟੀ 'ਚ ਉਦੋਂ ਤੱਕ ਚੰਗਾ ਲੀਡਰ ਆਮ ਆਦਮੀ ਪਾਰਟੀ 'ਚ ਨਹੀਂ ਜਾ ਸਕਦਾ, ਵੀ ਸਿੱਧੂ ਦੀ ਵੀ ਹੋ ਤੇ ਜਦੋਂ ਐਲਓਪੀ ਬਣੀ ਸੀ ਉਦੋਂ ਭਗਵੰਤ ਮਾਨ ਪਾਰਟੀ 'ਚ ਸੀ, ਉਹਨੂੰ ਐਲਓਪੀ ਬਣਾਇਆ ਸੀਗਾ, ਆਪਣੀ ਕਰਤੂਤਾਂ ਕਰਕੇ ਨਿਕਲੇ ਨੇ, ਉਹ ਮੇਰੇ ਕਰਕੇ ਥੋੜੀ ਨੇ। ਜੇ ਪਾਰਟੀ ਨੂੰ ਤੋੜਨ ਦੀਆਂ ਕੋਈ ਗੱਲਾਂ ਕਰਨਗੇ ਸੋ ਅਸੀਂ ਤਾਂ ਵੈਲਕਮ ਕਰਾਂਗੇ। ਸਿੱਧੂ ਸਾਹਿਬ ਦਾ ਵੈਲਕਮ ਜੀ, ਵੈਲਕਮ। ਮੈਂ ਕਹਿੰਦਾ ਜੀ ਅਸੀਂ ਤਾਂ 3.25 ਕਰੋੜ ਪੰਜਾਬੀਆਂ ਨੂੰ ਜੋੜਨਾ ਚਾਹੁੰਦੇ। ਸਿੱਧੂ ਸਾਹਿਬ ਵੀ ਸੀਐਮ ਦਾ ਚਿਹਰਾ ਹੋ ਸਕਦੇ ਨੇ ਭਾਜੀ, ਜਦੋਂ ਆਏ ਹੀ ਨਹੀਂ ਹੈ ਜੇ ਭਾਜੀ ਕਿਵੇਂ ਹੋ ਸਕਦੇ ਨੇ? ਜੇ ਆਉਂਦੇ ਤੁਹਾਡੀ ਪਾਰਟੀ ਤੋਂ, ਮੈਂ ਕਿਹਾ ਜੀ ਆਉਣ, ਵੈਲਕਮ। ਜਿਵੇਂ ਵੀ ਪਾਰਟੀ ਫੈਸਲਾ ਕਰੂਗੀ ਅਸੀਂ ਤਾਂ ਨਾਲ, ਅਸੀਂ ਤਾਂ ਸਿਪਾਹੀ ਹਾਂ। ਸੋ ਰਾਜੇਸ਼ ਗਿੱਲ ਜੀ, ਭਗਵੰਤ ਮਾਨ ਨੇ ਬੜਾ ਸਮਾਰਟਲੀ ਜਵਾਬ ਤਾਂ ਦੇ ਦਿੱਤਾ, ਨੋ ਡਾਊਟ ਵੀ ਅਸੀਂ ਸਾਰੇ ਜਾਣਦੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਆਪਣੇ ਤੌਰ ਦੇ ਉੱਤੇ ਇੱਕ ਕੁਰਸੀ ਦੀ ਜੰਗ ਖੈਰ ਸਾਰੀਆਂ ਪਾਰਟੀਆਂ 'ਚ ਚੱਲਦੀ ਰਹਿੰਦੀ ਹੈ। ਤੇ ਜਿਸ ਤਰੀਕੇ ਨਾਲ ਮੇਰਾ ਫੋਕਸ ਹੋਇਆ ਵੀ ਜਦੋਂ ਪੱਤਰਕਾਰ ਨੇ ਪੁੱਛਿਆ ਵੀ ਨਵਜੋਤ ਸਿੰਘ ਸਿੱਧੂ ਜੇ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਤਾਂ ਫਿਰ ਸੀਐਮ ਦਾ ਚਿਹਰਾ ਉਹ ਹੋਣਗੇ, ਉਹਦੇ ਤੇ ਭਗਵੰਤ ਮਾਨ ਨੇ ਬੜਾ ਹੀ ਸਮਾਰਟਲੀ ਜਾਂ ਗੋਲਮੋਲ ਜਿਹਾ ਜਵਾਬ ਦੇ ਦਿੱਤਾ, ਸਿੱਧੇ ਤੌਰ ਦੇ ਉੱਤੇ ਕੁਝ ਕਿਹਾ ਨਹੀਂ। ਸੋ ਕੀ ਅੰਦਾਜ਼ੇ ਲਗਾਏ ਜਾਣ? ਦੇਖੋ, ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਅਜਿਹੀ ਸ਼ਖਸੀਅਤ ਹੈ ਜਿਹੜਾ ਇੱਕ ਅਜਿਹਾ ਇਕੱਲੀ ਇਹੋ ਜਿਹੀ ਸ਼ਖਸੀਅਤ ਹੈ ਜਿਹੜਾ ਕਿ ਕਦੀ ਕੁਝ ਬੋਲੇ ਵੀ ਨਾ ਤਾਂ ਫਿਰ ਵੀ ਉਹ ਚਰਚਾ 'ਚ, ਫਿਰ ਵੀ ਉਹ ਖਬਰਾਂ 'ਚ। ਇਹ ਗੱਲ ਤਾਂ ਸਾਰੇ ਮੰਨ। ਦੂਸਰੇ, ਭਗਵੰਤ ਮਾਨ ਤੋਂ ਜਿਹੜੇ ਸਵਾਲ ਪੁੱਛੇ ਗਏ ਉਹਨਾਂ ਨੇ ਪੋਲੀਟੀਕਲ ਆਨਸਰ ਦਿੱਤੇ ਨੇ। ਉਹਨਾਂ ਨੇ ਇਹ ਨਹੀਂ ਗੱਲ ਕਹੀ ਕਿ ਜਾਂ ਉਹ ਲਓ ਜੀ ਨੰਗੇ ਪੈਰੀ ਦੌੜੇ ਜਾਣਗੇ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਨ ਵਾਸਤੇ, ਕਿਉਂਕਿ ਉਹ ਭਗਵੰਤ ਮਾਨ ਤੇ ਜਿਹੜੇ ਅਜਿਹੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ, ਜਿੰਨੀਆਂ ਵੀ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਨੇ, ਉਹਦੇ ਵਿੱਚ ਦੂਜੇ ਲੀਡਰ ਇਹ ਇਲਜ਼ਾਮ ਲਾਉਂਦੇ ਰਹੇ ਨੇ ਕਿ ਭਗਵੰਤ ਮਾਨ ਜਿੰਨੀ ਦੇਰ ਤੱਕ ਪਾਰਟੀ ਦੇ ਵਿੱਚ ਨੇ ਉਨੀ ਦੇਰ ਤੱਕ ਕੋਈ ਵੱਡਾ ਲੀਡਰ ਹੋਰ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦਾ, ਜਾਂ ਕੋਈ ਹੋਰ ਅਜਿਹਾ ਚਿਹਰਾ ਜਿੱਤੋਂ ਭਗਵੰਤ ਮਾਨ ਨੂੰ ਖੁਦ ਖਤਰਾ ਜਾਪਦਾ ਹੈ
ਕਿ ਕਿਤੇ ਨਾ ਕਿਤੇ ਉਹਨੂੰ ਕੋਈ ਕਾਰਨਰ ਕੀਤਾ ਜਾ ਸਕਦਾ ਹੈ, ਕੋਈ ਸਾਈਡਲਾਈਨ ਕੀਤਾ ਜਾ ਸਕਦਾ ਹੈ। ਇਹ ਉਨੀ ਦੇਰ ਤੱਕ ਕੋਈ ਹੋਰ ਨਹੀਂ ਸਾਹਮਣੇ ਆ ਸਕਦਾ। ਇਹ ਚੀਜ਼ਾਂ ਜਿਹੜੀਆਂ ਉਹ ਵੇਖਣ ਵਾਲੀਆਂ ਨੇ। ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਨਾ ਤਾਂ ਪਾਰਟੀ ਦੇ ਵਿੱਚ ਕੋਈ ਗੱਲ ਚਰਚਾ ਚੱਲਦੀ ਹੈ ਔਰ ਨਾ ਕਿਸੇ ਹੋਰ ਲੈਵਲ ਤੇ ਚਰਚਾ ਚੱਲਦੀ ਹੈ। ਚਰਚਾ ਸਿਰਫ ਤੇ ਸਿਰਫ ਮੀਡੀਆ ਚੱਲਦੀ ਹੈ। ਇਸੇ ਕਰਕੇ ਮੈਂ ਆਪਣੀ ਗੱਲ ਦੀ ਜਿਹੜੀ ਬਾਤ ਕੀਤੀ ਕਿ ਨਵਜੋਤ ਸਿੰਘ ਸਿੱਧੂ ਜੇ ਕੁਝ ਵੀ ਨਾ ਕਰਨ ਤਾਂ ਵੀ ਉਹ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ। ਜਿੱਥੇ ਵੀ ਕਿਤੇ ਜੇ ਭਗਵੰਤ ਮਾਨ ਨੇ ਇੱਕ ਦਿਨ ਦੇ ਵਿੱਚ 10 ਪ੍ਰੈਸ ਕਾਨਫਰੰਸਾਂ ਕਰਨੀਆਂ ਹੋਣਗੀਆਂ, ਹਰ ਥਾਂ ਤੇ ਉਹਨੂੰ ਨਵਜੋਤ ਸਿੰਘ ਸਿੱਧੂ ਦਾ ਸਵਾਲ ਪੁੱਛਿਆ ਜਾਵੇਗਾ ਔਰ ਹਰ ਥਾਂ ਤੇ ਭਗਵੰਤ ਮਾਨ ਦਾ ਇਹ ਸਵਾਲ ਹੋਵੇਗਾ। ਸਿਰਫ ਭਗਵੰਤ ਮਾਨ ਨਹੀਂ, ਜੇ ਰਾਘਵ ਚੱਡਾ ਆ ਕੇ ਪ੍ਰੈਸ ਕਾਨਫਰੰਸ ਕਰੇਗਾ ਜਾਂ ਹੋਰ ਵੀ ਕੋਈ ਕਰੇਗਾ ਤਾਂ ਉਹਨੂੰ ਪਹਿਲਾ ਸਵਾਲ ਇਹ ਪੁੱਛਿਆ ਜਾਏਗਾ ਨਵਜੋਤ ਸਿੰਘ ਸਿੱਧੂ ਬਾਰੇ ਕਿ ਉਹ ਪਾਰਟੀ 'ਚ ਤੁਹਾਡੇ ਆਂਦਾ ਤੁਸੀਂ ਸਵਾਗਤ ਕਰੋਗੇ। ਉਹਨਾਂ ਕ੍ਰਿਟੀਕਲ ਆਨਸਰ ਤਾਂ ਇਹੋ ਹੀ ਹੋਏਗਾ ਜੀ ਜੇ ਆਉਂਦੇ ਨੇ ਤੇ ਫਿਰ ਅਸੀਂ ਸਵਾਗਤ ਕਰਾਂਗੇ। ਪਿਛਲੀ ਵਾਰੀ ਵੀ ਜਦੋਂ ਭਗਵੰਤ ਮਾਨ ਇੱਥੇ ਆਏ ਸੀ ਅੰਮ੍ਰਿਤਸਰ, ਤਾਂ ਉਦੋਂ ਵੀ ਇਹ ਸਵਾਲ ਪੁੱਛਿਆ ਗਿਆ ਸੀ। ਰਾਘਵ ਚੱਡਾ ਇੱਥੇ ਆਏ ਸੀ, ਉਦੋਂ ਵੀ ਇਹ ਸਵਾਲ ਪੁੱਛਿਆ ਗਿਆ ਸੀ। ਰਾਘਵ ਚੱਡਾ ਨੇ ਇਹ ਜਵਾਬ ਦਿੱਤਾ ਸੀ ਉਸ ਵੇਲੇ ਕਿ ਮੈਂ ਇੱਥੇ ਬੈਠਾ ਜੀ, ਇੱਥੋਂ 3 ਕਿਲੋਮੀਟਰ ਦੂਰ 3 ਕਿਲੋਮੀਟਰ ਵੀ ਨਹੀਂ ਬਲਕਿ 300 ਗਜ ਦੀ ਦੂਰੀ ਤੇ ਨਵਜੋਤ ਸਿੰਘ ਸਿੱਧੂ ਦੀ ਕੋਠੀ ਆ। ਉੱਥੇ ਜਾ ਕੇ ਉਹਨਾਂ ਨੂੰ ਪੁੱਛਾਓ ਤੁਸੀਂ ਸਿੱਧਾ ਹੀ ਕਿ ਤੁਸੀਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਾ ਚਾਹੋਗੇ। ਜੇ ਉਹ ਕਹਿੰਦੇ ਅਸੀਂ ਸ਼ਾਮਲ ਹੋਣਾ ਚਾਹੁੰਦੇ ਹਾਂ ਫਿਰ ਅਸੀਂ ਕੋਈ ਨਾ ਕੋਈ ਜਵਾਬ ਦੇ ਦਿੰਦੇ ਹਾਂ। ਇਹ ਆਲਮ ਹੈ। ਸੋ ਚੀਜ਼ਾਂ ਸਮਝਣ ਦੀ ਲੋੜ ਹੈ। ਜੋ ਆਮ ਆਦਮੀ ਪਾਰਟੀ ਹੈ, ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ, ਉਹ ਜੇ ਉਹਨਾਂ ਨੂੰ ਕਿਤੇ ਨਾ ਕਿਤੇ ਜੇ ਖਤਰਾ ਆਏਗਾ ਪੰਜਾਬ ਦੇ ਵੱਡੇ ਲੀਡਰਾਂ ਤੋਂ ਹੀ ਖਤਰਾ ਆਏਗਾ, ਹੋਰ ਕਿਤੇ ਕੋਈ ਖਤਰਾ ਨਹੀਂ ਪਏਗਾ। ਤਾਂ ਜਦ ਇਹ ਇਸ ਦੀ ਗੱਲ ਜਿਹੜੀ ਆ ਉਹ ਜਦੋਂ ਚੱਲੇਗੀ ਪਾਰਟੀ ਨਾਲ ਕਿਸੇ ਲੈਵਲ ਤੇ, ਕਿਉਂਕਿ ਉਹਦੇ ਵਿੱਚ ਪਾਰਟੀ ਨਾਲ ਨਵਜੋਤ ਸਿੰਘ ਸਿੱਧੂ ਦੀਆਂ ਕਿਸ ਲੈਵਲ ਤੇ ਗੱਲਾਂ ਹੋਈਆਂ ਸਾਰਿਆਂ ਨੂੰ ਪਤਾ, ਕਿਸ ਢੰਗ ਨਾਲ ਇੱਕ ਦੂਜੇ ਨਾਲ ਜਿਹੜੀ ਉਹ ਸੌਦੇਬਾਜ਼ੀ ਜਿਹੜੀ ਗੱਲ ਚੱਲਦੀ ਸੀ ਔਰ ਉਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਆ ਗਈਆਂ, ਚੋਣਾਂ ਤੋਂ ਪਹਿਲਾਂ ਹੀ ਸਾਹਮਣੇ ਆ ਗਈਆਂ ਸੀਗਾ ਕਿ ਕੀ ਕੁਝ ਹੋਇਆ, ਕਿਹੜੀਆਂ ਸੀਟਾਂ ਦੀ ਡਿਮਾਂਡ ਕੀਤੀ ਜਾ ਰਹੀ ਸੀ। ਇਹ ਚਰਚਾ ਲਗਾਤਾਰ ਚੱਲਦੀ ਹੈ ਤੇ ਚੱਲਦੀ ਰਹੇਗੀ ਕਿਉਂਕਿ ਹੁਣ ਇਸ ਵੇਲੇ ਉਹ ਸਮਾਂ ਹੈ ਜਦੋਂ ਗਣ ਤੁੱਕ ਦਾ ਸਮਾਂ ਹੈ, ਜਦੋਂ ਪਾਰਟੀਆਂ ਦੇ ਵਿੱਚ ਇੱਧਰ ਉੱਧਰ ਜਾਣ ਦਾ ਸਮਾਂ ਹੈ ਔਰ ਜਦੋਂ ਬਹੁਤ ਸਾਰੇ ਲੋਕ ਜੁੜਦੇ ਵੀ ਨੇ ਟੁੱਟਦੇ ਵੀ ਨੇ ਉਹ ਸਮਾਂ ਹੈ ਤੇ ਵੱਡੇ ਚਿਹਰਿਆਂ ਦੀ ਗੱਲ ਹੋਣਾ ਲੱਗਦੀ ਹੈ। ਉਹੀ ਗੱਲ ਹੀ ਹੋ ਰਹੀ ਹੈ। ਔਰ ਜੋ ਇੱਕ ਹੋਰ ਤੁਹਾਨੂੰ ਇਹਦੇ ਨਾਲ ਰਾਜੇਸ਼ ਜੀ ਇੱਕ ਕਾਲਰ ਆਪਣੇ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਬੋਲ ਰਿਹਾ ਜੀ ਜੀ ਸਰ। ਜੀ ਸਰ ਕੀ ਕਹਿਣਾ ਚਾਹੋਗੇ? ਹਾਂਜੀ ਤੁਸੀਂ ਗੱਲ ਚੱਲ ਰਹੀ ਹੈ ਵੀ ਅੱਜ ਤੇ ਜਲਿਆਂਵਾਲੇ ਬਾਗ ਦਾ ਗੇਟ ਕਿਉਂ ਨਹੀਂ ਖੋਲਿਆ ਹੁਣੀ। ਹਾਂਜੀ ਤੇ ਮੈਂ ਇਸ ਵਿੱਚ ਮੈਂ ਕਹਿਣਾ ਚਾਹੁੰਦਾ ਵੀ ਇਹਦੇ ਵਿੱਚ ਇੱਕ ਧਾਰਾ ਪਿੱਛੇ ਕੰਮ ਕਰਦੀ ਆ ਕਿਉਂਕਿ ਪੰਜਾਬੀ ਜਦ ਲੋਕ ਅਸੀਂ ਗੱਲ ਕਰਦੇ ਆ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਬਹੁਤ ਆਜ਼ਾਦੀ ਲਈ, ਤਾਂ ਇਹ ਗੱਲ ਸੈਂਟਰ ਵਾਲਿਆਂ ਦੇ ਬੀਜੇਪੀ ਵਾਲਿਆਂ ਨੂੰ ਜਾਂ ਹਿੰਦੂ ਕਮਿਊਨਿਟੀ ਨੂੰ ਕੋਈ ਰਾਸ ਨਹੀਂ ਆਉਂਦੀ। ਉਹ ਸਾਨੂੰ ਛੋਟਾ ਦਿਖਾਉਣ ਲਈ ਇਹ ਸਭ ਚਾਲਾਂ ਚੱਲੀਆਂ ਜਾ ਰਹੀਆਂ। ਤੇ ਦੂਜਾ ਜਿਹੜਾ ਲੋਕ ਨਹੀਂ ਪਾਉਂਦੇ ਆਪਣੇ ਮਾਸਕ ਵਗੈਰਾ ਭੀੜ ਦੇ ਬਹੁਤ ਇਕੱਠੀਆਂ ਹੋਈਆਂ, ਉਹ ਕਿਉਂ ਪਾਉਣ ਜਦ ਲੀਡਰ ਨਹੀਂ ਪਾਉਂਦੇ? ਉਹ ਕਹਿੰਦੇ ਵੀ ਲੀਡਰ ਉੱਦਾਂ ਘੁੰਮਦੇ ਆ ਸਾਰੇ। ਤੁਸੀਂ ਪੰਜਾਬ ਵਿੱਚ ਵੀ ਦੇਖ ਲਓ ਜਾਂ ਹੁਣ ਜਿੱਥੇ ਇਲੈਕਸ਼ਨਾਂ ਹੋਈਆਂ ਬੰਗਾਲ ਦਾ, ਅਸਾਮ ਦਾ, ਉਹਨਾਂ ਦੀ ਕਦੇ ਕਰੋਨਾ ਦੀ ਜਿਹਦੀ ਰਿਪੋਰਟ ਬਾਹਰ ਨਹੀਂ ਕੱਢਦੇ ਕਿ ਉੱਥੇ ਕਰੋਨਾ ਹੈਗਾ ਜਾਂ ਨਹੀਂ ਜਾਂ ਕਿੰਨਾ, ਕਿਉਂਕਿ ਉੱਥੇ ਉਹਨਾਂ ਨੇ ਆਪ ਖੁਦ ਰੈਲੀਆਂ ਕਰਨੀਆਂ। ਜੀ ਬਿਲਕੁਲ। ਇਹ ਇੱਕ ਬੜੀ ਕੋਝੀ ਚਾਲ ਆ। ਇਹ ਅਸੀਂ ਸਾਨੂੰ ਬਹੁਤ ਵਿਚਾਰਨ ਦੀ ਲੋੜ ਆ ਇਹਦੇ ਪਿੱਛੇ ਤੇ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਆ। ਬਹੁਤੇ ਲੋਕਾਂ ਤਾਂ ਕਾਫੀ ਮੰਨਦੇ ਕਿਉਂਕਿ ਇੱਕ ਲੀਡਰ ਦੀ ਸਾਨੂੰ ਲੀਡਰ ਸੇਧ ਨਹੀਂ ਦਿੰਦੇ, ਲੀਡਰ ਆਪ ਐਗਜ਼ਾਮਪਲ ਨਹੀਂ ਬਣਦੇ। ਜੀ ਬਿਲਕੁਲ। ਉਹੀ ਗੱਲ ਆ ਵੀ ਜਿੱਦਾਂ ਕਰਪਸ਼ਨ ਹੁੰਦੀ ਹੈ ਨਾ ਆਪਣੇ ਅਫਸਰਾਂ ਦੇ ਦਫ਼ਤਰਾਂ ਵਿੱਚ, ਉਹ ਛੋਟੇ ਅਧਿਕਾਰੀ ਕਹਿੰਦੇ ਜਾਂ ਬੜੇ ਅਧਿਕਾਰੀ ਕਰਪਸ਼ਨ ਕਰਦੇ ਤਾਂ ਅਸੀਂ ਕਿਉਂ ਨਾ ਕਰੀਏ। ਸਭ ਇਹ ਸਾਰਾ ਟਾਣਾ ਬਣਾ ਐਸਾ ਕਰਪਸ਼ਨ ਚ ਉਲਝਿਆ ਪਿਆ ਤੇ ਇਹਦਾ ਰੱਬ ਹੀ ਰੱਖਾ ਸਾਡੇ ਪੰਜਾਬ ਦਾ ਜਾਂ ਹਿੰਦੁਸਤਾਨ ਦਾ। ਥੈਂਕ ਯੂ ਵੈਰੀ ਮਚ। ਬਿਲਕੁਲ ਸਰ, ਥੈਂਕ ਯੂ ਜੀ। ਰਾਜੇਸ਼ ਉਹੀ ਗੱਲ ਜਿਹੜੀ ਸੀ ਥੋੜੀ ਦੇਰ ਪਹਿਲਾਂ ਹੀ ਦੁਹਰਾ ਰਹੇ ਸੀਗੇ ਵੀ ਬਿਲਕੁਲ ਗੱਲ ਹੈ ਕਿ ਕੁੱਲਬਾਬ ਇਹੀ ਆ ਕਿ ਆਮ ਲੋਕ ਜਿਹੜੇ ਨੇ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਜਵਾਬ ਕਿਸੇ ਕੋਲ ਨਹੀਂ ਹੈਗਾ ਔਰ ਜਵਾਬ ਉਹਦਾ ਦਿੱਤਾ ਵੀ ਨਹੀਂ ਜਾ ਸਕਦਾ ਕਿਉਂਕਿ ਜਦੋਂ ਮੈਂ ਬਾਰ-ਬਾਰ ਇਹ ਕਹਿ ਰਿਹਾ ਕਿ ਸਰਕਾਰ ਦੇ ਦੋਹਰੇ ਮਾਪਦੰਡ ਨੇ। ਸਰਕਾਰ ਜਿੰਨੇ ਤੱਕ ਆਪਣੇ ਤੇ ਲਾਗੂ ਨਹੀਂ ਕਰੇਗੀ ਲੋਕਾਂ ਨੂੰ ਕਿਵੇਂ ਸੈਟੀਸਫਾਈ ਕਰ ਲੇਗੀ ਜਾਂ ਲੋਕਾਂ ਨੂੰ ਇਸ ਪਾਸੇ ਵੱਲ ਸਿਰਫ ਡੰਡੇ ਦਾ ਜ਼ੋਰ ਹੈ ਕਿ ਡੰਡੇ ਦੇ ਜ਼ੋਰ ਨਾਲ ਤੁਸੀਂ ਕਰਾ ਲਓ। ਸਰਕਾਰ ਹੈ, ਸਰਕਾਰ ਕਹਿੰਦੇ ਕੁਝ ਵੀ ਕਰ ਸਕਦੀ ਹੈ। ਉਹ ਆ ਲੋਕਾਂ ਦੇ ਵਿੱਚ ਅਨਰੈਸਟ ਪੈਦਾ ਹੋ ਰਿਹਾ। ਉਹ ਜਿਹੜੇ ਆ ਸਮੇਂ-ਸਮੇਂ ਤੇ ਬਲਾਸਟ ਹੁੰਦੇ ਵੀ ਨੇ ਔਰ ਕਿਸੇ ਵੇਲੇ ਵੱਡਾ ਬਲਾਸਟ ਵੀ ਹੋ ਸਕਦਾ। ਸੋ ਇਹ ਲੋਕਾਂ ਨੂੰ ਜਿਹੜਾ ਵਾ ਕਿ ਤਰੀਕਾ ਨਹੀਂ ਹੈ ਕਿ ਲੋਕਾਂ ਨੂੰ ਮੋਬਿਲਾਈਜ਼ ਕਰਨ ਵਾਸਤੇ ਜਾਂ ਜੇ ਤੁਸੀਂ ਕਰੋਨਾ ਦਾ ਖਤਰਾ ਜਿਹੜਾ ਦੱਸ ਰਹੇ ਹੋ ਤਾਂ ਉਸਨੂੰ ਉਹਦੀਆਂ ਗਾਈਡਲਾਈਨਸ ਨੂੰ ਜੇ ਫੋਲੋ ਕਰਵਾਉਣਾ ਹੈ ਤਾਂ ਪਹਿਲਾਂ ਖੁਦ ਕਰਨੀਆਂ ਪੈਣਗੀਆਂ। ਸਿੰਪਲ ਜੀ ਗੱਲ ਹੈ। ਇਹ ਹੋ ਜਾਂਦਾ ਤਾਂ ਫਿਰ ਲੋਕ ਸਹਿਮਤ ਵੀ ਹੋਣਗੇ। ਮੈਂ ਕਹਿੰਦਾ ਕਿ ਸਰਕਾਰ ਨਾਲੋਂ ਜ਼ਿਆਦਾ
ਸਰਕਾਰ ਦੇ ਕਹਿਣ ਤੋਂ ਜ਼ਿਆਦਾ ਜਿਹੜੇ ਲੋਕ ਸਹਿਮਤ ਹੋਣਗੇ ਜੇ ਸਰਕਾਰ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਤੇ ਲਾਗੂ ਕਰਕੇ ਲੋਕਾਂ ਨੂੰ ਇੱਕ ਨਮੂਨਾ ਪੇਸ਼ ਕਰਕੇ ਦੱਸੇ ਤਾਂ ਇਹ ਚੀਜ਼ ਹੋ ਸਕਦੀ ਹੈ। ਬਿਲਕੁਲ ਰਾਜੇਸ਼ ਜੀ, ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਇਹ ਚੀਜ਼ ਦੱਸੋ ਵੀ ਜਦੋਂ ਆਮ ਆਦਮੀ ਪਾਰਟੀ ਦੀ ਗੱਲ ਚੱਲੀ ਤਾਂ ਇਹ ਸਿਆਸੀ ਗਲਿਆਰੇ 'ਚ ਫਿਰ ਇਹ ਚਰਚਾ ਜਿਹੜੀ ਛਿੜ ਗਈ ਹੈ ਵੀ ਨਵਜੋਤ ਸਿੰਘ ਸਿੱਧੂ ਕਿਤੇ ਆਪ 'ਚ ਤਾਂ ਨਹੀਂ ਚਲੇ ਜਾਣਗੇ, ਤਾਂ ਕੀ ਉਸ ਤੋਂ ਬਾਅਦ ਕੋਈ ਰਿਐਕਸ਼ਨ ਆਇਆ? ਨਵਜੋਤ ਸਿੰਘ ਸਿੱਧੂ ਟਵੀਟ ਕਰਦੇ ਰਹਿੰਦੇ ਨੇ, ਉਹਨਾਂ ਦੇ ਟਵਿੱਟਰ ਅਕਾਊਂਟ ਸ਼ੈਰੀ ਔਨ ਟੌਪ ਤੋਂ ਕੋਈ ਆਇਆ ਉਹਨਾਂ ਦਾ ਰਿਪਲਾਈ ਇਸ ਚੀਜ਼ ਦਾ, ਕੋਈ ਟਵੀਟ ਕੀਤਾ ਹੋਵੇ ਉਹਨਾਂ ਨੇ? ਦੇਖੋ ਟਵੀਟ ਤੇ ਹੁਣ ਲਗਾਤਾਰ ਆ ਰਹੇ ਨੇ, ਟਵੀਟ ਉਹ ਚੀਜ਼ਾਂ ਦੇ ਆ ਰਹੇ ਨੇ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਵੀ ਗੱਲਾਂ ਕਰਦੇ ਰਹੇ ਨੇ ਕਿ ਉੱਥੋਂ ਕਿਸਾਨੀ ਅੰਦੋਲਨ ਦੇ ਵਿੱਚੋਂ ਜਿਹੜਾ ਵਾ ਉਹ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਨੌਜਵਾਨੀ ਜਿਹੜੀ ਜਿੱਥੇ ਨਸ਼ਿਆਂ ਦਾ ਦੋਸ਼ ਲੱਗਦਾ ਸੀ ਉਹ ਚੀਜ਼ਾਂ ਜਿਹੜੀਆਂ ਕਿੱਥੇ ਰਹਿ ਗਈਆਂ, ਨੌਜਵਾਨਾਂ ਨੇ ਅੰਦੋਲਨ ਨੂੰ ਉਹ ਸੇਧ ਦਿੱਤੀ। ਇਹ तमाम ਚੀਜ਼ਾਂ ਹੁਣ ਹੌਲੀ ਹੌਲੀ ਟਵੀਟ ਦੇ ਰੂਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਸਾਹਮਣੇ ਆ ਰਹੀਆਂ ਨੇ। ਔਰ ਹੁਣ ਅੱਜ ਦਾ ਜਿਹੜਾ ਤਾਜ਼ਾ ਬਿਆਨ ਸੀ ਉਹਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਪੇਟਿਆ ਕਿ ਜੋ ਬੈਬਲ ਕਲਾ ਜਾਂ ਕੋਟਕਪੁਰਾ ਗੋਲੀकांड ਸੀ, ਉਹਨਾਂ ਨੇ ਕਿਹਾ ਕਿ ਉਹ ਜਿਹੜੀ ਰਿਪੋਰਟ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀ ਸਬਮਿਟ ਕੀਤੀ ਹੈ ਜਿੱਥੇ ਹਾਈ ਕੋਰਟ ਦਾ ਫੈਸਲਾ ਆਇਆ ਬੜਾ ਆਪਣਾ ਪਿਆ ਤਾਂ ਉਸਨੂੰ ਜਨਤਕ ਕੀਤਾ ਜਾਏ। ਉਹਨਾਂ ਨੇ ਕਿਹਾ ਕਿ ਜੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਵਿਧਾਨ ਸਭਾ 'ਚ ਰੱਖੀ ਜਾ ਸਕਦੀ ਹੈ ਤੇ ਇਹ ਰਿਪੋਰਟ ਕਿਉਂ ਨਹੀਂ ਜਨਤਕ ਕੀਤੀ ਜਾ ਸਕਦੀ? ਕਿਤੇ ਨਾ ਕਿਤੇ ਜਿਹੜੇ ਸੁਰ ਨੇ ਉਹ ਥੋੜੇ ਬਦਲੇ ਹੋਏ ਤੇ ਜ਼ਰੂਰ ਨਜ਼ਰ ਆ ਰਹੇ ਨੇ। ਔਰ ਪਰ ਇਹ ਤੋਂ ਇਹ ਅੰਦਾਜ਼ਾ ਆ ਲੈਣਾ ਇੱਕਦਮ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੇ ਸ਼ਬਦ ਹੁੰਦੇ ਨੇ, ਜਿਹੜੇ ਬਿਆਨਾਤ ਹੁੰਦੇ ਨੇ, ਉਹ ਕਿਤੇ ਨਾ ਕਿਤੇ ਉਹਨਾਂ ਦੇ ਬਿਆਨ ਜਿਹੜੀ ਆਪਣੀ ਹਾਈ ਕਮਾਨ ਆ ਉਹਨੂੰ ਵੀ ਸੁਣਾਉਣ ਵਾਸਤੇ ਹੁੰਦੇ ਨੇ। ਔਰ ਉੱਥੋਂ ਬਾਅਦ ਦੇ ਵਿੱਚ ਜਿਹੜੇ ਨਿਰਦੇਸ਼ ਆਉਂਦੇ ਨੇ ਉਹ ਪੰਜਾਬ ਦੀ ਹਾਈ ਕਮਾਨ ਨੂੰ ਹੁੰਦੇ ਨੇ। ਇਹ ਚੀਜ਼ਾਂ ਵੀ ਜਿਹੜੀਆਂ ਪਾਰਟੀ ਦੇ ਅੰਦਰ ਚੱਲਦੀਆਂ ਰਹਿੰਦੀਆਂ ਨੇ। ਤੋਂ ਇਹ ਵੀ ਅੰਦਾਜ਼ਾ ਪਾਇਆ ਜਾ ਸਕਦਾ ਕਿ ਇਹ ਆਮ ਆਦਮੀ ਪਾਰਟੀ ਦੇ ਸ਼ਾਮਲ। ਬਿਲਕੁਲ। ਇੱਕ ਕਾਲਰ ਜੁੜੇ ਨੇ, ਮੈਂ ਲਾਸਟ ਕਾਲ ਅਟੈਂਡ ਕਰ ਲਾਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਵਜੋਤ ਸਿੱਧੂ ਤੇ ਆਪ ਪਾਰਟੀ ਤੇ ਵਾਂਟ ਹੈਵ ਸਮ ਕਮੈਂਟਸ ਔਨ दैट ਜੀ ਸਰ। ਕਿ ਲਾਈਕ ਜਿਹੜਾ ਸਿੱਧੂ ਹੈ ਉਹ ਵਨ ਮੈਨ ਆਰਮੀ ਹੈ ਬੇਸਿਕਲੀ, ਨੋ ਡਾਊਟ ਸਿੱਧੂ ਚ ਕੋਈ ਕਮੀ ਨਹੀਂ ਹੈ। ਹੀ ਇਜ਼ ਔਨੈਸਟ, ਹੀ ਇਜ਼ ਸਬ ਅਗਰੈਸਿਵ। ਹੈਲੋ ਹਾਂਜੀ ਸਰ, ਬਿਲਕੁਲ ਸੁਣ ਰਹੇ ਹਾਂ ਜੀ। ਸੋ ਅਗਰੈਸਿਵ ਹੈਗਾ, ਸਭ ਕੁਝ ਹੈਗਾ, ਬਟ ਐਟ ਦ ਸੇਮ ਟਾਈਮ ਉਹਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਨਾ ਲੈ ਕੇ ਨਹੀਂ ਚੱਲ ਸਕਦਾ ਕਿਸੇ ਨੂੰ। ਐਂਡ ਭਗਵੰਤ ਮਾਨ ਦੀ ਪ੍ਰੋਬਲਮ ਹੈਗੀ ਕਿ ਹੀ ਕਾਂਟ ਬੀ ਦਾ ਫੇਸ ਆਫ ਸਟੇਟ। ਆਪਣੇ ਆਪ ਚ ਵੱਡਾ ਲੀਡਰ ਹੈ, ਔਨੈਸਟ, ਬਾਕੀ ਸਭ ਕੁਝ ਹੁੰਦਾ ਹੈ। ਹੀ ਇਜ਼ ਅ ਗੁੱਡ ਫਾਈਟਰ, ਬੋਲਦਾ ਵਧੀਆ ਕਿਉਂਕਿ ਉਹਨੇ ਪਹਿਲੇ ਇਹਦਾ ਪ੍ਰੋਫੈਸ਼ਨ ਸੀ ਏਦਾਂ ਦਾ। ਬਟ ਰਾਈਟ ਨਾਓ ਭਗਵੰਤ ਮਾਨ ਸੀਐਮ ਦੀ ਪੋਜੀਸ਼ਨ ਲਈ ਕਦੀ ਵੀ ਫੇਸ ਪੰਜਾਬ ਦਾ ਨਹੀਂ ਹੋ ਸਕਦਾ, ਐਕਸੈਪਟੇਬਲ ਨਹੀਂ ਹੈ ਜੀ। he can be acceptable for any other position, not for Punjab CM ਜੀ ਸਰ। ਉਹਦੇ ਕਰਕੇ ਉਹਨੂੰ ਮੇਰੀ ਗਲਤਫਹਿਮੀ ਹੈ ਆਪਣੇ ਆਪ ਚ ਕਿ ਵੀ ਮੈਂ ਸ਼ਾਇਦ ਕੋਈ ਨਾ ਤੇ ਮੈਂ ਆਜੂ, ਪਰ ਪੋਸੀਬਲ ਨਹੀਂ ਹੈ। ਹੁਣ ਜਿੱਥੇ ਸਿੱਧੂ ਸਾਹਿਬ ਦੀ ਗੱਲ ਹੈ, since he is one man army, ਉਹ ਕਿਸੇ ਅੱਛੀ ਪੋਜੀਸ਼ਨ ਤੇ ਮਿਨਿਸਟਰ ਹੋਣ, he can handle the things for the state, but ਉਹਨੂੰ ਜੇ ਸੀਐਮ ਬਣਾ ਦੋ ਸ਼ਾਇਦ ਉਹ ਹੈਂਡਲ ਨਾ ਕਰ ਸਕਣ। ਬਿਲਕੁਲ ਸਰ, ਥੈਂਕ ਯੂ ਸੋ ਮਚ ਸਰ ਆਪਣੇ ਵਿਚਾਰ ਰੱਖਣ ਲਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਬਹੁਤ ਹੀ ਥੋੜਾ ਸਮਾਂ ਆਪਣੇ ਕੋਲ ਰਹਿ ਗਿਆ, ਆਪਾਂ ਵਾਈਂਡ ਅਪ ਕਰਨ ਲੱਗੇ ਹਾਂ, ਸੋ ਆਪਣੀ ਗੱਲ ਜਲਦੀ ਕੰਪਲੀਟ ਕਰ ਦਿਓ। ਹਾਂਜੀ, ਮੈਂ ਸਿਰਫ ਇਹੀ ਕਹਿਣਾ ਕਿ ਮੈਂ ਕੈਲਗਰੀ ਤੋਂ ਬੋਲਦਾ ਭਜਨ ਚੇਰਾ ਜੀ। ਜੀ ਸਰ। ਜਿਹੜਾ ਨਵਜੋਤ ਸਿੱਧੂ ਬਾਰੇ ਕਾਫੀ ਦੇਰ ਤੋਂ ਕਾਫੀ ਚਰਚਾ ਚੱਲ ਰਹੀ ਆ ਅਤੇ ਉਹ ਠੀਕ ਆ, ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਬੜਾ ਇਮਾਨਦਾਰ ਆਦਮੀ ਹੈ ਔਰ ਗੱਲ ਕਰਨ ਲਈ ਸਟੇਟ ਵਾਈ ਹੈਗਾ। ਤੇ ਮੇਰਾ ਖਿਆਲ ਆ ਕਿ ਉਹਨੂੰ ਇਸ ਵੇਲੇ ਉਹ ਇੱਕ ਫੈਂਸ ਤੇ ਬੈਠਾ ਹੋਇਆ, ਇੱਧਰ ਵੀ ਦੇਖਦਾ ਇੱਧਰ ਵੀ ਦੇਖਦਾ, ਉਹਨੂੰ ਇੱਕ ਡਿਸੀਜਨ ਲੈ ਲੈਣਾ ਚਾਹੀਦਾ। ਹੁਣ ਜਿੱਧਰ ਵੀ ਲੈਣਾ ਹੋਵੇ ਗਟਸ ਦੇ ਨਾਲ, ਜਿੱਦਾਂ ਉਹਦੇ ਚ ਗਟਸ ਹੈਗੇ ਆ, ਉਸੇ ਤਰ੍ਹਾਂ ਉਹਨੂੰ ਇੱਕ ਡਿਸੀਜਨ ਲੈਣਾ ਚਾਹੀਦਾ ਇਸ ਵੇਲੇ। ਕਿਉਂਕਿ ਇਸ ਤਰ੍ਹਾਂ ਜੇ ਉਡੀਕ ਕਰਦੇ ਰਹੋ ਮੈਂ ਕਿੱਧਰ ਨੂੰ ਜਾਵਾਂ ਕਿੱਧਰ ਨੂੰ ਨਾ ਜਾਵਾਂ, ਆਪਣੇ ਫਾਇਦੇ ਲਈ ਸੋਚੇ ਬੰਦਾ, ਫਿਰ ਉਹ ਕਿਤੇ ਨਾ ਕਿਤੇ ਜਾ ਕੇ ਆਪਣੇ ਪ੍ਰੋਗਰਾਮ ਤੋਂ ਡਿੱਗ ਪੈਂਦਾ ਹੈਗਾ ਜੀ। ਬਿਲਕੁਲ। ਇਸ ਕਰਕੇ ਉਹਨੂੰ ਜਲਦੀ ਤੋਂ ਜਲਦੀ ਕੋਈ ਡਿਸੀਜਨ ਲੈ ਕੇ ਆਪਣੇ ਪਾਸੇ ਜਾਣਾ ਚਾਹੀਦਾ। ਥੈਂਕ ਯੂ ਜੀ। ਥੈਂਕ ਯੂ ਸਰ, ਥੈਂਕ ਯੂ ਜੀ।
ਸੋ ਰਾਜੇਸ਼ ਜੀ, ਨਵਜੋਤ ਸਿੰਘ ਸਿੱਧੂ ਨੂੰ ਤਾਂ ਇਹ ਸਲਾਹਾਂ ਹੀ ਦਿੱਤੀਆਂ ਗਈਆਂ ਨੇ ਸਾਡੇ ਜਿਹੜੇ ਕਾਲਰ ਸੀ ਉਹਨਾਂ ਵੱਲੋਂ ਵੀ ਜਿਹੜਾ ਵੀ ਫੈਸਲਾ ਕਰਨਾ ਹੁਣ ਜਲਦੀ ਕਰਨ, ਤੇ ਥੋੜਾ ਜਿਹਾ ਟੈਗ ਤਾਂ ਨੋ ਡਾਊਟ ਉਹਨਾਂ ਦੇ ਉੱਤੇ ਲੱਗ ਚੁੱਕਿਆ ਕਿਉਂਕਿ ਕਿਸੇ ਪਾਰਟੀ ਚੋਂ ਟਿਕੇ ਨਹੀਂ ਤੇ ਹੁਣ ਵੀ ਜਿਹੜਾ ਉਹਨਾਂ ਤੇ ਟੈਗ ਲੱਗ ਚੁੱਕਿਆ ਵੀ ਕਿਸੇ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ। ਖੈਰ ਇਸ ਟੌਪਿਕ ਦੇ ਉੱਤੇ ਉਸ ਦਿਨ ਕੱਲ ਜੁੜਾਂਗੇ ਤਾਂ ਕੱਲ ਜ਼ਰੂਰ ਅਸੀਂ ਲੰਬੀ ਚੌੜੀ ਇਸ ਤੇ ਗੱਲ ਕਰਾਂਗੇ। ਜਿਹੜੇ ਸਾਡੇ ਸਪੈਸ਼ਲੀ ਕਾਲਰਸ ਨੇ ਮੁੱਦਾ ਚੁੱਕਿਆ ਬਹੁਤ ਇੰਟਰਸਟਿੰਗ ਵੀ ਹੈਗਾ, ਸੋ ਇਸ ਤੇ ਹੀ ਅਸੀਂ ਕੱਲ ਗੱਲ ਕਰਾਂਗੇ ਮਾਰਨਿੰਗ ਸ਼ੋਅ ਦੇ ਵਿੱਚ। ਸੋ ਜਿਹੜੇ ਕਾਲਰ ਪਲੀਜ਼ ਜਿਨ੍ਹਾਂ ਦੀ ਮੈਂ ਕਾਲ ਅਟੈਂਡ ਨਹੀਂ ਕਰ ਪਾਈ ਉਹਨਾਂ ਨਾਲ ਮੈਂ ਸਾਰਿਆਂ ਨਾਲ ਇਸ ਬਾਬਤ ਗੱਲ ਜ਼ਰੂਰ ਕਰਾਂਗੀ। ਰਾਜੇਸ਼ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ। ਬਹੁਤ ਬਹੁਤ ਧੰਨਵਾਦ ਜੀ। ਸੋ ਜਿਹੜੇ ਕਾਲਰਸ ਪਲੀਜ਼ ਕਾਲ ਅਟੈਂਡ ਨਹੀਂ ਕਰ ਪਾਈ ਉਹਨਾਂ ਦੀ ਕਾਲ ਅਸੀਂ ਕੱਲ ਲਵਾਂਗੇ। ਇਸ ਮੁੱਦੇ ਦੇ ਉੱਤੇ ਵੀ ਗੱਲ ਕਰਾਂਗੇ, ਬਹੁਤ ਇੰਟਰਸਟਿੰਗ ਜਿਹੜੇ ਲਾਸਟ 2 ਕਾਲਰ ਜੁੜੇ, ਬਹੁਤ ਇੰਟਰਸਟਿੰਗ ਟੌਪਿਕ ਉਹਨਾਂ ਦਾ ਸੀਗਾ ਤੇ ਉਸ ਤੇ ਆਪਾਂ ਗੱਲ ਜ਼ਰੂਰ ਕਰਾਂਗੇ। ਫਿਲਹਾਲ ਦੇ ਲਈ ਤਾਂ ਸਮਾਂ ਅੱਗੇ ਇਜਾਜ਼ਤ ਨਹੀਂ ਦਿੰਦਾ ਗੱਲ ਕਰਨ ਦੀ। ਸਾਰੇ ਜਣੇ ਆਪਣਾ ਖਿਆਲ ਰੱਖਣਾ, ਤੁਹਾਡਾ ਸਾਰਿਆਂ ਦਾ ਦਿਨ ਜਿਹੜਾ ਉਹ ਬਹੁਤ ਵਧੀਆ ਚੜ੍ਹੇ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।